ਵਾਹਿਗੁਰੂ 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 ਜੀ ਵਾਹਿਗੁਰੂ ਸਤਨਾਮ। ਦੁਨੀਆ ਪਾਂਦਨ ਵੇੜੇ ਗਾਫਲ ਤੂੰ ਦਿਸ਼ਾਲੇ ਤਾਣੇ, ਜੋ ਬੀਤੀ ਦੇ ਝੂਰ ਰਹੇ ਨੇ ਉਹ ਨਹੀਂ ਲੋਕ ਸਿਆਣੇ। ਪਿਛਲੀ ਹੋਈ ਪਿੱਛੇ ਨਾਲ ਬੀਤੀ, ਹੁਣ ਅੱਗੇ ਵਕਤ ਸੰਭਾਲੋ। ਅੱਗੇ ਸਮਝ ਚਲੋ ਨੰਦ ਲਾਲਾ, ਛੱਡ ਕੇ ਖਿਆਲ ਪੁਰਾਣੇ। ਹਰ ਹਰ ਨਾਮ ਜਪੰਤਿਆਂ ਕਛ ਨਾ ਕਹੇ ਜਮਕਾਲ। ਨਾਨਕ ਮਨ ਤਨ ਸੁਖੀ ਹੋਏ, ਅੰਤੇ ਮਿਲੇ ਗੋਪਾਲ। ਬੰਦ ਬੰਦ ਕਟਵਾ ਕੇ ਹੱਸਿਆ ਏ, ਕਦੇ ਨੱਸਿਆ ਨਹੀਂ ਹੁੰਦੇ ਜੰਗ ਵਿੱਚੋਂ। 1.25 ਲੱਖ ਦੇ ਸਾਹਮਣੇ ਡਟ ਜਾਂਦਾ, ਕਿਸਮਤ ਲੱਭਦਾ ਮੁੜਕੇ ਦੇ ਰੰਗ ਵਿੱਚੋਂ। ਹੋ ਜਿੰਦਾ ਸੜਕੇ ਤੇ ਆਰੇ ਦੇ ਨਾਲ ਚਿਰਕੇ, ਭਾਂਬੜ ਜ਼ੁਲਮ ਦੇ ਹੋਈ ਠਾਰ ਸਕਿਆ। ਜਿਹੜੇ ਮਾਰ ਕੇ ਮਾਰੇ ਨੇ ਖਾਲਸੇ ਨੇ, ਅਜੇ ਤੀਕ ਕੋਈ ਹੋਰ ਨਹੀਂ ਮਾਰ ਸਕਿਆ। ਬੰਦ ਬੰਦ ਕਟਵਾ ਕੇ ਹੱਸਿਆ ਏ, ਕਦੇ ਨੱਸਿਆ ਨਹੀਂ ਹੁੰਦੇ ਜੰਗ ਵਿੱਚੋਂ। 1.25 ਲੱਖ ਦੇ ਸਾਹਮਣੇ ਡਟ ਜਾਂਦਾ, ਕਿਸਮਤ ਲੱਭਦਾ ਮੁੜਕੇ ਦੇ ਰੰਗ ਵਿੱਚੋਂ। ਹੋ ਜਿੰਦਾ ਸੜਕੇ ਤੇ ਆਰੇ ਦੇ ਨਾਲ ਚਿਰਕੇ, ਭਾਂਬੜ ਜ਼ੁਲਮ ਦੇ ਹੋਈ ਠਾਰ ਸਕਿਆ। ਜਿਹੜੇ ਮਾਰ ਕੇ ਮਾਰੇ ਨੇ ਖਾਲਸੇ ਨੇ, ਅਜੇ ਤੀਕ ਕੋਈ ਹੋਰ ਨਹੀਂ ਮਾਰ ਸਕਿਆ। ਇੰਜਣ ਰੇਲ ਦਾ ਇਹਦਾ ਸਰੀਰ ਡੱਕੇ, ਆਰੇ ਹੇਠ ਵੀ ਪੌੜੀਆਂ ਪੜੀ ਜਾਂਦਾ। ਕਰਕੇ ਮਦਦ ਨਤਾਣੇ ਗਰੀਬੜਾਂ ਦੀ, ਤਾਰੂ ਸਿੰਘ ਵੇਖੋ ਚਰਖੀ ਚੜੀ ਜਾਂਦਾ। ਉਹ ਕਾਲਾਂ ਕਾਲੀਆਂ ਜਿਹੜੀਆਂ ਖਾਲਸੇ ਨੇ, ਲੱਥੇ ਸੀਸ ਵੀ ਸਿੰਘ ਨਹੀਂ ਹਾਰ ਸਕਿਆ। ਜਿਹੜੇ ਮਾਰ ਕੇ ਮਾਰੇ ਨੇ ਖਾਲਸੇ ਨੇ, ਅਜੇ ਤੀਕ ਕੋਈ ਹੋਰ ਨਹੀਂ ਮਾਰ ਸਕਿਆ। ਵੈਰੀ ਭੱਜ ਪੈਂਦੇ ਦਾ ਵੇਖ ਖੰਡਾ, ਭੁੱਲੇ ਭਟਕਿਆਂ ਨੂੰ ਰਸਤਾ ਦੱਸਦਾ ਏ। ਕਦੇ ਅਸਲ ਨਿਸ਼ਾਨੇ ਨਹੀਂ ਭੁੱਲ ਸਕਦਾ, ਕਦੇ ਬੁਰੇ ਦੇ ਕੋਲ ਨਾ ਵੱਸਦਾ ਏ। ਹੋ ਭਾਰਤ ਵਰਸ਼ ਦਾ ਧਰਮ ਬਚਾਉਣ ਖਾਤਰ, ਕੋਈ ਪਿਓ ਦਾ ਮੁੱਲ ਨਹੀਂ ਤਾਰ ਸਕਿਆ। ਜਿਹੜੇ ਮਾਰ ਕੇ ਮਾਰੇ ਨੇ ਖਾਲਸੇ ਨੇ, ਅਜੇ ਤੀਕ ਕੋਈ ਹੋਰ ਨਹੀਂ ਮਾਰ ਸਕਿਆ। ਹੋਣੀ ਪਦਮਣੀ ਸਮਝ ਕੇ ਵਾਰ ਲੈਂਦਾ, ਹੋਣੀ ਪਦਮਣੀ ਸਮਝ ਕੇ ਵਾਰ ਲੈਂਦਾ। ਆਕੜ ਖਾਨਾ ਦੇ ਸਿਰਾਂ ਨੂੰ ਭੰਨਦਾ ਏ, ਮੁੜ ਕੇ ਆਉਣ ਤੋਂ ਵੀ ਤੋਬਾ ਕਰਨ ਵੈਰੀ, ਐਸਾ ਵੈਰੀਆਂ ਦਾ ਮੱਕੂ ਬਣਦਾ ਏ। ਉਹ ਜਿੱਦਾਂ ਇਸ ਨੇ ਤਾਰਿਆ ਮੁੱਲ ਪੂਰਾ, ਏਦਾਂ ਹੋਰ ਨਹੀਂ ਕਰਜ਼ ਉਤਾਰ ਸਕਿਆ। ਜਿਹੜੇ ਮਾਰ ਕੇ ਮਾਰੇ ਨੇ ਖਾਲਸੇ ਨੇ, ਅਜੇ ਤੀਕ ਕੋਈ ਹੋਰ ਨਹੀਂ ਮਾਰ ਸਕਿਆ। ਜਿਹੜਾ ਖੋਪਰ ਲਾਉਣ ਤੋਂ ਸੰਗਦਾ ਨਹੀਂ, ਮਹਿੰਗੀ ਜਿੰਦ ਮਜਲੂਮਾਂ ਲਈ ਵਾਰ ਦਿੰਦਾ। ਪੁੱਤਰ ਨੇਜਿਆਂ ਉੱਤੇ ਟੰਗਾ ਲੈਂਦਾ, ਪੱਥਰ ਦਿਲਾਂ ਦੇ ਤੋੜ ਹੰਕਾਰ ਦਿੰਦਾ। ਉਹ ਸੱਚ ਝੂਠ ਨੂੰ ਜਿਵੇਂ ਨਤਾਰਿਆ ਏ, ਏਦਾਂ ਹੋਰ ਨਹੀਂ ਕੋਈ ਨਤਾਰ ਸਕਿਆ। ਜਿਹੜੇ ਮਾਰ ਕੇ ਮਾਰੇ ਨੇ ਖਾਲਸੇ ਨੇ, ਅਜੇ ਤੀਕ ਕੋਈ ਹੋਰ ਨਹੀਂ ਮਾਰ ਸਕਿਆ। ਸੀਸ ਉੱਤੇ ਇੱਕ ਮੋਚੀ ਦੀ ਪੰਡ ਲੈ ਕੇ, ਬਿਨਾਂ ਖਾਲਸੇ ਕੋਈ ਨਾ ਤੁਰ ਸਕਿਆ। ਰਣ ਵਿੱਚ ਵੈਰੀ ਨੂੰ ਪਾਣੀ ਪਿਲਾਈ ਜਾਣਾ, ਕਿਸੇ ਕੌਮ ਨੂੰ ਫੁਰਨਾ ਨਹੀਂ ਫੁਰ ਸਕਿਆ। ਹੋ ਜਿੱਦਾਂ ਕਸ਼ਟ ਨਿਵਾਰੇ ਨੇ ਖਾਲਸੇ ਨੇ, ਏਦਾਂ ਹੋਰ ਨਹੀਂ ਕੋਈ ਨਿਵਾਰ ਸਕਿਆ। ਜਿਹੜੇ ਮਾਰ ਕੇ ਮਾਰੇ ਨੇ ਖਾਲਸੇ ਨੇ, ਅਜੇ
ਕੋਈ ਹੋਰ ਨਹੀਂ ਮਾਰ ਸਕਿਆ। ਇਹ ਉਸ ਗੁਰਦੇਵ ਦਾ ਸ਼ੇਰ ਪੁੱਤਰ ਜਿਹੜਾ ਲੱਖਾਂ ਨਾਲ ਇੱਕ ਲੜਾਉਣ ਵਾਲਾ, ਐਸਾ ਪੀਰ ਪੈਗੰਬਰ ਨਹੀਂ ਕੋਈ ਡਿੱਠਾ, ਪੁੱਤਰ ਧਰਮ ਦੀ ਭੇਟ ਚੜਾਉਣ ਵਾਲਾ। ਉਹ ਕੋਈ ਆਪਣੇ ਪੁੱਤਾਂ ਦਾ ਖੂਨ ਪਾ ਕੇ ਭਾਂਬੜ ਜ਼ੁਲਮ ਦੇ ਮੱਚੇ ਨਹੀਂ ਠਾਰ ਸਕਿਆ। ਜਿਹੜੇ ਮਾਰ ਕੇ ਮਾਰੇ ਨੇ ਖਾਲਸੇ ਨੇ, ਅਜੇ ਤੀਕ ਕੋਈ ਹੋਰ ਨਹੀਂ ਮਾਰ ਸਕਿਆ। ਜਿਸ ਵੇਲੇ ਅਰਦਾਸਾ ਇਹ ਸੋਧ ਲੈਂਦਾ, ਜਿਸ ਵੇਲੇ ਅਰਦਾਸਾ ਇਹ ਸੋਧ ਲੈਂਦਾ, ਉਦੋਂ ਰਾਜਿਆਂ ਦੇ ਆਖੇ ਰੁਕਦਾ ਨਹੀਂ, ਅਕੜ ਖਾਨਾਂ ਦੀ ਧੌਣ ਨਵਾ ਦਿੰਦਾ, ਕਦੇ ਸਾਹਮਣੇ ਗੈਰ ਦੇ ਝੁਕਦਾ ਨਹੀਂ। ਹੋ ਵਿੱਚ ਜਾਣਦੇ ਜੋਗੀਆਂ ਵੈਰੀਆਂ ਨੂੰ, ਇਹਦੇ ਵਾਂਗ ਨਹੀਂ ਕੋਈ ਵੰਗਾਰ ਸਕਿਆ। ਜਿਹੜੇ ਮਾਰ ਕੇ ਮਾਰੇ ਨੇ ਖਾਲਸੇ ਨੇ, ਅਜੇ ਤੀਕ ਕੋਈ ਹੋਰ ਨਹੀਂ ਮਾਰ ਸਕਿਆ। ਮਾਨਵਤਾ ਦੇ ਕਲਿਆਣਕਾਰੀ, ਖੰਡਾਂ ਬ੍ਰਹਿਮੰਡਾਂ ਦੇ ਮਾਲਕ, ਸਰਵ ਸ਼ਕਤੀਮਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਿੱਤਰ ਹਜ਼ੂਰੀ ਦੇ ਅੰਦਰ ਨਾਮ ਰਸੀਆ ਤਤ ਬੇਤਾ ਮਹਾਨ ਮਹਾਂਪੁਰਸ਼ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਸੁੰਦਰ ਸਿੰਘ ਸਾਹਿਬ ਹੋਰਾਂ ਦੇ ਪਿੱਤਰ ਅਸਥਾਨ ਤੇ ਸਾਲਾਨਾ ਜੋੜ ਮੇਲੇ ਦੀ ਹਾਜ਼ਰੀ ਭਰ ਕੇ ਆਪਣੀ ਜ਼ਿੰਦਗੀ ਦੇ ਪਲ ਸਫਲਾ ਬਣਾਉਣ ਦੇ ਲਈ ਵੱਖਰੇ ਵੱਖਰੇ ਨਗਰਾਂ ਤੋਂ ਚੱਲ ਕੇ ਹਾਜ਼ਰ ਹੋਏ ਸਤ ਸੰਗੀ ਜਨੋ, ਆਓ ਸਰਬੱਤ ਮਾਈ ਭਾਈ ਮਿਲ ਕੇ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਸਾਂਝੀ ਕਰੀਏ। ਫਤਿਹ ਦੇ ਸਿਮਰਨ ਵਿੱਚੋਂ ਜਿਹੜਾ ਸਾਨੂੰ ਬਲ ਬਖਸ਼ਿਸ਼ ਕਰੋਗੇ, ਉਸ ਬਲ ਦੇ ਜ਼ਰੀਏ ਗੁਰੂ ਘਰ ਦੀ ਵਡਿਆਈ, ਸੂਰਬੀਰ ਬਹਾਦਰਾਂ ਦੀ ਅਮਰ ਗਾਥਾ ਅਸੀਂ ਆਪਣੀ ਤੁਸ਼ ਬੁੱਧੀ ਅਨੁਸਾਰ ਤੁਹਾਡੇ ਨਾਲ ਸਾਂਝੀ ਕਰਨ ਦਾ ਨਿਮਾਣਾ ਜਿਹਾ ਯਤਨ ਕਰ ਸਕਾਂਗੇ। ਬੜੀ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਹੈ। ਬਹੁਤ ਸਾਰੀ ਸੰਗਤ ਬਾਹਰ ਸੇਵਾਵਾਂ ਨਿਭਾ ਰਹੀ ਹੈ, ਕੋਈ ਲੰਗਰ ਦੀ ਸੇਵਾ ਨਿਭਾ ਰਿਹਾ ਹੈ, ਕੋਈ ਲੰਗਰ ਪਕਾਉਣ ਦੀ ਸੇਵਾ ਨਿਭਾ ਰਿਹਾ ਹੈ, ਕੋਈ ਲੰਗਰ ਵਰਤਾਉਣ ਦੀ ਸੇਵਾ ਨਿਭਾ ਰਿਹਾ ਹੈ, ਕੋਈ ਲੰਗਰ ਦੇ ਜੂਠੇ ਬਰਤਨ ਸਾਫ਼ ਕਰਨ ਦੀ ਸੇਵਾ ਨਿਭਾ ਰਿਹਾ, ਕੋਈ ਪ੍ਰਬੰਧ ਦੀ ਸੇਵਾ ਨਿਭਾ ਰਿਹਾ। ਇਸੇ ਤਰ੍ਹਾਂ ਸੋਸ਼ਲ ਨੈਟਵਰਕ ਦੇ ਰਾਹੀਂ ਬਹੁਤ ਸਾਰੀ ਸੰਗਤ ਆਪੋ ਆਪਣੇ ਘਰਾਂ ਵਿੱਚ ਬੈਠ ਕੇ ਇਸ ਪ੍ਰੋਗਰਾਮ ਦਾ ਹਿੱਸਾ ਬਣੀ ਹੋਈ ਹੈ। ਜਿੱਥੋਂ ਤੱਕ ਵੀ ਗੁਰੂ ਘਰ ਦੀ ਆਵਾਜ਼ ਸੁਣਾਈ ਦੇ ਰਹੀ ਹੈ, ਸੁਰਤੀ ਤੇ ਬਿਰਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਤਰ ਚਰਨਾਂ ਦੇ ਨਾਲ ਜੋੜ ਕੇ ਅੰਦਰ ਤੇ ਬਾਹਰ ਦੀ ਅਵਸਥਾ ਇੱਕ ਬਣਾ ਕੇ ਅਦਬ ਸਤਿਕਾਰ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਸ਼ੁਭ ਦਿਹਾੜੇ ਦੀ ਆਪ ਸਭ ਨੂੰ ਲੱਖ ਲੱਖ ਮੁਬਾਰਕਬਾਦ ਹੋਵੇ। ਸਤਿਗੁਰੂ ਆਪਣੇ ਦਰੋਂ ਘਰੋਂ ਖੁਸ਼ੀਆਂ ਖੇੜੇ ਸੇਵਾ ਸਿਮਰਨ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਦੇ ਨਾਲ ਦਰ ਆਈ ਸੰਗਤ ਦੀ ਝੋਲੀ ਭਰਨ। ਅੱਜ ਸੰਸਾਰ ਭਰ ਵਿੱਚ ਦੀਵਾਲੀ ਦਾ ਪੁਰਬ ਬੜੀ ਸ਼ਾਨੋ ਸ਼ੌਕਤ ਨਾਲ ਖਾਲਸਾ ਪੰਥ ਵੱਲੋਂ ਮਨਾਇਆ ਜਾ ਰਿਹਾ ਹੈ। ਭਾਈ ਗੁਰਦਾਸ ਸਾਹਿਬ ਦੇ ਕਥਨ ਅਨੁਸਾਰ ਦੀਵਾਲੀ ਕੀ ਰਾਤ ਦੀਵੇ ਬਾਲੀਆਂ, ਬਹੁਤ ਸਾਰੇ ਸੰਸਾਰ ਨੇ ਅੱਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਯਾਦ ਨੂੰ ਤਾਜ਼ਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਦੇ ਕਰਨੀ ਨਾਮੇ ਨੂੰ ਜਿੱਥੇ ਪ੍ਰਣਾਮ ਕਰਨਾ ਹੈ, ਉੱਥੇ ਬਹੁਤਿਆਂ ਨੇ ਸ਼ਰਧਾ ਵਸ ਹੋ ਕੇ ਸੱਚੇ ਪਾਤਸ਼ਾਹ ਦੀ ਯਾਦ ਵਿੱਚ ਦਿਨ ਗੁਜ਼ਾਰਨਾ ਹੈ, ਰਾਤ ਗੁਜ਼ਾਰਨੀ ਹੈ, ਸਤਿਗੁਰੂ ਦਾ ਸ਼ੁਕਰਾਨਾ ਕਰਨਾ ਹੈ, ਦੀਵਾਲੀ ਮਨਾਈ ਜਾਣੀ ਹੈ। ਤੇ ਕਈਆਂ ਮੇਰੇ ਵਰਗਿਆਂ ਨੇ ਅੱਜ ਦੀਵਾਲਾ ਵੀ ਕੱਢ ਲੈਣਾ, ਦੀਵਾਲਾ ਵੀ ਗਲਤ ਸੰਗਤ ਵਿੱਚ ਪੈ ਕੇ ਉਹਨਾਂ ਨੇ ਬਰਬਾਦੀ ਵੀ ਕਰਨੀ ਹੈ। ਆਮ ਤੌਰ ਤੇ ਅਸੀਂ ਪੜ੍ਹਦੇ ਸੁਣਦੇ ਆ ਰਹੇ ਹਾਂ ਕਿ ਦੀਵਾਲੀ ਦੀ ਰਾਤ ਜਿਹੜੇ ਨੇ ਦਰਵਾਜ਼ੇ ਖੁੱਲੇ ਰੱਖਣੇ ਚਾਹੀਦੇ ਨੇ, ਲక్ష్ਮੀ ਘਰ ਵਿੱਚ ਆਉਣੀ ਆ, ਦਰਵਾਜ਼ਾ ਬੰਦ ਹੋਇਆ ਤੇ ਕਿਤੇ ਦਰਵਾਜ਼ੇ ਤੋਂ ਨਾ ਮੁੜ ਜਾਏ। ਪਤਾ ਨਹੀਂ ਲక్ష్ਮੀ ਆਵੇ ਕਿ ਜਾਂ ਨਾ ਆਵੇ, ਲੇਕਿਨ ਜੇ ਤੁਹਾਡੇ ਘਰ ਦਾ ਦਰਵਾਜ਼ਾ ਰਾਤ ਖੁੱਲਾ ਰਹਿ ਗਿਆ ਤੇ ਚੋਰ ਜ਼ਰੂਰ ਤੁਹਾਡੇ ਘਰ ਆਉਣਗੇ। ਨਵੇਂ ਤੇ ਤੁਸੀਂ ਕੀ ਲਿਆਉਣੇ ਨੇ, ਤੁਹਾਡੇ ਘਰੋਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹ ਵੀ ਅੱਖ ਚਰਾ ਕੇ ਲੈ ਜਾਣ ਵਾਸਤੇ ਉਹ ਕਾਮਯਾਬ ਹੋ ਜਾਣਗੇ। ਗੁਰਸਿੱਖਾਂ ਦੀ ਡੈਫੀਨੇਸ਼ਨ, ਗੁਰਸਿੱਖਾਂ ਦੀ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੇ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਸਾਨੂੰ ਸਮਝਾਈ ਹੈ। ਸਾਤ ਮਰਾਦਾ ਜੀਵਨ ਗੁਜ਼ਾਰ ਕਰਕੇ ਆਪਣੇ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਜਿਹੜਾ ਸਿੱਖ ਆਪਣੀ ਜ਼ਿੰਦਗੀ ਗੁਜ਼ਾਰਦਾ ਹੈ, ਉਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਖੁਸ਼ੀ ਦਾ ਪਾਤਰ ਬਣਦਾ ਹੈ। ਮੇਰਾ ਸਿਰ ਝੁਕਦਾ ਤੁਹਾਡੇ ਕਦਮਾਂ ਵਿੱਚ ਕਿ 4 ਰੋਜ਼ਾ ਸਾਲਾਨਾ ਜੋੜ ਮੇਲਾ ਤੁਸੀਂ ਬੜੀ ਸ਼ਾਨੋ ਸ਼ੌਕਤ ਨਾਲ ਮਨਾਉਂਦੇ ਹੋ। ਅੱਜ ਸਮਾਪਤੀ ਦਾ ਦੀਵਾਨ ਹੈ, ਵੱਡੇ ਦੀਵਾਨ ਵਿੱਚ ਤੁਸੀਂ ਇਸ ਨਿਮਾਣੇ ਜੇ ਜਥੇ ਨੂੰ ਵੱਡਾ ਮਾਨ ਬਖਸ਼ਿਸ਼ ਕੀਤਾ। ਗੁਰੂ ਨਾਨਕ ਦਾ ਘਰ ਹਮੇਸ਼ਾ ਹੀ ਨਿਮਾਣਿਆਂ ਨੂੰ ਮਾਨ ਦਿੰਦਾ ਆਇਆ।
ਨਿਧਰਿਆਂ ਦੀ ਧਿਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਘਰ ਬਣਦਾ ਆਇਆ। ਇੱਥੋਂ ਦੇ ਮੁੱਖ ਸੇਵਾਦਾਰ ਸਤਿਕਾਰਯੋਗ ਮਹਾਂਪੁਰਸ਼ ਬਾਬਾ ਸ਼ਿੰਦਾ ਸਿੰਘ ਜੀ, ਤਰਨਾ ਦਲ ਬੇਦੀ ਚੰਦੀਏ ਮਹਾਂਪੁਰਸ਼ ਹੈ, ਭਿੱਖੀ ਵਿੰਡੀਏ ਮਹਾਂਪੁਰਸ਼ਾਂ ਦਾ ਦਿਲ ਦੀ ਗਹਿਰਾਈ ਵਿੱਚੋਂ ਧੰਨਵਾਦ ਕਰਦਾ। ਇਸ ਨਗਰ ਦੀ ਸਮੁੱਚੀ ਸੰਗਤ ਦਾ ਧੰਨਵਾਦ ਕਰਦਾ ਹਾਂ, ਇਲਾਕੇ ਦੀ ਸੰਗਤ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਵੱਲੋਂ ਬੜੇ ਪਿਆਰ ਨਾਲ, ਬੜੀ ਮੁਹੱਬਤ ਨਾਲ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਭਰ ਕੇ ਗੁਰਦੇਵ ਪਾਤਸ਼ਾਹ ਮਹਾਰਾਜ ਦੇ ਘਰ ਦੀ ਖੁਸ਼ੀ ਜਿਹੜੀ ਉਹ ਪ੍ਰਾਪਤ ਕੀਤੀ ਜਾ ਰਹੀ ਹੈ। ਦੋ ਬੇਨਤੀਆਂ ਕਰਨ ਤੋਂ ਬਾਅਦ ਜਿਹੜਾ ਵਿਸ਼ਾ ਤੁਸੀਂ ਮੈਨੂੰ ਕਹਿਣ ਵਾਸਤੇ ਹੁਕਮ ਦਿਆ ਹੈ, ਉਸ ਇਤਿਹਾਸ ਦੇ ਸੁਨਹਿਰੀ ਪੱਤਰੇ ਤੁਹਾਡੇ ਨਾਲ ਸਾਂਝੇ ਕਰਕੇ ਅਸੀਂ ਗੁਰੂ ਪਾਤਸ਼ਾਹ ਦੇ ਘਰ ਦੀ ਖੁਸ਼ੀ ਪ੍ਰਾਪਤ ਕਰਨੀ ਚਾਹੁੰਦੇ ਹਾਂ। ਜਿਹੜੀ ਸੰਗਤ ਬਿਨਾਂ ਕੰਮ ਤੋਂ ਇੱਧਰ ਉੱਧਰ ਘੁੰਮ ਰਹੀ ਹੈ, ਉਹਨਾਂ ਸਾਰਿਆਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਕਿ ਬੜਾ ਹੀ ਵਧੀਆ ਪ੍ਰਬੰਧ ਗੁਰੂ ਕੀ ਸੰਗਤ ਵੱਲੋਂ, ਮਹਾਂਪੁਰਸ਼ਾਂ ਵੱਲੋਂ, ਗੁਰੂ ਕੇ ਪ੍ਰਬੰਧਕ ਜਨਾਂ ਵੱਲੋਂ ਕੀਤਾ ਗਿਆ। ਇਹਨੂੰ ਇੱਕ ਆਮ ਮੇਲਾ ਨਹੀਂ ਬਣਾ ਕੇ ਚਲੇ ਜਾਣਾ ਭਈ ਅਸੀਂ ਗਲੀਆਂ 'ਚ ਘੁੰਮ ਕੇ ਚਲੇ ਗਏ, ਪ੍ਰਸ਼ਾਦਾ ਪਾਣੀ ਛਕ ਕੇ ਚਲੇ ਗਏ, ਨਹੀਂ। ਜਿੰਨਾ ਵੀ ਸਮਾਂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਸਾਨੂੰ ਨਸੀਬ ਹੋਇਆ, ਉਸ ਸਮੇਂ ਨੂੰ ਸਫਲਾ ਬਣਾਉਣ ਵਾਸਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਪਿੱਤਰ ਚਰਨਾਂ ਵਿੱਚ ਮਨ ਬਿਰਤੀ ਇਕਾਗਰ ਕਰਕੇ ਬੈਠਣਾ ਚਾਹੀਦਾ ਹੈ। ਜਿੰਨੇ ਵੀ ਵੀਰ ਬਿਨਾਂ ਕੰਮ ਤੋਂ ਇੱਧਰ ਉੱਧਰ ਰਸਤਿਆਂ ਵਿੱਚ ਖੜੇ ਨੇ, ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ। ਜਿਹੜੇ ਪ੍ਰਬੰਧਕ ਤੌਰ ਤੇ ਸੇਵਾਵਾਂ ਨਿਭਾ ਰਹੇ ਨੇ, ਉਹਨਾਂ ਦਾ ਧੰਨਵਾਦ। ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੀ ਵੈਸੇ ਸੰਗਤ ਘੁੰਮ ਰਹੀ ਆ, ਉਹਨੂੰ ਤੁਸੀਂ ਬੇਨਤੀ ਕਰੋ ਕਿ ਦੀਵਾਨ ਹਾਲ ਵਿੱਚ ਸੱਜਣ ਦੀ ਕਿਰਪਾਲਤਾ ਕਰੋ। ਮਗਰ ਬੈਠੀਆਂ ਦੋ ਤਿੰਨ ਸਤਿਕਾਰਯੋਗ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਭਈ ਤੁਸੀਂ ਕਿਰਪਾ ਕਰਕੇ ਇਸ ਭੈਣਾਂ ਵਾਲੇ ਬੰਨੇ ਆਣ ਕੇ ਸੱਜਣ ਦੀ ਕਿਰਪਾਲਤਾ ਕਰੋ। ਜਿਹੜੀਆਂ ਸਾਡੀਆਂ ਧੀਆਂ ਭੈਣਾਂ ਮਗਰ ਬੈਠੀਆਂ ਹੋਈਆਂ ਨੇ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਭਈ ਤੁਸੀਂ ਇਸ ਬੰਨੇ ਆਣ ਕੇ ਜਿੱਧਰ ਸਤਿਕਾਰਯੋਗ ਭੈਣਾਂ ਬੈਠੀਆਂ ਹੋਈਆਂ, ਤੁਸੀਂ ਮਿਹਰਬਾਨੀ ਕਰਕੇ ਇੱਥੇ ਸੱਜਣ ਦੀ ਕਿਰਪਾਲਤਾ ਕਰੋ। ਸ਼ਾਇਦ ਮੇਰੀ ਭਾਸ਼ਾ ਦੀ ਉਹਨਾਂ ਨੂੰ ਸਮਝ ਨਹੀਂ ਲੱਗੀ, ਮੈਂ ਫਿਰ ਇੱਕ ਵਾਰ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੀਆਂ ਵੀਰਾਂ ਵਾਲੇ ਪਾਸੇ ਸਾਡੀਆਂ ਧੀਆਂ ਭੈਣਾਂ ਬੈਠੀਆਂ, ਉਹ ਮਿਹਰਬਾਨੀ ਕਰਕੇ ਇਸ ਬੰਨੇ ਸੱਜਣ ਦੀ ਕਿਰਪਾਲਤਾ ਕਰਨ। ਜਿਹੜੇ ਰਸਤੇ ਵਿੱਚ ਗੁਰਸਿੱਖ ਨੇ, ਉਹਨਾਂ ਨੂੰ ਇੱਕ ਬੇਨਤੀ ਹੈ ਕਿ ਹਰੇਕ ਸਿੱਖ ਦੀ ਚਾਹਨਾ ਹੈ, ਹਰੇਕ ਸਿੱਖ ਦੀ ਸ਼ਰਧਾ ਹੈ ਵੀ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਿਆ ਜਾਵੇ। ਇਸ ਲਈ ਇਹ ਰਸਤੇ ਵਾਲਾ ਜਿਹੜਾ ਮੈਟ ਵਿਛਿਆ ਹੋਇਆ ਗ੍ਰੀਨ ਕਲਰ ਦਾ, ਇਹਨੂੰ ਸਾਈਡਾਂ ਦੋਵਾਂ ਤੋਂ ਖਾਲੀ ਰਹਿਣ ਦਿੱਤਾ ਜਾਵੇ, ਤਾਂ ਜੋ ਮੱਥਾ ਟੇਕਣ ਵਾਲੀ ਸੰਗਤ ਨੂੰ ਕਿਸੇ ਕਿਸਮ ਦੀ ਕਿ ਕੋਈ ਪਰੇਸ਼ਾਨੀ ਜਿਹੜੀ ਹੈ ਨਾ ਹੋਵੇ, ਕਿਸੇ ਨੂੰ ਕੋਈ ਦਿੱਕਤ ਨਾ ਆਵੇ। ਇਹ ਮੈਂ ਬੇਨਤੀ ਸ਼ੁਰੂ ਵਿੱਚ ਤਾਂ ਕਰ ਦਿੱਤੀ ਹੈ ਕਿ ਜਦੋਂ ਤੁਹਾਡੀ ਸੁਰਤੀ ਬਿਰਤੀ ਇਤਿਹਾਸ ਦੇ ਪੱਤਰਿਆਂ ਨਾਲ ਜੁੜ ਜਾਏ ਤੇ ਫਿਰ ਅਸੀਂ ਇਸ ਤਰ੍ਹਾਂ ਦੀ ਅਨਾਉਂਸਮੈਂਟ ਕਰੀਏ ਤੇ ਤੁਹਾਡੀ ਸੁਰਤੀ ਜਿਹੜੀ ਹੈ ਉਹ ਭੰਗ ਹੋ ਜਾਂਦੀ ਹੈ। ਸੁਰਤੀ ਜੋੜਨ ਵਾਸਤੇ ਬੜਾ ਲੰਮਾ ਸਮਾਂ ਲੱਗਦਾ ਹੈ, ਲੇਕਿਨ ਸੁਰਤੀ ਟੁੱਟਣ ਲੱਗਿਆ ਇੱਕ ਛਿਨ ਵੀ ਜਿਹੜਾ ਉਹ ਨਹੀਂ ਲੱਗਦਾ। ਇਸ ਲਈ ਇਹਨਾਂ ਬੇਨਤੀਆਂ ਨੂੰ ਤੁਸੀਂ ਪ੍ਰਵਾਨ ਕੀਤਾ, ਮੈਂ ਤੁਹਾਡਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਿਰਪਾ ਕਰਨ। ਆਓ ਗੁਰੂ ਮਹਾਰਾਜ ਜੀ ਦੀ ਉਪਮਾ ਦੇ ਨਾਲ ਜੁੜਨ ਦਾ ਯਤਨ ਕਰੀਏ। ਪਹਿਲੀ ਵਾਰ ਇਸ ਸਟੇਜ ਉੱਤੋਂ ਖਲੋ ਕੇ ਤੁਹਾਡੇ ਦਰਸ਼ਨ ਕਰਨ ਦਾ ਮਾਣ ਜਿਹੜਾ ਉਹ ਪ੍ਰਾਪਤ ਹੋਇਆ। ਬੇਸ਼ੱਕ ਅਸੀਂ ਸਵਰਾਜ ਨਗਰ ਵਿੱਚ ਬਹੁਤ ਸਾਰੀ ਬੜੀ ਵਾਰ ਹਾਜ਼ਰੀ ਭਰਨ ਵਾਸਤੇ ਆਏ, ਕੋਟ ਬੁੱਢੇ ਬੜੀ ਵਾਰ ਹਾਜ਼ਰੀ ਭਰਨ ਵਾਸਤੇ ਆਏ, ਬਾਬਾ ਵੀਰ ਸਿੰਘ ਸਾਹਿਬ ਹੋਰਾਂ ਦੇ ਅਸਥਾਨ ਤੇ ਤੁਹਾਡੇ ਇਸ ਚਾਰ ਸਵੇਰੇ ਕਈ ਨਗਰਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਤਿਗੁਰੂ ਨੇ ਬਖਸ਼ਿਸ਼ ਕੀਤਾ। ਪਰ ਜਲ ਪਾਣੀ ਦੀ ਖੇਡ ਤੋਂ ਬਿਨਾਂ ਮਨੁੱਖ ਕਿਸੇ ਵੀ ਮਿਸ਼ਨ ਵਿੱਚ ਕਾਮਯਾਬ ਨਹੀਂ ਹੋ ਸਕਦਾ। ਸੋ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ, ਅੱਜ ਜਲ ਪਾਣੀ ਦੀ ਖੇਡ ਬਣੀ, ਤੁਹਾਡੇ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਮਾਣ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ। ਮੇਰੇ ਤੋਂ ਪਹਿਲਾਂ ਵੱਖ-ਵੱਖ ਵਿਦਵਾਨ ਸੱਜਣਾ ਨੇ ਗੁਰੂ ਪਾਤਸ਼ਾਹ ਮਹਾਰਾਜ ਦੇ ਘਰ ਦੀ ਉਪਮਾ, ਗੁਰੂ ਨਾਨਕ ਦੇ ਘਰ ਦੀ ਵਡਿਆਈ ਜਿੱਥੇ ਤੁਹਾਡੇ ਨਾਲ ਸਾਂਝੀ ਕੀਤੀ ਹੈ, ਉੱਥੇ ਅਕੈਡਮੀ ਦੇ ਬੱਚਿਆਂ ਵੱਲੋਂ ਵੱਖ-ਵੱਖ ਇਤਿਹਾਸਕ ਰਚਨਾਵਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ। ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਵੀ ਅਰਦਾਸ ਕਰਦਾ ਹਾਂ, ਗਰੀਬ ਨਵਾਜ ਪਾਤਸ਼ਾਹ ਜੀ ਕਿਰਪਾ ਕਰਨ। ਇਤਿਹਾਸ ਕੌਮਾਂ ਦੀ ਜਿੰਦ ਜਾਨ ਹੈ, ਇਤਿਹਾਸ ਕੌਮਾਂ ਦਾ ਸਰਮਾਇਆ। ਜਿਹੜੀਆਂ ਕੌਮਾਂ ਇਤਿਹਾਸ ਭੁੱਲ ਜਾਣ, ਉਹ ਸੰਸਾਰ ਦੇ ਤਖਤੇ ਤੋਂ ਨੇਸਤੋਂ ਨਬੂਦ ਹੋ ਜਾਂਦੀਆਂ, ਉਹਨਾਂ ਦਾ ਨਾਮੋ ਨਿਸ਼ਾਨ ਸੰਸਾਰ ਦੀ ਤਵਾਰੀਖ ਵਿੱਚੋਂ ਮੁੱਕ ਜਾਂਦਾ। ਸਿੱਖੀ ਨਵੀਨ ਯੁੱਗ ਦਾ ਧਰਮ ਹੈ। ਇਹਦੇ ਬਾਨੀ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ 15ਵੀਂ ਸਦੀ ਵਿੱਚ ਗੁਰੂ ਨਾਨਕ ਸਾਹਿਬ ਜੀ ਇਸ ਸੰਸਾਰ ਤੇ ਆਉਂਦੇ ਨੇ ਤੇ ਉਹ ਸੰਸਾਰ ਦੇ ਸਾਹਮਣੇ ਇੱਕ ਵੱਡਾ ਪੈਗਾਮ ਰੱਖਦੇ ਨੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਕੇਵਲ ਦੋ ਲਾਈਨਾਂ ਦਾ ਦੋਹਰਾ ਹੈ, ਦੋ ਲਾਈਨਾਂ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਪਰ ਜਦੋਂ ਦੋ ਲਾਈਨਾਂ ਖਲੋ ਕੇ ਗੁਰੂ ਕਾ ਸਿੱਖ ਜਿੱਥੇ ਵੀ ਅਰਦਾਸ ਕਰਦਾ ਹੈ, 8.25 ਅਰਬ ਮਨੁੱਖ ਦਾ ਭਲਾ ਮੰਗਿਆ ਜਾਂਦਾ। ਅੱਜ ਵਰਲਡ ਦੀ ਆਬਾਦੀ 8.25 ਅਰਬ ਦੇ ਕਰੀਬ ਹੈ। ਕਿਸੇ ਦੁਨੀਆ ਦੇ ਰਹਿਬਰ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਸਿਵਾਏ
ਸਰਬੱਤ ਦੇ ਭਲੇ ਦੀ ਗੱਲ ਨਹੀਂ ਕੀਤੀ, ਨਾ ਉਹਨਾਂ ਤੋਂ ਪਹਿਲਾਂ ਕਿਸੇ ਧਰਮ ਦੇ ਆਗੂ ਨੇ ਸਰਬੱਤ ਦੀ ਗੱਲ ਕੀਤੀ, ਨਾ ਉਹਨਾਂ ਦੇ ਸਮਕਾਲੀ ਸਮੇਂ ਵਿੱਚ ਹੀ ਕਿਸੇ ਨੇ ਗੱਲ ਕੀਤੀ, ਤੇ ਨਾ ਗੁਰੂ ਸਾਹਿਬਾਨਾਂ ਦੇ ਚਲੇ ਜਾਣ ਤੋਂ ਬਾਅਦ ਦੁਨੀਆ ਦੇ ਕਿਸੇ ਪੀਰ ਔਲੀਏ ਨੇ ਐਸਾ ਸੰਦੇਸ਼ ਸੰਸਾਰ ਦੇ ਸਾਹਮਣੇ ਰੱਖਿਆ। ਔਰ ਦੂਜੀ ਵੱਡੀ ਗੱਲ, ਗੁਰੂ ਨਾਨਕ ਦੇ ਘਰ ਦੇ ਚਾਰੇ ਦਰਵਾਜ਼ੇ ਚੌਂ ਵਰਗਾਂ ਵਾਸਤੇ 24 ਘੰਟੇ ਖੁੱਲੇ ਰਹਿੰਦੇ ਨੇ, ਭਾਵੇਂ ਕੋਈ ਜਦੋਂ ਮਰਜ਼ੀ ਆਵੇ ਤੇ ਜਦੋਂ ਮਰਜ਼ੀ ਚਲਿਆ ਜਾਵੇ। ਇਸ ਘਰ ਵਿੱਚ ਮੱਥਾ ਟੇਕਣ ਵਾਲੇ ਨੂੰ ਧਰਮ ਨਹੀਂ ਪੁੱਛਿਆ ਜਾਂਦਾ, ਇਸ ਘਰ ਵਿੱਚ ਮੱਥਾ ਟੇਕਣ ਵਾਲੇ ਨੂੰ ਜਾਤ ਨਹੀਂ ਪੁੱਛੀ ਜਾਂਦੀ, ਇਸ ਘਰ ਵਿੱਚ ਮੱਥਾ ਟੇਕਣ ਵਾਲੇ ਨੂੰ ਇਹ ਨਹੀਂ ਪੁੱਛਿਆ ਜਾਂਦਾ ਵੀ ਤੂੰ ਕਿੱਥੋਂ ਚੱਲ ਕੇ ਆਇਆ। ਜਿੱਥੇ ਸਿੱਖ ਸ਼ਰਧਾ ਨਾਲ ਮੱਥਾ ਟੇਕਦਾ ਉੱਥੇ ਟੋਕਰੀ ਢੋਣ ਵਾਲਾ ਆਣ ਕੇ ਮੱਥਾ ਟੇਕਦਾ, ਜਿੱਥੇ ਟੋਕਰੀ ਢੋਣ ਵਾਲਾ ਮੱਥਾ ਟੇਕ ਕੇ ਉੱਥੇ ਕਿਰਤ ਕਰਨ ਵਾਲਾ ਆਣ ਕੇ ਮੱਥਾ ਟੇਕਦਾ, ਤੇ ਜਿੱਥੇ ਕਿਰਤ ਕਰਨ ਵਾਲਾ ਮੱਥਾ ਟੇਕਦਾ ਉੱਥੇ ਮਜ਼ਦੂਰ ਆਣ ਕੇ ਮੱਥਾ ਟੇਕਦਾ, ਕਿਉਂਕਿ ਗੁਰੂ ਨਾਨਕ ਦਾ ਘਰ ਸਾਰਿਆਂ ਦੇ ਵਾਸਤੇ ਸਾਂਝਾ। ਇਸ ਸੱਚ ਦੇ ਘਰ ਨੂੰ ਨੇਸਤੋ ਨਬੂਦ ਕਰਨ ਵਾਸਤੇ ਬਾਬਰ ਤੋਂ ਲੈ ਕੇ ਹੁਣ ਤੱਕ ਕੁਝ ਯਤਨ ਹੁੰਦੇ ਆਏ, ਸਰਕਾਰਾਂ ਟਿੱਲ ਲਾ ਟੀਆਂ ਗੁਰੂ ਨਾਨਕ ਦੇ ਘਰ ਨੂੰ ਖਤਮ ਕਰ ਦੇਣਾ, ਲੇਕਿਨ ਉਹ ਗੁਰੂ ਨਾਨਕ ਦੇ ਘਰ ਨੂੰ ਖਤਮ ਤੇ ਨਾ ਕਰ ਸਕੀਆਂ। ਸਮੇਂ ਅਨੁਸਾਰ ਆਪ ਇਸ ਸੰਸਾਰ ਤੋਂ ਕੂਚ ਹੋ ਗਈਆਂ। ਜੇ 20ਵੀਂ ਸਦੀ ਦਾ ਇਤਿਹਾਸ ਪੜ੍ਹ ਕੇ ਵੇਖਿਆ ਜਾਵੇ, 20ਵੀਂ ਸਦੀ ਦੇ ਹੁਕਮਰਾਨ ਕਹਿੰਦੇ ਸਨ ਇਹ ਕਿਸੇ ਕੋਲੋਂ ਨਹੀਂ ਮੁੱਕੇ, ਲੇਕਿਨ ਅਸੀਂ ਇਹਨਾਂ ਨੂੰ ਮੁਕਾ ਕੇ ਸਾਹ ਲਵਾਂਗੇ। 70 ਕਰੋੜ ਆਬਾਦੀ ਦੀ ਮਾਲਕ ਹੈ ਹਿੰਦੁਸਤਾਨ ਦੀ ਪ੍ਰਾਈਮ ਮਿਨਿਸਟਰ ਦਾ ਕੀਰਤਨ ਸੋਲਾ ਜਿਸ ਤਰ੍ਹਾਂ ਗੁਰੂ ਨਾਨਕ ਦੇ ਸਿੱਖਾਂ ਨੇ ਪੜ੍ਹਿਆ, ਉਹ ਕਿਸੇ ਕੋਲੋਂ ਲੁਕੀ ਛਿਪੀ ਗੱਲ ਨਹੀਂ। ਸੋ ਮੈਂ ਸੋਹਣਿਆਂ ਦੇ ਸੁਲਤਾਨ ਮਹਾਬਲੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਦੂਸਰੀ ਜੰਗ ਦਾ ਵਰਣਨ ਤੁਹਾਡੇ ਨਾਲ ਕਰਨ ਲੱਗਾ ਹਾਂ, ਕਿਉਂਕਿ ਮੈਨੂੰ ਜਿਸ ਦਿਨ ਹੁਕਮ ਲਾਇਆ ਤੁਸੀਂ ਉਸ ਦਿਨ ਹੀ ਮੇਰੇ ਤੇ ਸੇਵਾ ਲਾ ਦਿੱਤੀ ਸੀ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕਰਨੀ ਨਾਮੇ ਵਿੱਚੋਂ ਦੂਜੀ ਜੰਗ ਦਾ ਵਰਣਨ ਜਿਹੜਾ ਉਹ ਸਿੱਖ ਸੰਗਤ ਨਾਲ ਸਾਂਝਾ ਕਰਨਾ। ਤੇ ਨਾਲੇ ਸਿਫਾਰਿਸ਼ ਹੋ ਗਈ ਭਈ ਇੱਕ ਛੰਦ ਜਿਹੜਾ ਤੁਹਾਡਾ ਨੈਟ ਤੇ ਬੜਾ ਚੱਲ ਰਿਹਾ, ਢਾਇਆ ਫੌਜ ਨੇ ਦਾ ਤਖਤ ਅਕਾਲ ਦਾ ਬਾਲ ਬੱਚੇ ਮਾਰੇ ਸਿੰਘਾਂ ਦੇ, ਇਹ ਸਿੱਖ ਸੰਗਤ ਦੇ ਨਾਲ ਸਾਂਝਾ ਕੀਤਾ ਜਾਵੇ। ਆਪਣੇ 1.5 ਘੰਟੇ ਦੇ ਸਮੇਂ ਵਿੱਚ ਇਹ ਤੁਹਾਡੀਆਂ ਫਰਮਾਇਸ਼ਾਂ ਤੇ ਤੁਹਾਡਾ ਹੁਕਮ ਮੰਨਣ ਦਾ ਮੈਂ ਯਤਨ ਕਰਕੇ ਗੁਰੂ ਦੇ ਘਰ ਦੀ ਉਪਮਾ ਤੁਹਾਡੇ ਨਾਲ ਕਰਨੀ ਚਾਹੁੰਦਾ। ਵੱਡਾ ਜਾਤ ਦੇ ਨਾਲ ਨਾ ਕੋਈ ਹੋਵੇ, ਵੱਡਾ ਉਹ ਜੋ ਕਿਸੇ ਲਈ ਮਰਨ ਜਾਣੇ, ਰੋਂਦਾ ਵੇਖ ਕੇ ਕਿਸੇ ਨੂੰ ਤੜਫ ਉੱਠੇ, ਦੁੱਖ ਦਿਲ ਤੇ ਕਿਸੇ ਦਾ ਜਰਨ ਜਾਣੇ, ਦੇਸ਼ ਕਾਮ ਨੂੰ ਪਵੇ ਜੇ ਲੋੜ ਆਉਂਦੀ, ਲਾੜੀ ਮੌਤ ਵੀ ਹੱਸ ਕੇ ਵਰਨ ਜਾਣੇ, ਨਿਰਾ ਮੂੰਹ ਦੇ ਨਾਲ ਨਾ ਜੋਸ਼ ਦੱਸੇ, ਪਰ ਕੁਝ ਹੱਥਾਂ ਦੇ ਨਾਲ ਵੀ ਕਰਨ ਜਾਣੇ। ਸਤਿਗੁਰੂ ਜੀ ਨੂੰ ਸੀਸ ਝੁਕਾ ਕੇ ਸਾਰੀ ਸੰਗਤ ਪਿਆਰ ਸਤਿਕਾਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅੰਮ੍ਰਿਤਸਰ ਸਾਹਿਬ ਦੀ ਪਹਿਲੀ ਜੰਗ ਜਿੱਤਣ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵੱਖਰੇ ਵੱਖਰੇ ਇਲਾਕਿਆਂ ਨੂੰ ਤਾਰਦੇ ਹੋਏ ਦੁਆਬੇ ਦੀ ਧਰਤੀ ਤੇ ਸਿੱਖ ਸੰਗਤ ਨੂੰ ਤਾਰ ਰਹੇ ਨੇ। ਦੁਆਬੇ ਦੀ ਧਰਤੀ ਨੂੰ ਸਾਉਣ ਭਾਦਰੋਂ ਦਾ ਮਹੀਨਾ ਆਉਣ ਵਾਲਾ ਸੀ। ਇੱਕ ਸਿੱਖ ਨੇ ਆਣ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਆਖਿਆ, ਗਰੀਬ ਨਵਾਜ਼ ਸੱਚੇ ਪਾਤਸ਼ਾਹ, ਬਿਆਸ ਦਰਿਆ ਤੋਂ ਪਰਲੇ ਬੰਨੇ ਬਾਗ ਪਿੰਡ ਦਾ ਏਰੀਆ ਬੜਾ ਸੁਹਾਵਣਾ ਏਰੀਆ, ਸਾਡੀ ਬੇਨਤੀ ਹੈ ਕਿ ਤੁਸੀਂ ਉਸ ਪਿੰਡ ਵਿੱਚ ਜਾ ਕੇ ਇਹ ਵਰਖਾ ਰੁੱਤ ਦਾ ਸਮਾਂ ਜਿਹੜਾ ਗੁਜ਼ਾਰੋ, ਕਿਉਂਕਿ ਬਿਆਸ ਦਰਿਆ ਦਾ ਕੰਢਾ ਹੋਣ ਦੇ ਪਾਸੇ ਉਹ ਬੰਨਾ ਉੱਚਾ ਹੈ, ਖੋਬੇ ਚਿੱਕੜ ਦਾ ਕੋਈ ਡਰ ਨਹੀਂ, ਵਸੋਂ ਵੀ ਬੜੀ ਚਾਰ ਸਵੇਰੇ ਘੱਟ ਹੈ, ਉੱਥੇ ਸ਼ਿਕਾਰ ਦਾ ਵੀ ਬੜਾ ਵੱਡਾ ਪ੍ਰਬੰਧ ਹੈ। ਇਸ ਲਈ ਤੁਸੀਂ ਬੇਨਤੀ ਮੰਨੋ ਤੇ ਬਾਗ ਪਿੰਡ ਵਿੱਚ ਆਣ ਕੇ ਚਰਨ ਪਾਓ। ਲਾਗੇ ਕੋ ਸਿੱਖਾਂ ਨੇ ਹੋਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਾਗ ਪਿੰਡ ਨਾਲੋਂ ਵੀ ਰਹੇਲੇ ਪਿੰਡ ਦੀ ਜਗ੍ਹਾ ਜਿਹੜੀ ਹੈ ਨਾ, ਜਿਹਨੂੰ ਰਹੇਲੇ ਦਾ ਥੇ ਆਖਿਆ ਜਾਂਦਾ ਹੈ, ਉਹ ਉਸ ਤੋਂ ਵੀ ਸੁਹਾਵਣੀ ਹੈ। ਹੁਣ ਤੁਸੀਂ ਨਿਰਣਾ ਕਰ ਲਵੋ ਕਿ ਬਾਗ ਪਿੰਡ ਵਿੱਚ ਰੁਕਣਾ ਹੈ ਕਿ ਜਾਂ ਰਹੇਲੇ ਦੇ ਥੇ ਤੇ ਜਾ ਕੇ ਰੁਕਣਾ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਸਿੱਖਾਂ ਦੀ ਬੇਨਤੀ ਪ੍ਰਵਾਨ ਕਰਨ ਤੋਂ ਬਾਅਦ ਇਸ ਸਿੱਟੇ ਤੇ ਪੁੱਜੇ ਕਿ ਸਾਨੂੰ ਰਹੇਲੇ ਦੇ ਥੇ ਤੇ ਜਾ ਕੇ ਟਿਕਾਓ ਜਿਹੜਾ ਉਹ ਕਰਨਾ ਚਾਹੀਦਾ। ਮਹਾਰਾਜ ਨੇ ਸਭ ਤੋਂ ਪਹਿਲਾਂ ਗੁਰੂ ਘਰ ਦੇ ਮਹਾਨ ਜਰਨੈਲ ਪੈਂਦੇ ਖਾਨ ਨੂੰ ਸੱਦ ਕੇ ਆਖਿਆ, ਪੈਂਦੇ ਖਾਨ, ਤੈਨੂੰ ਛੁੱਟੀ ਦਿੱਤੀ ਜਾਂਦੀ ਹੈ, ਤੂੰ ਆਪਣੇ ਪਰਿਵਾਰ ਵਿੱਚ ਚਲਿਆ ਜਾ, ਜਦੋਂ ਤੇਰੀ ਜ਼ਰੂਰਤ ਹੋਵੇਗੀ ਤੈਨੂੰ ਵਿਸ਼ੇਸ਼ ਸੱਦਾ ਦੇ ਕੇ ਅਸੀਂ ਤੇਰੇ ਪਿੰਡ ਵਿੱਚੋਂ ਤੈਨੂੰ ਬੁਲਾ ਲਵਾਂਗੇ। ਮਹਾਰਾਜ ਦਾ ਹੁਕਮ ਪਾ ਕੇ ਜਰਨੈਲ ਪੈਂਦੇ ਖਾਨ ਆਪਣੇ ਵੀਰ ਪਿੰਡ ਜਲੰਧਰ ਦੇ ਨੇੜੇ ਨੂੰ ਰਵਾਨਾ ਹੋ ਤੁਰਿਆ। ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਹੋਰਾਂ ਨੂੰ ਸੱਦ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਹੁਕਮ ਦਿੱਤਾ, ਬੇਟਾ ਗੁਰਦਿੱਤਾ ਜੀ, ਤੁਸੀਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਚਲੇ ਜਾਓ,
ਮਹਾਰਾਜ ਦਾ ਹੁਕਮ ਪਾ ਕੇ ਬਾਬਾ ਗੁਰਦਿੱਤਾ ਸਾਹਿਬ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆ ਗਏ। ਗਰੀਬ ਨਿਵਾਸ ਸੱਚੇ ਪਾਤਸ਼ਾਹ ਦੁਆਬੇ ਵਿੱਚੋਂ ਦਰਿਆ ਬਿਆਸ ਪਾਰ ਕਰਨ ਤੋਂ ਬਾਅਦ ਹਰਗੋਬਿੰਦਪੁਰ ਦੇ ਏਰੀਏ ਵਿੱਚ ਰਹੇਲੇ ਦੇ ਛੇ ਉੱਤੇ ਆਣ ਕੇ ਪੁੱਜੇ ਨੇ। ਇਹ ਜਗ੍ਹਾ ਉਸ ਤਰ੍ਹਾਂ ਦੀ ਸੀ ਜਿਸ ਤਰ੍ਹਾਂ ਦੀ ਗੁਰੂ ਕੇ ਸਿੱਖਾਂ ਨੇ ਦੱਸੀ। ਬੜੇ ਖੁਸ਼ ਹੋਏ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਰਣਮੀਕ ਏਰੀਆ ਵੇਖ ਕੇ ਵਰਖਾ ਦਾ ਸੁਹਾਵਣਾ ਸਮਾਂ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਗੁਜ਼ਾਰਨਾ ਚਾਹੁੰਦੇ ਨੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਆਪਣੇ ਮਹਾਨ ਜਰਨੈਲ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਹੁਕਮ ਦਿੱਤਾ, ਬਿਧੀ ਚੰਦ ਸਾਹਿਬ ਇਸ ਜਗ੍ਹਾ ਉੱਤੇ ਇੱਕ ਨਗਰ ਵਸਾਇਆ ਜਾਵੇ ਔਰ ਉਸ ਨਗਰ ਦੇ ਦੁਆਲੇ ਇੱਕ ਮਜ਼ਬੂਤ ਕੋਟ ਉਸਾਰਿਆ ਜਾਵੇ ਤਾਂ ਜੋ ਦਰਵਾਨੇ ਕਿਸੇ ਵੀ ਤਰੀਕੇ ਨਾਲ ਉਸ ਨਗਰ ਤੇ ਹਮਲਾ ਨਾ ਕਰ ਸਕਣ। ਮਹਾਰਾਜ ਦਾ ਹੁਕਮ ਪਾ ਕੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਸੀਸ ਝੁਕਾਇਆ। ਸੱਚੇ ਪਾਤਸ਼ਾਹ ਜਿਵੇਂ ਆਪ ਜੀ ਦਾ ਹੁਕਮ ਹੈ, ਜਿਵੇਂ ਆਪ ਜੀ ਦੀ ਆਗਿਆ ਹੈ, ਸਿੱਖ ਤੁਹਾਡੇ ਹੁਕਮ ਤੋਂ ਕਈ ਜਨਮ ਕੁਰਬਾਨ ਹੋਣ ਵਾਸਤੇ ਤਿਆਰ ਨੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਆਪਣੇ ਹੱਥੀਂ ਇਸ ਨਗਰ ਦੀ ਮੋੜੀ ਗੱਡੀ, ਜਿਹਨੂੰ ਅਸੀਂ ਨੀਂਹ ਪੱਥਰ ਕਹਿੰਦੇ ਆ, ਨੀਂਹ ਪੱਥਰ ਰੱਖ ਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਕੋਟ ਉਸਾਰਨਾ ਸ਼ੁਰੂ ਕੀਤਾ। ਇਸ ਇਲਾਕੇ ਦੇ ਚੌਧਰੀ ਭਗਵਾਨ ਦਾਸ ਘੇਰੜ ਨੂੰ ਪਤਾ ਲੱਗਾ, ਜਿਹੜਾ ਦੀਵਾਨ ਚੰਦੂ ਦਾ ਬੜਾ ਨਿਕਟਵਰਤੀ ਰਿਸ਼ਤੇਦਾਰ ਸੀ, ਆਪਣੇ ਹਮ ਖਿਆਲੀ ਬੰਦਿਆਂ ਨੂੰ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਆਇਆ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਮੱਥਾ ਟੇਕਣ ਦੀ ਜਗ੍ਹਾ ਉਹਨੇ ਜੋ ਮੂੰਹ ਆਇਆ ਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਕਹਿਣਾ ਸ਼ੁਰੂ ਕੀਤਾ। ਜੋ ਮੂੰਹ ਆਇਆ ਉਹਦੇ ਬੰਦਿਆਂ ਨੇ ਸਰਕਾਰ ਦੇ ਜ਼ੋਰ ਨਾਲ ਜਿਹੜੀਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਮਰਿਆਂ ਦੀਆਂ ਕੰਧਾਂ ਉਸਾਰੀਆਂ ਹੋਈਆਂ ਸਨ ਜਾਂ ਕੋਟ ਉਸਾਰਿਆ ਹੋਇਆ ਸੀ, ਉਹਨਾਂ ਨੂੰ ਢਾਉਣਾ ਸ਼ੁਰੂ ਕਰ ਦਿੱਤਾ। ਗਰੀਬ ਨਿਵਾਸ ਸੱਚੇ ਪਾਤਸ਼ਾਹ ਦੀ ਸ਼ਾਨ ਵਿੱਚ ਕਈ ਐਸੇ ਭੱਦੇ ਸ਼ਬਦ ਚੌਧਰੀ ਭਗਵਾਨ ਦਾਸ ਘੇਰੜ ਨੇ ਬੋਲੇ ਜਿਨ੍ਹਾਂ ਨੂੰ ਸੁਣ ਕੇ ਸਹਾਰ ਨਾ ਸਕੇ ਗੁਰੂ ਮਹਾਰਾਜ ਜੀ ਦੇ ਸਿੱਖ। ਤੁਹਾਡੀ ਤਰ੍ਹਾਂ ਦਰਬਾਰ ਲੱਗਾ ਹੋਇਆ, ਇੱਕ ਬੰਨੇ ਸੱਚੇ ਪਾਤਸ਼ਾਹ ਦੇ ਸਿੱਖ ਬੈਠੇ ਹੋਏ ਨੇ, ਜਿਨ੍ਹਾਂ ਵਿੱਚ ਗੁਰੂ ਘਰ ਦਾ ਮਹਾਨ ਜਰਨੈਲ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਬੈਠਾ ਹੋਇਆ, ਭਾਈ ਜੱਟੂ ਜੀ ਬੈਠੇ ਹੋਏ ਨੇ, ਭਾਈ ਨਾਨੂ ਜੀ ਬੈਠੇ ਹੋਏ ਨੇ, ਭਾਈ ਕਲਿਆਣਾ ਜੀ ਬੈਠੇ ਹੋਏ ਨੇ, ਭਾਈ ਪਰਾਗਾ ਜੀ ਬੈਠੇ ਹੋਏ ਨੇ, ਭਾਈ ਮਥਰਾ ਜੀ ਬੈਠੇ ਹੋਏ ਨੇ, ਭਾਈ ਮੂਲਕ ਆਦ ਅਨੇਕਾਂ ਸਿੱਖ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਬਾਰ ਵਿੱਚ ਬੈਠੇ ਗੁਰਦੇਵ ਸੱਚੇ ਪਾਤਸ਼ਾਹ ਦੇ ਪਿੱਤਰ ਬਚਨ ਸੁਣ ਕੇ ਦੇਵਤਿਆਂ ਦੀ ਤਰ੍ਹਾਂ ਝੂਮ ਰਹੇ ਨੇ। ਇੱਕ ਬੰਨੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਦਾ ਤਖਤ ਲੱਗਾ ਹੋਇਆ, ਮੀਰੀ ਪੀਰੀ ਦੇ ਮਾਲਕ ਸੋਹਣਿਆਂ ਦੇ ਸੁਲਤਾਨ ਮਹਾਬਲੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤਖਤ ਤੇ ਸਮਾਏ ਮਾਨ ਨੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਗਲ ਵਿੱਚ ਦੋ ਤਲਵਾਰਾਂ ਮੀਰੀ ਤੇ ਪੀਰੀ ਦੀਆਂ ਸੋਭਾ ਪਾਰੀਆਂ ਨੇ, ਕਿਉਂਕਿ ਹੁਕਮ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਲਾ ਗਏ ਸਨ। ਸੰਤ ਸੂਰਮੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੂੰ ਸੱਦ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹੁਕਮ ਦਿੱਤਾ ਸੀ, ਬਾਬਾ ਜੀ ਆਉਣ ਵਾਲਾ ਸਮਾਂ ਜਿਹੜਾ ਬੜਾ ਭਿਆਨਕ ਹੈ, ਸਿੱਖ ਨੂੰ ਮਾਲਾ ਦੇ ਨਾਲ ਨਾਲ ਤਲਵਾਰ ਵੀ ਪਕੜਨੀ ਚਾਹੀਦੀ ਹੈ। ਇਸ ਲਈ ਸਾਹਿਬਜ਼ਾਦੇ ਨੂੰ ਸ਼ਸਤਰ ਵਿਦਿਆ ਸਿਖਾਈ ਜਾਵੇ। ਗੁਰੂ ਅਰਜਨ ਦੇਵ ਮਹਾਰਾਜ ਦਾ ਹੁਕਮ ਮੰਨ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹੋਰਾਂ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਿੱਖਿਆ ਸ਼ਸਤਰ ਵਿਦਿਆ ਦੀ ਦਿੱਤੀ ਗਈ ਔਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਗਲ ਵਿੱਚ ਦੋ ਤਲਵਾਰਾਂ ਵੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹੋਰਾਂ ਵੱਲੋਂ ਪਹਿਨਾਈਆਂ ਗਈਆਂ। ਜਿਸ ਸਾਲ ਗੁਰੂ ਅਰਜਨ ਦੇਵ ਜੀ ਸ਼ਹੀਦ ਹੁੰਦੇ ਨੇ 1606 ਵਿੱਚ, ਉਸੇ ਸਾਲ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਗਲ ਵਿੱਚ ਦੋ ਤਲਵਾਰਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹੋਰਾਂ ਵੱਲੋਂ ਪਾਈਆਂ ਜਾਂਦੀਆਂ। ਜਦੋਂ ਪਹਿਲੀ ਤਲਵਾਰ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਗਲ ਵਿੱਚ ਪਾਈ, ਅਸੀਂ ਆਮ ਤੌਰ ਤੇ ਸਾਰੇ ਮੁੱਢ ਕਦੀਮ ਤੋਂ ਲੈ ਕੇ ਸੱਜੇ ਬੰਨੇ ਤੋਂ ਖੱਬੇ ਬੰਨੇ ਸ੍ਰੀ ਸਾਹਿਬ ਪਹਿਨ ਰਹੇ ਹਾਂ, ਅੱਜ ਵੀ ਪਹਿਨਿਆ ਜਾ ਰਿਹਾ, ਗਾਂ ਵੀ ਪਹਿਨਿਆ ਜਾਂਦਾ ਰਹੇਗਾ। ਲੇਕਿਨ ਬਾਬਾ ਬੁੱਢਾ ਸਾਹਿਬ ਜੀ ਹੋਰਾਂ ਨੇ ਖੱਬੇ ਬੰਨਿਓ ਸੱਜੇ ਬੰਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਗਲ ਵਿੱਚ ਜਦੋਂ ਤਲਵਾਰ ਪਹਿਨਾਈ, ਕੁਝ ਈਰਖਾਲੂ ਸਿੱਖਾਂ ਨੇ ਉੱਠ ਕੇ ਇਸ ਗੱਲ ਦਾ ਇਤਰਾਜ਼ ਜਤਾਉਣਾ ਸ਼ੁਰੂ ਕੀਤਾ ਕਿ ਰਾਜੇ ਮਹਾਰਾਜੇ ਮੁੱਢ ਕਦੀਮ ਤੋਂ ਲੈ ਕੇ ਸੱਜੇ ਬੰਨਿਓ ਖੱਬੇ ਬੰਨੇ ਤਲਵਾਰ ਪਾਉਂਦੇ ਆਏ ਨੇ, ਬਾਬਾ ਬੁੱਢਾ ਸਾਹਿਬ ਜੀ ਨੇ ਖੱਬੇ ਬੰਨਿਓ ਸੱਜੇ ਬੰਨੇ ਪਾਈ ਹੈ। ਇੱਕ ਨੇ ਵਿੱਚੋਂ ਆਖਿਆ ਬਾਬਾ ਬੁੱਢਾ ਸਾਹਿਬ ਵਡੇਰੀ ਉਮਰ ਦੇ ਹੋ ਚੁੱਕੇ ਨੇ, ਸ਼ਾਇਦ ਬਾਬਾ ਬੁੱਢਾ ਸਾਹਿਬ ਹੋਰਾਂ ਨੂੰ ਇਸ ਗੱਲ ਦੀ ਸੋਝੀ ਨਹੀਂ ਰਹੀ ਕਿ ਤਲਵਾਰ ਸੱਜੇ ਬੰਨਿਓ ਪਾਈ ਜਾਣੀ ਚਾਹੀਦੀ ਆ। ਸਰੀਰ ਕਰਕੇ ਤੇ ਬਾਬਾ ਬੁੱਢਾ ਸਾਹਿਬ ਬੁੱਢੇ ਹੋ ਸਕਦੇ ਨੇ, ਪਰ ਆਤਮਾ ਕਰਕੇ ਬਾਬਾ ਬੁੱਢਾ ਸਾਹਿਬ ਜੀ ਕਦੇ ਬੁੱਢੇ ਨਹੀਂ, ਗੁਰਮੁਖ ਬੁੱਢੇ ਕਦੇ ਨਹੀਂ। ਜਿਨ ਅੰਤਰ ਸੁਰਤ ਗਿਆਨ, ਅਸੀਂ ਸਰੀਰ ਕਰਕੇ ਕਹਿ ਦਿੰਦੇ ਆ ਕਿ ਫਲਾਣਾ ਬੁੱਢਾ ਹੋ ਗਿਆ, ਲੇਕਿਨ ਰੱਬ ਨੂੰ ਮੰਨਣ ਵਾਲੇ ਜੀਵ ਸਰੀਰ ਕਰਕੇ ਤੇ ਬੁੱਢੇ ਹੋ ਸਕਦੇ ਨੇ, ਪਰ ਗਿਆਨ ਕਰਕੇ ਆਤਮਾ ਕਰਕੇ ਕਦੇ ਬੁੱਢੇ ਨਹੀਂ ਹੁੰਦੇ। ਇਹਨਾਂ ਦੇ ਦਿਲ ਦੀਆਂ ਸ਼ੰਕਾ ਐਨ ਸਿਖਰ ਨੂੰ ਚੜ੍ਹਦੀਆਂ ਜਾ ਰਹੀਆਂ ਸਨ ਜਾਂ ਬਾਬਾ ਬੁੱਢਾ ਸਾਹਿਬ ਜੀ ਹੋਰਾਂ ਨੇ ਦੂਜੀ ਤਲਵਾਰ ਸੱਜੇ ਬੰਨਿਓ ਖੱਬੇ ਬੰਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਗਲ ਵਿੱਚ ਪਾ ਦਿੱਤੀ। ਜਦੋਂ ਦੋ ਤਲਵਾਰਾਂ ਪਾਈਆਂ, ਸ਼ੰਕਾਵਾਦੀਆਂ ਨੇ ਫੇਰ ਇਤਰਾਜ਼ ਜਤਾਇਆ, ਤਲਵਾਰ ਇੱਕ ਪਾਈ ਜਾਂਦੀ ਹੈ,
ਲੇਕਿਨ ਬਾਬਾ ਬੁੱਢਾ ਸਾਹਿਬ ਨੇ 2 ਤਲਵਾਰਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਗਲ ਵਿੱਚ ਪਾ ਦਿੱਤੀਆਂ। ਦਿਲਾਂ ਦੀ ਜਾਣਨਹਾਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕਹਿ ਰਹੇ ਨੇ, ਗੁਰਮਖੋ ਜਿਸ ਗੁਰੂ ਦੇ ਗਲ ਵਿੱਚ ਮੈਂ 2 ਤਲਵਾਰਾਂ ਪਾਈਆਂ, 2 ਤਲਵਾਰਾਂ ਦੀਆਂ ਪਿੱਠਾਂ ਆਪਸ ਵਿੱਚ ਜੋੜ ਦਈਆਂ ਜਾਣ, ਸ਼ਕਲ ਖੰਡੇ ਦੀ ਬਣ ਜਾਂਦੀ ਹੈ। ਜਿਸ ਗੁਰੂ ਦੇ ਗਲ ਵਿੱਚ 2 ਤਲਵਾਰਾਂ ਪਾਈਆਂ ਗਈਆਂ, ਕਦੇ ਸਮਾਂ ਆਵੇਗਾ ਇਸ ਗੁਰੂ ਦੇ ਘਰ ਵਿੱਚ ਇੱਕ ਮਹਾਨ ਸ਼ਖਸ ਪੈਦਾ ਹੋਵੇਗਾ, ਜਿਹੜਾ ਇਸ ਖੰਡੇ ਦੀ ਧਾਰ ਵਿੱਚੋਂ ਇੱਕ ਐਸਾ ਪੰਥ ਸਾਜੇਗਾ ਜਿਹੜਾ ਦੁਨੀਆ ਦੇ ਇਤਿਹਾਸ ਅੰਦਰ ਇੱਕ ਨਿਵੇਕਲਾ ਪੰਥ ਹੋਵੇਗਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਪੋਤਰੇ ਸਰਬੰਸ ਦਾਨੀ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਖਾਲਸਾ ਪੰਥ ਸਾਜਦੇ ਨੇ। ਸੋ ਮਹਾਰਾਜ ਦਾ ਦਰਬਾਰ ਲੱਗਾ ਹੋਇਆ। ਇੱਕ ਬੰਨੇ ਗੁਰੂ ਹਰਗੋਬਿੰਦ ਸਾਹਿਬ ਜੀ ਤਖਤ ਤੇ ਬੈਠੇ ਨੇ, ਤੁਹਾਡੀ ਤਰ੍ਹਾਂ ਸੰਗਤ ਬੈਠੀ ਹੈ। ਚੌਧਰੀ ਭਗਵਾਨ ਦਾਸ ਘੇਰੜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿੰਦਾ, ਮਹਾਰਾਜ ਡੇਰਾ ਚੁੱਕੋ, ਰਾਤੋਂ ਰਾਤ ਨੱਸ ਜਾਓ, ਨਹੀਂ ਤੇ ਮੇਰੇ ਤੋਂ ਖਤਰਨਾਕ ਬੰਦਾ ਕੋਈ ਨਹੀਂ। ਮਹਾਰਾਜ ਤੁਸੀਂ ਬਿਨਾਂ ਸਰਕਾਰ ਦੀ ਮਨਜ਼ੂਰੀ ਤੋਂ ਇੱਥੇ ਕੋਟ ਉਸਾਰਨਾ ਸ਼ੁਰੂ ਕੀਤਾ, ਲੋਕ ਭੁੱਖ ਨਾਲ ਮਰ ਰਹੇ ਨੇ। ਤੁਹਾਡੇ ਸਿੱਖ ਅੱਧੀ ਰਾਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਕੋਈ ਕੀਰਤਨ ਕਰਨ ਲੱਗ ਪੈਂਦਾ, ਕੋਈ ਵਾਹਿਗੁਰੂ ਦਾ ਜਾਪ ਕਰਨ ਲੱਗ ਪੈਂਦਾ, ਕੋਈ ਬਾਣੀ ਪੜ੍ਹਨ ਲੱਗ ਪੈਂਦਾ, ਕੋਈ ਨੇਜਾਬਾਜੀ ਤੇ ਘੋੜਸਵਾਰੀ ਸਿੱਖਣੀ ਸ਼ੁਰੂ ਕਰ ਦਿੰਦਾ। ਮਹਾਰਾਜ ਭਲਾਈ ਇਸੇ ਵਿੱਚ ਹੈ ਭਈ ਤੁਸੀਂ ਇਹ ਇਲਾਕਾ ਛੱਡ ਕੇ ਚਲੇ ਜਾਓ। ਮਾਣ ਵਿੱਚ ਆਇਆ ਚੌਧਰੀ ਭਗਵਾਨ ਦਾਸ ਘੇਰੜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦੀਵਾਨ ਵਿੱਚ ਖਲੋ ਕੇ ਜੋ ਕੁਝ ਕਹਿੰਦਾ ਉਹਦਾ ਵੇਰਵਾ ਇਹਨਾਂ 4 ਸ਼ਬਦਾਂ 'ਚ ਇੰਜ ਬਿਨੇ ਕੀਤਾ ਜਾ ਰਿਹਾ। ਬੋਲੇ ਭਗਵਾਨ ਪਰ ਆਗਮਾਨ ਚ, ਗੱਜਦਾ ਖਲੋ ਕੇ ਗੁਰੂ ਕੇ ਦੀਵਾਨ ਚ। ਉਹ ਤੁਹਾਨੂੰ ਸਮਝਾਉਣ ਲਈ ਮੈਂ ਆਇਆ, ਚੱਲ ਜੇ ਉੱਠ ਜਾਓ ਇੱਜ਼ਤ ਨਾਲ ਚੰਗੀ ਗੱਲ ਜੇ। ਬੋਲੇ ਭਗਵਾਨ ਪਰ ਆਗਮਾਨ ਚ, ਗੱਜਦਾ ਖਲੋ ਕੇ ਗੁਰੂ ਕੇ ਦੀਵਾਨ ਚ। ਉਹ ਤੁਹਾਨੂੰ ਸਮਝਾਉਣ ਲਈ ਮੈਂ ਆਇਆ, ਚੱਲ ਜੇ ਉੱਠ ਜਾਓ ਇੱਜ਼ਤ ਨਾਲ ਚੰਗੀ ਗੱਲ ਜੇ। ਤੁਹਾਨੂੰ ਇੱਥੇ ਕਿੰਨੇ ਸੀ ਸੁਨੇਹਾ ਕੱਲਿਆ, ਕੰਮ ਨਾ ਕੁਕਾਰਿਆ ਵੇ ਪਿੰਡ ਮੱਲਿਆ। ਉਹ ਬਚਦੀ ਬਚਾ ਕੇ ਲੈ ਜੋ ਇਥੋਂ ਭੱਲ ਜੇ, ਉੱਠ ਜਾਓ ਇੱਜ਼ਤ ਨਾਲ ਚੰਗੀ ਗੱਲ ਜੇ। ਪਦੀ ਬਣੀ ਜਾਂਦੇ ਪਿੰਡ ਵਾਲੇ ਜੇ, ਵੱਟ ਦੇ ਵਾਲ ਦੇ ਪਕੋੜ ਪਿੰਡ ਦੇ ਦਿਵਾਲੇ ਜੇ। ਉਹ ਜਾਣਦਾ ਮੈਂ ਤੁਹਾਨੂੰ ਕਿ ਕਿੱਡੇ ਕਮਾਲ ਜੇ, ਉੱਠ ਜਾਓ ਇੱਜ਼ਤ ਨਾਲ ਚੰਗੀ ਗੱਲ ਜੇ। ਘੋੜੇ ਪਿੰਡਾਂ 'ਚ ਭਜਾਈ ਫੇਰਦੇ, ਐਵੇਂ ਘੋੜੇ ਪਿੰਡਾਂ 'ਚ ਭਜਾਈ ਫੇਰਦੇ, ਕੰਮੀ ਕੱਤ ਪੂਏ ਜੇ ਚੜਾਈ ਫੇਰਦੇ। ਉਹ ਕਿਵੇਂ ਰੱਖੇ ਰਾਜ ਮਨੇ ਰਾਜ ਨਾਲ ਜੇ, ਉੱਠ ਜਾਓ ਇੱਜ਼ਤ ਨਾਲ ਚੰਗੀ ਗੱਲ ਜੇ। ਤੇ ਮਖੌਲ ਸਾਡੀ ਦੇਵੀ ਦੇਵਾਂ ਨੂੰ, ਗੰਗਨਾ ਗੰਗਾ ਉੱਤੇ ਜਾਮਨਾ ਪਰਾਗ ਪੇਵਾ ਨੂੰ। ਉਹ ਭੋਗਣੇ ਨਾ ਪੈਣ ਕਰਮਾਂ ਦੇ ਫਲ ਜੇ, ਉੱਠ ਜਾਓ ਇੱਜ਼ਤ ਨਾਲ ਚੰਗੀ ਗੱਲ ਜੇ। ਸਮਾਂ ਵਧਾਏ ਖਾ ਕੇ ਪੂਜਾ ਦੇਗਾ ਜੇ, ਇਕੱਠੀਆਂ ਹੀ 2-2 ਗਾਲ ਪਾਈਆਂ ਤੇਗਾ ਜੇ। ਉਹ ਕੁੱਤੇ ਰੱਖੇ ਬਾਜਾ ਪਾਏ ਤਰ ਥਲ ਜੇ, ਉੱਠ ਜਾਓ ਇੱਜ਼ਤ ਨਾਲ ਚੰਗੀ ਗੱਲ ਜੇ। ਸਾਡਾ ਇਲਾਕਾ ਕਿਵੇਂ ਡੰਗ ਸਾਰਦਾ, ਕਰਮਾਂ ਨਾ ਦਾਣਾ ਉੱਗਦਾ ਜਵਾਰ ਦਾ। ਉਹ ਦੀਦੀ ਨਹੀਂ ਚਫੇਰੇ ਸਿਰੋਂ ਉੱਤੇ ਚੱਲ ਜੇ, ਉੱਠ ਜਾਓ ਇੱਜ਼ਤ ਨਾਲ ਚੰਗੀ ਗੱਲ ਜੇ। ਮੇਰੇ ਪੁੱਛੇ ਬਿਨਾ ਕਿਹੜਾ ਕੋਲ ਬਊਗਾ, ਭੁੱਖੇ ਨੂੰ ਕੀ ਰੰਗ ਤੁਹਾਡਾ ਦੁੱਧ ਦਊਗਾ। ਉਹ ਅੱਧੀ ਰਾਤ ਬੈਂਦੇ ਢੋਲਕੀ ਦਬਲ ਜੇ, ਉੱਠ ਜਾਓ ਇੱਜ਼ਤ ਨਾਲ ਚੰਗੀ ਗੱਲ ਜੇ। ਬਹਿ ਗਏ ਭੁੱਲ ਕੇ ਜੇ, ਬਹਿ ਗਏ ਜੇ ਭੁੱਲ ਅੱਜ ਸ਼ਾਦ ਡਾਰ ਨੂੰ, ਕੱਲ ਪੁੱਜ ਛੱਡ ਕੇ ਅੰਬਰਸਰ ਨੂੰ। ਉਹ ਟੰਗ ਕੇ ਤੇ ਪੁੱਠੀ ਅਤਰਾ ਦੂ ਖਲ ਜੇ, ਉੱਠ ਜਾਓ ਇੱਜ਼ਤ ਨਾਲ ਚੰਗੀ ਗੱਲ ਜੇ। ਜਗੋਂ ਖੱਚਰਾਂ ਵੜੇ ਵਸ਼ੇਰ ਨੂੰ, ਰਾਤੋਂ ਰਾਤ ਚਲੇ ਜਾ ਉਠਾ ਕੇ ਡੇਰੇ ਨੂੰ। ਉਹ ਬੈਂਕਾ ਕਿਤੇ ਕਰੇ ਉਹ ਨਾ ਵੱਲ ਛਲ ਜੇ, ਉੱਠ ਜਾਓ ਇੱਜ਼ਤ ਨਾਲ ਚੰਗੀ ਗੱਲ ਜੇ। ਅਸਲ ਵਿੱਚ ਜਦੋਂ ਬੰਦੇ ਦੀ ਅਕਲ ਤੇ ਪਰਦਾ ਪੈ ਜੇ ਨਾ, ਫਿਰ ਬੰਦੇ ਨੂੰ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਬਚਾ ਸਕਦੀ, ਕੋਈ ਵੀ ਤਾਕਤ। ਚੌਧਰੀ ਭਗਵਾਨ ਦਾਸ ਘੇਰੜ ਦੀ ਅਜਲ ਆਵਾਜ਼ਾਂ ਮਾਰਦੀ ਸੀ, ਅਜਲ। ਜੇ ਕਿਤੇ ਮਹਾਰਾਜ ਜੀ ਨੂੰ ਉੱਚਾ ਨੀਵਾਂ ਬੋਲਣ ਦੀ ਜਗ੍ਹਾ ਗੁਰਦੇਵ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਦਾ, ਸਤਿਕਾਰ ਕਰਦਾ ਤੇ ਸ਼ਾਇਦ ਜਾਨ ਬਚ ਜਾਂਦੀ।
ਅਪ ਸ਼ਬਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸ਼ਾਨ ਦੇ ਖਿਲਾਫ ਜਦੋਂ ਚੌਧਰੀ ਭਗਵਾਨ ਦਾਸ ਘੇਰੜ ਨੇ ਕਹਿਣੇ ਸ਼ੁਰੂ ਕੀਤੇ, ਉੱਠਿਆ ਗੁਰੂ ਮਹਾਰਾਜ ਜੀ ਦਾ ਮਹਾਨ ਜਰਨੈਲ ਬਹਾਦਰ ਬਾਬਾ ਬਿਧੀ ਚੰਦ ਸਾਹਿਬ, ਮਾਰੀ ਦੋਵਾਂ ਹੱਥਾਂ ਦੀ ਦੁਹੱਥੜ, ਢਾਲਿਆ ਚੌਧਰੀ ਭਗਵਾਨ ਦਾਸ ਘੇਰੜ ਨੂੰ। ਅਜੇ 2-4 ਹੀ ਵੱਜੀਆਂ ਸਨ ਤੇ ਚੌਧਰੀ ਸਾਹਿਬਰਾਂ ਦੀ ਜਾਨ ਨਿਕਲ ਗਈ। ਜਾਨ ਅਸਲ ਵਿੱਚ ਜਾਨ ਕਿਤੇ ਉਹਦੀ ਉੱਤੇ ਹੀ ਅੜੀ ਹੋਈ ਸੀ, ਬਹਾਨਾ ਹੀ ਲੱਗ ਗਿਆ 2-3 ਤਫਿਆਂ ਦਾ। ਜਾਨ ਨਿਕਲ ਗਈ ਚੌਧਰੀ ਭਗਵਾਨ ਦਾਸ ਘੇਰੜ ਦੀ। ਜਿਹੜੇ ਉਹਦੇ ਹਮ ਖਿਆਲੀ ਨਾਲ ਆਏ ਸਨ ਲੱਭੇ ਨਾ ਕਿਸ ਬੰਨੇ ਨੂੰ, ਅਲੋਪ ਹੋ ਗਏ। ਕੋਈ ਦਰਿਆ ਵਿੱਚ ਛਾਲ ਮਾਰ ਗਿਆ, ਕੋਈ ਕਾਨਿਆਂ ਦੇ ਝੱਲ ਵਿੱਚ ਲੁਕ ਗਿਆ, ਕੋਈ ਭੱਜ ਗਿਆ। ਸੱਚੇ ਪਾਤਸ਼ਾਹ ਮਹਾਰਾਜ ਨੂੰ ਬਹਾਦਰ ਬਾਬਾ ਬਿਧੀ ਚੰਦ ਮੱਥਾ ਟੇਕ ਕੇ ਕਹਿੰਦਾ, ਸੱਚੇ ਪਾਤਸ਼ਾਹ ਚੜ੍ਹਾਈ ਕਰ ਗਿਆ ਚੌਧਰੀ ਭਗਵਾਨ ਦਾਸ ਘੇਰੜ, ਕੀ ਹੁਕਮ ਹੈ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ, ਡੱਡ ਬੌਡੀ ਚੁੱਕੋ, ਬਿਆਸ ਦੇ ਚੱਲਦੇ ਹੋਏ ਪਾਣੀ ਵਿੱਚ ਪ੍ਰਵਾਹ ਕਰ ਦਿਓ। ਮੱਛੀਆਂ ਖਾੜ ਗਈਆਂ ਹੰਕਾਰੀਆਂ ਦਾ, ਪਾਪੀਆਂ ਦਾ ਹਸ਼ਰ ਇਸ ਤਰੀਕੇ ਦਾ ਹੀ ਹੋਣਾ ਚਾਹੀਦਾ, ਇਸ ਲਈ ਰੋੜ ਦਿੱਤਾ ਜਾਵੇ ਦਰਿਆ ਵਿੱਚ। ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਸਿੱਖਾਂ ਨੇ ਚੌਧਰੀ ਭਗਵਾਨ ਦਾਸ ਦੀ ਲਾਸ਼ ਬਿਆਸ ਦਰਿਆ ਵਿੱਚ ਰੋੜ ਦਿੱਤੀ। ਖਬਰ ਉਹਦੇ ਪੁੱਤਰ ਰਤਨ ਚੰਦ ਨੂੰ ਮਿਲੀ। ਰਤਨ ਚੰਦ ਨੂੰ ਮੇਰਾ ਪਿਓ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਸਿੱਖਾਂ ਨੇ ਕੁੱਟ-ਕੁੱਟ ਕੇ ਮਾਰ ਕੇ ਉਹਨੂੰ ਬਿਆਸ ਦਰਿਆ ਵਿੱਚ ਰੋੜ ਦਿੱਤਾ। ਰੋਂਦਾ ਹੋਇਆ, ਪਿੱਟਦਾ ਹੋਇਆ, ਦੁਆਈਆਂ ਦਿੰਦਾ ਹੋਇਆ ਜਲੰਧਰ ਚਲਿਆ ਗਿਆ। ਜਲੰਧਰ ਦੇ ਵਿੱਚ ਦੀਵਾਨ ਚੰਦੂ ਦਾ ਭਾਈ ਲਾਲ ਚੰਦ ਰਹਿੰਦਾ ਸੀ, ਲਾਲ ਚੰਦ, ਔਰ ਦੀਵਾਨ ਚੰਦੂ ਦਾ ਪੁੱਤਰ ਕਰਮ ਚੰਦ ਜਲੰਧਰ ਦੇ ਸੂਬੇਦਾਰ ਦਾ ਮੁਹਾਲਦਾਰ ਸੀ, ਜਿਹਨੂੰ ਅਸੀਂ ਤਹਿਸੀਲਦਾਰ ਕਹਿੰਦੇ ਆ, ਤਹਿਸੀਲਦਾਰ। ਇਹ ਤਿੰਨੇ ਚਾਰੇ ਇਕੱਠੇ ਹੋ ਕੇ ਜਲੰਧਰ ਦੇ ਸੂਬੇਦਾਰ ਅਬਦੁੱਲਾ ਖਾਨ ਦੇ ਦਰਬਾਰ ਵਿੱਚ ਜਾ ਕੇ ਪੇਸ਼। ਇਹਨਾਂ ਨੇ ਖੋ ਕੇ ਸਿਰੋਂ ਜਿੰਨੇ ਥੋੜੇ ਬਹੁਤੇ ਵਾਲ ਸਨ ਰੋਕ ਕਰ ਲਾ ਕੇ ਆਖਿਆ, ਅਬਦੁੱਲਾ ਖਾਨ ਸਾਡੇ ਨਾਲ ਜੱਗੋਂ ਤੇਰ ਵੀ ਹੋ ਗਈ ਤੇਰੇ। ਅਜੇ ਕੁਝ ਸਮਾਂ ਹੋਇਆ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਲਾਲ ਚੰਦ ਦਾ ਭਰਾ ਨੱਕ ਵਿੱਚ ਨਕੇਲ ਪਾ ਕੇ ਦੀਵਾਨ ਚੰਦੂ ਮਾਰਿਆ, ਨੱਕ ਵਿੱਚ ਨੱਥ ਪਾ ਕੇ। ਜਿਹੜਾ ਦੀਵਾਲੀ ਦਾ ਪੁਰਬ ਅੱਜ ਅਸੀਂ ਮਨਾ ਰਹੇ ਹਾਂ, ਇਸੇ ਦੀਵਾਲੀ ਵਾਲੇ ਦਿਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਪਿਤਾ ਦੀ ਸ਼ਹਾਦਤ ਦਾ ਬਦਲਾ ਲੈ ਕੇ ਦੀਵਾਨ ਚੰਦੂ ਦੇ ਨੱਕ ਵਿੱਚ ਮੁੰਜ ਦੀ ਰੱਸੀ ਦੀ ਨੱਥ ਪਾ ਕੇ 15 ਦਿਨ ਉਹਨੂੰ ਬਾਜ਼ਾਰਾਂ ਵਿੱਚ ਫੇਰਨ ਤੋਂ ਬਾਅਦ, ਉਹਨੂੰ ਭੀਖ ਮੰਗਾਉਣ ਤੋਂ ਬਾਅਦ ਜਦੋਂ ਲਾਹੌਰ ਲੈ ਕੇ ਆਏ, ਲਾਹੌਰ ਵਿੱਚ ਅਜੇ ਤੱਕ ਉਹ ਗੁਰਦਿੱਤਾ ਪੜਪੂੰਜਾ ਜਿਉਂਦਾ ਸੀ, ਜਿੰਨੇ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਸੀਸ ਵਿੱਚ ਰੇਤ ਦੇ ਕੜਛੇ ਪਾਏ ਸਨ, ਉਹਨੇ ਕੜਛਾ ਸੰਭਾਲ ਕੇ ਰੱਖਿਆ ਹੋਇਆ ਸੀ। ਵੇਖ ਰਿਹਾ ਗੁਰੂ ਮਹਾਰਾਜ ਜੀ ਦਾ ਕਾਤਲ ਤੁਰਿਆ ਆਉਂਦਾ, ਅੰਦਰ ਗਿਆ, ਅੰਦਰੋਂ ਉਹੀਓ ਕੜਛਾ ਕੱਢ ਕੇ ਲਿਆਂਦਾ ਜਿਸ ਕੜਛੇ ਨਾਲ ਗੁਰੂ ਅਰਜਨ ਦੇਵ ਜੀ ਦੇ ਸੀਸ ਵਿੱਚ ਰੇਤ ਪਾਈ ਸੀ। ਮਾਰਿਆ ਦੀਵਾਨ ਚੰਦੂ ਦੇ ਸਿਰ ਵਿੱਚ ਕੜਛਾ, ਜਿਸਮ ਦੇ 2 ਟੋਟੇ ਕਰਕੇ ਧਰਤੀ ਤੇ ਸੁੱਟ ਦਿੱਤਾ। ਆਪਣੇ ਪਿਤਾ ਦੀ ਸ਼ਹਾਦਤ ਦਾ ਬਦਲਾ ਲੈ ਕੇ ਸਤਿਗੁਰੂ ਅੰਮ੍ਰਿਤਸਰ ਸਾਹਿਬ ਜੀ ਪਹੁੰਚੇ ਸਨ। ਸਿੱਖਾਂ ਨੇ ਦੇਸੀ ਘਿਓ ਦੇ ਦੀਵੇ ਜਗਾ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜੀਓ ਆਇਆ ਆਖਿਆ। ਗੁਰੂ ਨਾਨਕ ਦਾ ਘਰ ਕਿਸੇ ਤੇ ਵਾਅਦਾ ਨਹੀਂ ਕਰਦਾ, ਪਰ ਹਕੀਕਤ ਇਹ ਆ ਵੀ ਕਿਸੇ ਦਾ ਵਾਅਦਾ ਜਰਦਾ ਵੀ ਨਹੀਂ। ਜਿਹੜਾ 11 ਪਾਵੇ ਘੱਟ ਤੋਂ ਘੱਟ 41 ਮੋੜਦਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦਾ ਖਾਲਸਾ। ਤੇ ਸਿਆਣਿਆਂ ਦੀ ਕਹਾਵਤ ਆ, ਲਾਠੋਂ ਕੇ ਪੂਤ ਬਾਤੋਂ ਸੇ ਨਹੀਂ, ਦੁਸ਼ਮਣ ਦਾ ਇਲਾਜ ਆ ਤਲਵਾਰ। ਦੁਸ਼ਮਣ ਕਦੇ ਗੱਲਾਂ ਨਾਲ ਸੂਤ ਨਹੀਂ ਆਉਂਦਾ ਜਿੰਨਾ ਚਿਰ ਉਹਦੇ ਨਾਲ 2 ਹੱਥ ਨਾ ਕੀਤੇ ਜਾਣ। ਗਰੀਬ ਨੂੰ ਆ ਸੱਚੇ ਪਾਤਸ਼ਾਹ ਮਹਾਰਾਜ ਦਾ ਘਰ ਇਸ ਗੱਲ ਦੀ ਵਡਿਆਈ ਤੇ ਸ਼ਾਦੀ ਜਗ੍ਹਾ ਜਗ੍ਹਾ ਉੱਤੇ ਪਰ ਕਰਮ ਚੰਦ, ਰਤਨ ਚੰਦ, ਲਾਲ ਚੰਦ ਜਲੰਧਰ ਦੇ ਗਵਰਨਰ ਅਬਦੁੱਲਾ ਖਾਨ ਦੇ ਦਰਬਾਰ ਵਿੱਚ ਪੇਸ਼। ਇਹਨਾਂ ਆਖਿਆ, ਲੋੜਾ ਖੁਦਾ ਦਾ ਕੱਲ ਅਜੇ ਮੈਦਾਨੇ ਜੰਗ ਵਿੱਚ ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸ਼ਹਿਨਸ਼ਾਹ ਸ਼ਾਹਜਹਾਨ ਨੂੰ ਰਣ ਤੱਤੇ ਵਿੱਚ ਹਰਾਇਆ। ਜਿਹੜਾ ਬਾਦਸ਼ਾਹ 1.25 ਲੱਖ ਘੋੜ ਦਾ 1.25 ਲੱਖ ਘੋੜ ਸਵਾਰ ਦਾ ਮਾਲਕ, ਜਿਹਨੇ ਤਾਜ ਮਹਲ ਵਰਗੀਆਂ ਇਮਾਰਤਾਂ ਬਣਾਈਆਂ, ਜਿਹਨੇ 9.5 ਕਰੋੜ ਰੁਪਈਆ ਖਰਚ ਕਰਕੇ ਤਖਤੇ ਟੌਸ ਬਣਾਇਆ, ਉਸ ਬਾਦਸ਼ਾਹ ਨੂੰ ਰਣ ਤੱਤੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਹਰਾਇਆ। ਆ ਨਵੀਂ ਬਾਜੀ ਚਾੜ ਦਿੱਤੀ ਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ। ਪਹਿਲਾਂ ਦੀਵਾਨ ਚੰਦੂ ਨੂੰ ਮਾਰਿਆ ਗਿਆ ਤੇ ਹੁਣ ਚੰਦੂ ਦਾ ਕੁੜਮ ਭਗਵਾਨ ਦਾਸ ਘੇਰੜ ਮਹਾਰਾਜ ਨੇ ਮਾਰ ਕੇ ਤੇ ਦਰਿਆ ਬਿਆਸ ਵਿੱਚ ਰੋੜ ਦਿੱਤਾ। ਉਹਦੀ ਲਾਸ਼ ਵੀ ਨਹੀਂ ਦਿੱਤੀ। ਲਾਸ਼ ਅਬਦੁੱਲਾ ਖਾਨ, ਅਸੀਂ ਦੇਵੀ ਦੀ ਸਹੁੰ ਖਾ ਕੇ ਤੇਰੇ ਕੋਲ ਆਏ ਆ, ਦੇਵੀ ਦੀ ਸਹੁੰ। ਮਹਾਰਾਜ ਕੋਲ ਨਿਕਟ ਵਰਤੀ ਬੰਦੇ ਨੇ, ਥੋੜੇ ਜਿਹੇ ਨਿਕਟ ਵਰਤੀ। ਪੈਂਦੇ ਖਾਂ ਛੁੱਟੀ ਤੇ ਹੈ। ਬਾਬਾ ਗੁਰਦਿੱਤਾ ਜੀ ਗੋਇੰਦਵਾਲ ਸਾਹਿਬ ਨੇ
ਗਿਣਤੀ ਦੇ ਮਹਾਰਾਜ ਨਾਲ ਸਿੱਖ ਹੋਣੇ ਨੇ ਮਹਾਰਾਜ ਨਾਲ। ਅਗਰ ਜੇ ਤੁਸੀਂ ਚੜ੍ਹਾਈ ਕਰੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉੱਤੇ, ਮਹਾਰਾਜ ਨੂੰ ਤੁਸੀਂ ਜਿਉਂਦੇ ਨੂੰ ਪਕੜ ਸਕਦੇ ਹੋ। ਜੇ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜਿਉਂਦਿਆਂ ਪਕੜ ਕੇ ਬਾਦਸ਼ਾਹ ਸ਼ਾਹਜਹਾਨ ਦੇ ਦਰਬਾਰ ਵਿੱਚ ਪੇਸ਼ ਕਰੋ, ਮੂੰਹੋਂ ਮੰਗੀਆਂ ਜ਼ਗੀਰਾਂ ਮਿਲਣਗੀਆਂ, ਮੂੰਹੋਂ ਮੰਗੇ ਅਹੁਦੇ ਮਿਲਣਗੇ, ਇਨਾਮ ਮਿਲਣਗੇ, ਹਿੰਦੁਸਤਾਨ ਵਿੱਚ ਤੁਹਾਡੀ ਵਾਹ ਵਾਹ ਹੋਗੀ ਵਾਹ। ਕਈ ਵਾਰ ਬੰਦਾ ਲਾਲਚ ਵਿੱਚ ਆਣ ਕੇ ਆਪਣੀ ਤੇ ਆਪਣੇ ਪਰਿਵਾਰ ਦੀ ਜਾਨ ਹੀ ਗਵਾ ਪੈਂਦਾ। ਲਾਲਚ ਹੈ ਹੀ ਬੁਰੀ ਬਲਾ, ਇਹਦੇ ਕੋਲੋਂ ਖੁਦਾ ਬਚਾਵੇ। ਲਾਲਚ ਵਿੱਚ ਆਇਆ ਹੋਇਆ ਬੰਦਾ ਬਾਪ ਦਾ ਨਹੀਂ ਬਣਦਾ, ਪੁੱਤਰਾਂ ਦਾ ਨਹੀਂ ਬਣਦਾ, ਰਿਸ਼ਤੇਦਾਰਾਂ ਦੇ ਨਹੀਂ ਬਣਦਾ। ਲਾਲਚ ਹੈ ਹੀ ਏਡੀ ਖਤਰਨਾਕ ਚੀਜ਼। ਅਬਦੁੱਲਾ ਖਾਨ ਭਾਵੇਂ ਜਰਨੈਲ ਸੀ ਜਲੰਧਰ ਦਾ, ਪਰ ਇਹਨਾਂ ਦੀ ਚੁੱਕਣਾ ਵਿੱਚ ਆ ਗਿਆ। ਕਈ ਬੰਦੇ ਐਸੇ ਸਾਦਰ ਦਿਮਾਗ ਦੇ ਹੁੰਦੇ ਨੇ ਭਈ ਉਹ ਚੰਗੇ ਭਲੇ ਬੰਦੇ ਨੂੰ ਵੀ ਆਪਣੀਆਂ ਗੱਲਾਂ ਵਿੱਚ ਲਿਆ ਕੇ ਦਿਨੇ ਹੀ ਤਾਰੇ ਵਿਖਾ ਦਿੰਦੇ ਨੇ। ਉਹਨਾਂ ਦਾ ਸੁਭਾਅ ਹੀ ਇਸ ਤਰ੍ਹਾਂ ਦਾ ਭਈ ਛੜਯੰਤਰ ਕਿਸ ਤਰੀਕੇ ਨਾਲ ਰਚਨਾ, ਝੂਠ ਕਿਸ ਤਰੀਕੇ ਨਾਲ ਬੋਲਣਾ, ਕਿਸੇ ਦਾ ਘਰ ਕਿਸ ਤਰੀਕੇ ਨਾਲ ਉਜਾੜਨਾ, ਕਿਸੇ ਦੇ ਘਰ ਪਾਟਕ ਕਿਸ ਤਰੀਕੇ ਨਾਲ ਪਾਉਣਾ। ਰੱਬ ਨੇ ਪਤਾ ਨਹੀਂ ਕਿੰਨੀ ਕੁ ਉਹਨਾਂ ਵਿੱਚ ਚਾਣਕੀਆ ਨੀਤੀ ਕੁੱਟ-ਕੁੱਟ ਕੇ ਭਰੀ ਹੋਈ। ਦੀਵਾਨ ਚੰਦੂ ਦੇ ਰਾਹ ਤੇ ਤੁਰਨ ਵਾਲਾ ਲਾਲ ਚੰਦ, ਔਰ ਲਾਲ ਚੰਦ ਦੇ ਨਾਲ ਦੀਵਾਨ ਚੰਦੂ ਦਾ ਪੁੱਤਰ ਕਰਮ ਚੰਦ, ਭਗਵਾਨ ਦਾਸ ਕੇਰੜ ਦਾ ਮੁੰਡਾ ਰਤਨ ਚੰਦ, ਜਿਵੇਂ ਜਲੰਧਰ ਦੇ ਸੂਬੇ ਕੋਲ ਜਾ ਕੇ ਬਦਲਾ ਖੋਰੀ ਦੀ ਅੱਗ ਦੇ ਭਾਂਬੜ ਪਾਲ ਕੇ ਉਹਦੇ ਉੱਤੇ ਤੇਲ ਪਾ ਕੇ ਉਹਨੂੰ ਸਿਖਰਾਂ ਤੱਕ ਪਹੁੰਚਾਉਂਦੇ ਨੇ। ਤੇ ਇਸ ਚੁੱਕਣਾ ਵਿੱਚ ਆਣ ਕੇ ਅਬਦੁੱਲਾ ਜਲੰਧਰ ਤੋਂ ਤੌਸੇ ਮਾਰ ਕੇ 15,000 ਸੈਨਾ ਲੈ ਕੇ ਜਲੰਧਰ ਤੋਂ ਹਰਗੋਬਿੰਦਪੁਰ ਵੱਲ ਨੂੰ ਰਵਾਨਾ ਹੈ। ਇੰਜ ਹੁੰਦਾ। ਰਤਨ ਚੰਦ ਨੇ ਬਾਲ ਦਿੱਤੀ ਅੱਗ ਬਦਲੇ ਖੋਰੀ ਦੀ, ਗੁਰੂ ਸਾਹਿਬ ਗਲ ਮੜਤੀ ਕਬਜੇ ਤੱਕੋ ਜੋਰੀ ਦੀ। ਉਹ ਭਲਾ ਕਰੇ ਨਾ ਬੰਦਾ ਜੋ ਹੈ ਕਾਲਾ ਅੰਦਰ ਤੋਂ, ਖਾਏ ਅਬਦੁੱਲਾ ਚੜਿਆ ਤੌਂਸਾ ਮਾਰ ਜਲੰਧਰ ਤੋਂ। ਰਤਨ ਚੰਦ ਨੇ ਬਾਲ ਦਿੱਤੀ ਅੱਗ ਬਦਲੇ ਖੋਰੀ ਦੀ, ਗੁਰੂ ਸਾਹਿਬ ਗਲ ਮੜਤੀ ਕਬਜੇ ਤੱਕੋ ਜੋਰੀ ਦੀ। ਉਹ ਭਲਾ ਕਰੇ ਨਾ ਬੰਦਾ ਜੋ ਹੈ ਕਾਲਾ ਅੰਦਰ ਤੋਂ, ਖਾਏ ਅਬਦੁੱਲਾ ਚੜਿਆ ਤੌਂਸਾ ਮਾਰ ਜਲੰਧਰ ਤੋਂ। ਲਾਲ ਚੰਦ ਦੇ ਰਾਈ ਉਸਨੇ ਸਾਜ ਬਣਾ ਲਈ ਹੈ, ਚੰਦੂ ਦੇ ਪੁੱਤ ਕਰਮ ਸੰਗ ਉਹ ਸੰਗ ਉਠਾ ਲਈ ਹੈ। ਉਹ ਜਿੱਤ ਦੇ ਸ਼ਗਨ ਮਨਾਏ ਬੈ ਚੰਡੀ ਦੇ ਮੰਦਰ ਤੋਂ, ਖਾਏ ਅਬਦੁੱਲਾ ਚੜਿਆ ਤੌਂਸਾ ਮਾਰ ਜਲੰਧਰ ਤੋਂ। ਫੌਜ ਬਥੇਰੀ ਛਾਈ ਪਈ ਕਮਕੋਰ ਚ ਫੇਰੇ ਹੈ, ਸਭ ਫੌਜਾਂ ਦੇ ਮੂਹਰੇ ਗਾਜੀ ਪੁੱਤਰ ਮੇਰੇ ਹੈ। ਉਹ ਫਤਿਹ ਪਾਉਣ ਲਈ ਲੈ ਲਈ ਦੁਆ ਤਵੀਤ ਕਲੰਦਰ ਤੋਂ, ਖਾਏ ਅਬਦੁੱਲਾ ਚੜਿਆ ਤੌਂਸਾ ਮਾਰ ਜਲੰਧਰ ਤੋਂ। ਓਏ 8 ਜਗ੍ਹਾ ਕਰ ਫੌਜ ਵੰਡੀ ਐ ਪਾਰ ਬਿਆਸਾ ਤੋਂ, ਮੁਗਲ ਸ਼ਾਹੀ ਨੂੰ ਕੱਢ ਲੈਣਾ ਸਿਰ ਪਈ ਨਰਾਸਾ ਤੋਂ। ਉਹ ਮਨ ਦੀ ਰੀਝ ਨਾ ਪੁੱਜੀ ਕਦੇ ਮਹਾਨ ਸਿਕੰਦਰ ਤੋਂ, ਖਾਏ ਅਬਦੁੱਲਾ ਚੜਿਆ ਤੌਂਸਾ ਮਾਰ ਜਲੰਧਰ ਤੋਂ। ਅਲੀ ਬਖਸ਼ ਇਮਾਮ ਬਖਸ਼ ਬਹਿਰ ਮਖਾ ਚੱਲੇ ਨੇ, ਚਿਰਾਗ ਦੀਨ ਤੇ ਅਕਬਰ ਸ਼ੇਰ ਮੁਹੰਮਦ ਰੱਲੇ ਦੇ। ਉਹ ਢਾਲੇ ਬਰਸ਼ੇ ਬਖਤਰ ਲੈ ਕੋਈ ਕੰਮ ਕਲੰਦਰ ਤੋਂ, ਖਾਏ ਅਬਦੁੱਲਾ ਚੜਿਆ ਤੌਂਸਾ ਮਾਰ ਜਲੰਧਰ ਤੋਂ। ਕੰਡੇ ਤੇਜ ਨਦੀ ਦੇ ਜਾਂਦੇ ਧੂੜਾ ਪੁੱਟੀਏ, ਇਹੋ ਜੀ ਮੰਡੀਰੀ ਅਸਾਂ ਕਈ ਵਾਰਾਂ ਕੁੱਟੀਏ। ਉਹ ਜਦ ਤੱਕ ਹਾਰੇ ਮੁਗਲ ਕਦੇ ਨਹੀਂ ਪੜੇ ਪਤੰਦਰ ਤੋਂ, ਖਾਏ ਅਬਦੁੱਲਾ ਚੜਿਆ ਤੌਂਸਾ ਮਾਰ ਜਲੰਧਰ ਤੋਂ। ਤੇਗਾਂ ਨੂੰ ਲਸ਼ਕਾਉਂਦੇ, ਤੇਗਾਂ ਨੂੰ ਲਸ਼ਕਾਉਂਦੇ ਭੱਜ ਭੱਜ ਲੱਗਦੇ ਅੱਗੇ ਐ, ਕੀ ਸਾਲਾਂ ਦਾ ਚਾਲਾ ਪਿੰਡ ਦਬਾਵਣ ਲੱਗੇ ਐ। ਉਹ ਅਸਮਾਨੋਂ ਲਾ ਲਈਏ ਲੁਕਿਆ ਕੱਢੀਏ ਖੰਦਰ ਚੋਂ, ਖਾਏ ਅਬਦੁੱਲਾ ਚੜਿਆ ਤੌਂਸਾ ਮਾਰ ਜਲੰਧਰ ਤੋਂ। ਸੈਤਰ ਬਾਇਤਰ ਲੈ ਕੇ ਇੱਧਰ ਸਿੱਖ ਬਕਾਲੇ ਦੇ, ਸ਼ੇਰੋਂ ਤੇ ਜਟਿਆਲਾ ਬੱਲਾਂ ਅਤੇ ਬਤਾਲੇ ਤੇ। ਉਹ ਲਹੂ ਨੈਣਾ ਚੋਂ ਬੈਂਕਾ ਜਿਵੇਂ ਜੂਸ ਸਿਕੰਦਰ ਚੋਂ, ਖਾਏ ਅਬਦੁੱਲਾ ਚੜਿਆ ਤੌਂਸਾ ਮਾਰ ਜਲੰਧਰ ਤੋਂ। ਸ਼ਾਹਜਹਾਨ ਦਾ ਮਹਾਨ ਜਰਨੈਲ ਅਬਦੁੱਲਾ ਖਾਨ ਜਲੰਧਰ ਦਾ ਬਿਨਾਂ ਸੋਚੇ ਸਮਝੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਚੜ੍ਹਾਈ ਕਰਕੇ ਤੁਰ ਲੱਗਾ। ਇਹਨੇ ਗਾਜ਼ੀਆਂ ਨੂੰ ਹੁਕਮ ਦਿੱਤਾ ਵੀ ਤਿਆਰੀ ਕੀਤੀ ਜਾਵੇ।
ਉਹਨਾਂ ਨੇ ਜੰਗੀ ਤਿਆਰੀ ਤੇ ਇੰਨੀ ਜ਼ਿਆਦਾ ਨਾ ਕੀਤੀ ਜਿੰਨਾ ਉਹਨਾਂ ਨੇ ਆਪਣੇ ਵੱਡਿਆਂ ਨੂੰ ਰਜਾਉਣ ਵਾਸਤੇ ਸਮਾਂ ਲਾ ਦਿੱਤਾ। ਮੌਲਵੀਆਂ ਕੋਲ ਚਲੇ ਗਏ ਜਿਹੜੇ ਕਾਲੇ ਇਲਮ ਦੇ ਮਾਹਰ ਸਨ, ਕਾਲੇ ਇਲਮ ਦੇ ਮਾਹਰ। ਉਹਨਾਂ ਦੇ ਕੋਲੋਂ ਤਵੀਤ ਲੈ ਲੈ ਕੇ ਉਹਨਾਂ ਨੇ ਡੌਲਿਆਂ ਨੂੰ ਬੰਨਣੇ ਸ਼ੁਰੂ ਕੀਤੇ, ਡੌਲਿਆਂ ਨੂੰ ਬੰਨਣੇ ਸ਼ੁਰੂ ਕੀਤੇ ਤਵੀਤ। ਪੰਡਤਾਂ ਨੇ ਅਮਨ ਤੇ ਜ਼ੋਰ ਦਿੱਤਾ ਬਈ ਸ਼ੈਨ ਧਮਨ ਕੀਤਿਆਂ ਹੀ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਪਕੜਿਆ ਜਾਏ, ਸ਼ੈਨ ਧਮਨ ਕੀਤਿਆਂ ਹੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਕੜੇ ਜਾਣ। ਰਣ ਤੱਤੇ ਵਿੱਚ ਮਰਦ ਦੀ ਛਾਤੀ ਕੰਮ ਕਰਦੀ ਆ, ਮਰਦ ਦਾ ਹੌਸਲਾ ਕੰਮ ਕਰਦਾ, ਨਾ ਡੌਲੇ ਤੇ ਬੱਧਾ ਹੋਇਆ ਤਵੀਤ ਕੰਮ ਆਉਂਦਾ ਤੇ ਨਾ ਕਿਸੇ ਕੋਲੋਂ ਜੰਤਰ ਮੰਤਰ ਹੀ ਪੜ੍ਹਾਏ ਕੰਮ ਆਉਂਦੇ। ਜੇ ਕਿਤੇ ਇਕੱਲੇ ਜੰਤਰ ਮੰਤਰ ਪੜ੍ਹਾਏ ਕੰਮ ਆਉਂਦੇ ਹੁੰਦੇ ਨਾ 13 ਲੱਖ ਆਰਮੀ ਦਾ ਮੂੰਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਨਹੀਂ ਸਨ ਮੋੜ ਸਕਦੇ। 350 ਸਿੰਘਾਂ ਨੂੰ ਨਾਲ ਲੈ ਕੇ ਦੁਨੀਆ ਦੀ ਤੀਸਰੀ ਤਾਕਤ ਗਿਣਿਆ ਜਾਣ ਵਾਲਾ ਹਿੰਦੁਸਤਾਨ ਦੇਸ਼, ਉਹਦੀ ਫੌਜ ਨੂੰ ਲੋਹੇ ਦੇ ਚਣੇ ਚਬਾਏ ਸੰਤ ਬਾਬਾ ਜਰਨੈਲ ਸਿੰਘ ਸਾਹਿਬ ਜੀ ਹੋਰਾਂ। ਜਿਹੜਾ ਜਰਨਲ ਕਹਿੰਦਾ ਸੀ ਨਾ 4 ਘੰਟਿਆਂ 'ਚ ਬਾਬਾ ਫੜ ਲਿਆਉਣਾ, 4 ਘੰਟਿਆਂ ਬਾਅਦ ਮਰਿਆਦਾ ਬਹਾਲ ਹੋ ਜਾਏਗੀ। 198 ਘੰਟੇ ਲੱਗੇ, 198 ਘੰਟੇ ਬਾਬਾ ਨਹੀਂ ਪਕੜਿਆ ਗਿਆ। ਇਹਨਾਂ ਇਹ ਜਰਨੈਲ ਘਬਰਿਆ, ਇਹਨੂੰ ਲੂਜ ਮੋਸ਼ਨ ਲੱਗੇ, ਲੂਜ ਮੋਸ਼ਨ। ਅੰਮ੍ਰਿਤਸਰੋਂ ਹਵਾਈ ਜਹਾਜ਼ ਤੇ ਜਾ ਕੇ ਚੰਡੀਗੜ੍ਹੋਂ ਦਵਾਈ ਲਿਆਉਂਦਾ ਰਿਹਾ, ਜਿਹੜਾ ਡੀਂਗਾ ਮਾਰਦਾ ਮਹਾਰਾਣੀ ਨਾਲ ਵਾਅਦੇ ਕਰਕੇ ਤੁਰਿਆ ਸੀ। ਗੱਲਾਂ ਕਰਨ ਸੁਖਾਲੀਆਂ, ਔਖੇ ਪਾਲਣੇ ਬੋਲ, ਪਰ ਮਰਦ ਜੋ ਕਹਿੰਦੇ ਨੇ ਉਹ ਕਰਕੇ ਵਿਖਾਉਂਦੇ ਨੇ। ਗੁਰੂ ਨਾਨਕ ਦਾ ਘਰ ਜੋ ਕੁਝ ਕਹਿੰਦਾ ਉਹ ਕਰਕੇ ਵਿਖਾਉਂਦਾ ਹੈ। ਗੁਰੂ ਨਾਨਕ ਦਾ ਘਰ ਜੋ ਕਹਿੰਦਾ ਉਹਦੇ ਉੱਤੇ ਪਹਿਰਾ ਦਿੰਦਾ। ਅਬਦੁੱਲੇ ਖਾਨ ਦੇ ਗਾਜੀਆਂ ਨੇ ਤਵੀਤ ਡੌਲਿਆਂ ਨਾਲ ਬਣਾ ਲਏ ਤਵੀਤ। ਅੱਜ ਕੱਲ ਸਾਡੇ ਪਿੰਡਾਂ ਵਿੱਚ ਵੀ ਕਈ ਤਵੀਤ ਬਣਾਈ ਫਿਰਦੇ। ਤਵੀਤਾਂ ਦਾ ਕੱਲਾ ਰਿਵਾਜ ਸਾਡੇ ਦੇਸ਼ ਵਿੱਚ ਹੀ ਨਹੀਂ, ਦੁਨੀਆ ਦੇ ਅਗਾਂਹ ਵਧੂ ਮੁਲਕਾਂ ਵਿੱਚ ਵੀ ਇਹ ਜਾ ਕੇ ਰਿਵਾਜ ਪੈ ਗਿਆ। ਰਿਵਾਜ ਮੈਂ ਅਮਰੀਕਾ ਵਰਗੇ ਮੁਲਕਾਂ ਵਿੱਚ ਕਈ ਵਾਰ ਸਿੱਖ ਸੰਗਤ ਦੇ ਸੱਦੇ ਉੱਤੇ ਦਰਸ਼ਨ ਕਰਨ ਵਾਸਤੇ ਗਿਆ। ਇੱਥੇ ਸਾਡੇ ਅਖਬਾਰਾਂ ਤੇ ਐਡਾ ਘੱਟ ਆਉਂਦੀਆਂ ਨੇ, ਉੱਥੇ ਅਖਬਾਰਾਂ ਤੇ ਐਡਾ ਦਿੱਤੀਆਂ ਜਾਂਦੀਆਂ। ਇੱਕ ਮਾਸਟਰ ਅਮਰ ਨਾਂ ਦੇ ਬੰਦੇ ਦੀ ਆਈਡ ਬੜੀ ਆਉਂਦੀ ਆ ਵੀ ਫਲਾਣੇ ਦਾ ਵਸਦਾ ਵਸ, ਫਲਾਣੇ ਦਾ ਉਜੜਦਾ ਘਰ ਮਾਸਟਰ ਅਮਰ ਨੇ ਬਚਾ ਲਿਆ। ਮਾਸਟਰ ਅਮਰ, ਮੈਂ ਕੈਲੀਫੋਰਨੀਆ ਵਾਲਿਆਂ ਨੂੰ ਪੁੱਛਿਆ ਵੀ ਮਾਸਟਰ ਅਮਰ ਰਹਿੰਦਾ ਕਿੱਥੇ ਆ ਜੀ? ਕਹਿੰਦੇ ਜੀ ਇਹ ਰਹਿੰਦਾ ਸਰੀ ਵਿੱਚ। ਸਰੀ ਵਿੱਚ ਕੁਦਰਤੀ ਸਾਲ ਅਗਲੇ ਸਾਲ ਸਾਨੂੰ ਸਰੀ ਜਾਣ ਦਾ ਮੌਕਾ ਮਿਲ ਪਿਆ। ਵੱਡੇ ਨਗਰ ਕੀਰਤਨ ਦੇ ਗੁਰੂ ਕੀ ਸੰਗਤ ਨੇ ਸਾਨੂੰ ਯਾਦ ਕੀਤਾ, ਹੁਕਮ ਲਾਇਆ। ਜਦੋਂ ਅਸੀਂ ਉੱਥੇ ਗਏ ਮੈਂ ਦੋਵਾਂ ਚੋਂ ਨੂੰ ਪੁੱਛਿਆ ਵੀ ਅਖਬਾਰਾਂ ਤੇ ਇੱਕ ਮਾਸਟਰ ਅਮਰ ਦੀ ਬੜੀ ਚੱਲ ਰਹੀ ਆਈਡ, ਇੱਥੇ ਕਹਿੰਦੇ ਸਰੀ ਵਿੱਚ ਰਹਿੰਦਾ, ਕਿੱਥੇ ਰਹਿੰਦਾ? ਕਹਿੰਦੇ ਨਹੀਂ ਜੀ ਇਹ ਕੈਲੀਫੋਰਨੀਆ ਰਹਿੰਦਾ। ਰੱਬ ਜਾਣੇ ਵੀ ਉਹ ਕੈਨੇਡਾ ਵਿੱਚ ਰਹਿੰਦਾ, ਰੱਬ ਜਾਣੇ ਅਮਰੀਕਾ ਵਿੱਚ ਰਹਿੰਦਾ। ਪੜ੍ਹੇ ਲਿਖੇ ਬੰਦੇ ਵੀ ਮਾਸਟਰ ਅਮਰ ਦੇ ਝਾਂਸੇ ਵਿੱਚ ਆਣ ਕੇ ਡਾਲਰ ਗਵਾਈ ਚਲੇ ਜਾਂਦੇ। ਪਤਾ ਨਹੀਂ ਵੀ ਸ਼ਾਇਦ ਤਵੀਤਾਂ ਨਾਲ ਹੀ ਮਸਲਾ ਹੱਲ ਹੋ ਜੂ। ਜੇ ਤਵੀਤਾਂ ਨਾਲ ਮਸਲਾ ਹੱਲ ਹੁੰਦਾ ਤੇ ਬਾਬਾ ਦੀਪ ਸਿੰਘ ਸਾਹਿਬ ਹੋਰਾਂ ਨੂੰ 18 ਸੇਰ ਦਾ ਖੰਡਾ ਚੁੱਕ ਕੇ ਰਣਤੱਤੇ ਵਿੱਚ ਆਉਣ ਦੀ ਕਿਤੇ ਜ਼ਰੂਰਤ ਥੋੜਾ ਸੀ, ਜੇ ਕਿਤੇ ਤਵੀਤਾਂ ਨਾਲ ਹੀ ਮਸਲਾ ਹੱਲ ਹੁੰਦਾ। ਖੈਰ ਘੜੀ ਬੜੀ ਕਾਲੀ ਨਾਲ ਆਪਣੀ ਮੰਜ਼ਿਲ ਵੱਲ ਚੱਲ ਰਹੀ ਹੈ। ਜਿਹੜਾ ਤੁਸੀਂ ਮਜ਼ਮੂਨ ਮੈਨੂੰ ਦਿੱਤਾ ਉਹ ਬੜਾ ਪ੍ਰਸੰਗ ਲੰਮਾ ਹੈ, ਮੈਂ ਉਹਨੂੰ ਆਪਣੇ ਸਮੇਂ ਵਿੱਚ ਸਮੇਟਣਾ ਚਾਹੁੰਦਾ। 15,000 ਗਾਜ਼ੀ ਤਿਆਰ ਕਰ ਲਏ ਜਲੰਧਰ ਦੇ ਗਵਰਨਰ ਅਬਦੁੱਲਾ ਖਾਨ ਨੇ। 15,000 ਇਹਦੇ ਨਾਲ ਨਾਮਵਰ ਜਰਨੈਲ ਤੁਰੇ ਜਿਨ੍ਹਾਂ ਦੇ ਕਰਮਵਾਰ ਨਾਂ ਨੇ ਮੁਹੰਮਦ ਖਾਨ, ਬੈਰਮ ਖਾਨ ਔਰ ਅਲੀ ਬਖਸ਼। ਇਸੇ ਤਰ੍ਹਾਂ ਉਹਦੇ ਆਪਣੇ ਤੇ 2 ਮੁੰਡੇ ਕਰੀਮ ਬਖਸ਼ ਤੇ ਅਲੀ ਬਖਸ਼, ਆਪ ਅਬਦੁੱਲਾ ਖਾਨ, ਚੰਦੂ ਦਾ ਮੁੰਡਾ ਕਰਮ ਚੰਦ, ਚੌਧਰੀ ਭਗਵਾਨ ਦਾਸ ਦਾ ਮੁੰਡਾ ਰਤਨ ਚੰਦ, ਡੀਂਗਾ ਮਾਰਦੇ ਤੁਰੇ ਆਉਣ। ਭਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਥੋੜੇ ਜਿਹੇ ਸਿੱਖ ਨੇ, ਜਾਂਦਿਆਂ ਹੀ ਮਹਾਰਾਜ ਨੂੰ ਪਕੜ ਲਿਆਉਣਾ, ਮਹਾਰਾਜ ਦੇ ਘੋੜੇ ਖੋਲ ਲਿਆਉਣੇ, ਡੇਰਾ ਸੱਚੇ ਪਾਤਸ਼ਾਹ ਮਹਾਰਾਜ ਦਾ ਲੁੱਟ ਲਿਆਉਣਾ। ਇਹ ਜਲੰਧਰੋਂ ਤੁਰੇ ਤੇ ਹੌਲੀ ਹੌਲੀ CID ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੋਲ ਚਲੇ ਗਈ। ਇਲਾਕੇ ਦੇ ਪਿੰਡਾਂ ਨੇ ਸੁਣਿਆ ਬਾਬਾ ਬਕਾਲਾ ਸਾਹਿਬ ਦੇ ਸਿੱਖ ਸੰਗਤ ਸਿਰਾਂ ਤੇ ਮੜਾਸੇ ਬੰਨ੍ਹ ਕੇ ਰਵਾਇਤੀ ਹਥਿਆਰ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਸਾਥ ਦੇਣ ਵਾਸਤੇ ਹਰਗੋਬਿੰਦਪੁਰ ਦੇ ਏਰੀਏ ਵਿੱਚ ਪੁੱਜਣੇ ਸ਼ੁਰੂ ਹੋ ਗਏ। ਬਟਾਲੇ ਦੇ ਸਿੱਖਾਂ ਨੇ ਸੁਣਿਆ ਜਿੱਥੋਂ ਦਾ ਭਾਈ ਪੱਲਾ ਜੀ ਹੋਏ ਨੇ, ਉੱਥੋਂ ਦੇ ਨੌਜਵਾਨ ਗੱਭਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਹੁਕਮ ਤੋਂ ਕੁਰਬਾਨ ਹੋਣ ਵਾਸਤੇ ਹਰਗੋਬਿੰਦਪੁਰ ਨੂੰ ਵਹੀਰਾਂ ਕੱਟ ਕੇ ਤੁਰ ਪਏ। ਸਠਿਆਲੇ ਦੇ ਸਿੱਖ ਤੁਰ ਪਏ, ਬਲ ਤੇ ਸਰਾਂ ਨਗਰ ਦੇ ਸਿੱਖ ਤੁਰ ਪਏ,
ਹਰਿਆਣਕੀ ਦੇ ਇਲਾਕੇ ਵਿੱਚੋਂ ਬਹੁਤ ਸਾਰੇ ਸਿੱਖ ਆ ਗਏ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਹੁਕਮ ਅਨੁਸਾਰ ਧਰਮ ਤੋਂ ਜਾਨਾਂ ਮਾਰਨ ਵਾਸਤੇ, ਗਾਜੀਆਂ ਦੇ ਦੰਦ ਖੱਟੇ ਕਰਨ ਵਾਸਤੇ, ਔਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਸਚਾਈ ਦਾ ਡੰਕਾ ਸੰਸਾਰ ਭਰ ਵਿੱਚ ਵਜਾਉਣ ਵਾਸਤੇ ਵਾਹਿਰਾਂ ਕੱਤ ਕੇ ਸਿੱਖ ਆ ਗਏ, ਵਹੀਰਾ ਕੱਤ। CID ਵਾਲਿਆਂ ਨੇ ਖਬਰਾਂ ਦਿੱਤੀਆਂ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸੱਦਿਆ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਨੂੰ। ਬਿਧੀ ਚੰਦ ਸਾਹਿਬ, ਸਾਨੂੰ ਪਤਾ ਲੱਗਾ ਜਲੰਧਰ ਦਾ ਨਵਾਬ ਅਬਦੁੱਲਾ ਖਾਨ 15,000 ਗਾਜੀ ਲੈ ਕੇ ਤੁਰਿਆ ਆ ਰਿਹਾ। 15,000 ਸੱਚੇ ਪਾਤਸ਼ਾਹ ਸਾਨੂੰ ਕਿਉਂ ਹੁਕਮ ਹੈ? ਬਿਧੀ ਚੰਦਾ ਉਹਦੇ ਸਵਾਗਤ ਵਿੱਚ ਫਰਕ ਨਹੀਂ ਰਹਿਣਾ ਚਾਹੀਦਾ। ਐਨ ਦਿਲ ਖੋਲ ਕੇ ਸਵਾਗਤ ਕਰਨਾ, ਦਿਲ ਖੋਲ ਕੇ। ਆਏ ਤੇ ਨੇ ਤੁਰ ਕੇ, ਪਰ ਆਪਣੇ ਪੈਰਾਂ ਨਾਲ ਤੁਰ ਕੇ ਜਲੰਧਰ ਨਹੀਂ ਜਾਣੇ ਚਾਹੀਦੇ। ਇੱਥੇ ਰੱਖਣੇ ਨੇ ਬਿਆਸ ਦੇ ਕੰਢੇ ਤੇ। ਸਾਰੇ ਜਿੰਨੇ ਆ ਰਹੇ ਨਾ ਇੱਥੇ, 7 ਵਚਨ ਹਜੂਰ ਦੀ ਜੋ ਆਗਿਆ ਖਿੜੇ ਮੱਥੇ ਪ੍ਰਵਾਨ। ਬਿਧੀ ਚੰਦਾ ਇਸ ਤਰ੍ਹਾਂ ਕਰੋ, ਜਿਹੜਾ ਕੋਟ ਅਜੇ ਥੋੜਾ ਬਹੁਤਾ ਉਸਾਰਨ ਵਾਲਾ ਨਾ, ਇਸ ਕੋਟ ਨੂੰ ਮੁਕੰਮਲ ਕਰ ਲਿਆ ਜਾਵੇ। ਇਹਦੇ ਵਿੱਚ ਕੁਝ ਕਮਰੇ ਤਿਆਰ ਕਰ ਲਏ ਜਾਣ, ਜਿੱਥੇ ਗੋਲੀ, ਸਿੱਕਾ, ਬਰੂਦ, ਦਾਣਾ, ਫੱਕਾ ਆਦਿਕ ਇਕੱਠਾ ਕੀਤਾ ਜਾਵੇ। ਸਾਰੀ ਜੰਗੀ ਤਿਆਰੀ ਕਰ ਲਈ ਜਾਵੇ। ਸੱਚੇ ਪਾਤਸ਼ਾਹ ਦਾ ਹੁਕਮ ਪਾ ਕੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਹੋਰਾਂ ਨੇ ਹੁਕਮ ਆਪਣੇ ਹਮ ਖਿਆਲੀ ਸਿੱਖਾਂ ਤੱਕ ਦੱਸਿਆ, ਸਿੱਖ ਸੰਗਤਾਂ ਤੱਕ ਦੱਸਿਆ। ਸਵੇਰ ਤੋਂ ਲੈ ਕੇ ਸ਼ਾਮ ਦਾ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਪਿੰਡ ਦੇ 4 ਸਵੇਰੇ ਕੋਟ ਜਿਹੜਾ ਸੀ ਉਹ ਮਜ਼ਬੂਤ ਕਰ ਲਿਆ ਗਿਆ। ਕਈ ਕਮਰੇ ਵਿੱਚ ਉਸਾਰ ਲਏ ਗਏ ਸਾਜੋ ਸਮਾਨ ਰੱਖਣ ਵਾਸਤੇ। ਇੱਕ ਬੰਨੇ ਬੈਠੀ ਸੱਚੀ ਸਰਕਾਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਸਿੱਖਾਂ ਦੇ ਹੌਸਲੇ ਵੇਖ ਰਹੀ ਸੀ, ਆਪਣੇ ਸਿੱਖਾਂ ਦੀ ਦਲੇਰੀ ਵੇਖ ਰਹੀ ਸੀ। ਸਿੱਖ ਬੜੀ ਬੇਸਬਰੀ ਨਾਲ ਅਬਦੁੱਲਾ ਖਾਨ ਦੀ ਫੌਜ ਦਾ ਇੰਤਜ਼ਾਰ ਕਰ ਰਹੇ ਸਨ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਹੈ। ਆਪਣੇ ਪੈਰੀ ਤੁਰ ਕੇ ਆਏ ਨੇ, ਲੇਕਿਨ ਆਪਣੇ ਪੈਰੀ ਵਾਪਸ ਨਹੀਂ ਜਾਣੇ ਚਾਹੀਦੇ। ਇਧਰ ਸੱਚੀ ਸਰਕਾਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸੋਚਦੇ ਨੇ ਭਈ ਇਸ ਨਵੇਂ ਉਸਾਰੇ ਗਏ ਪਿੰਡ ਦੀ ਜੱਠ ਜਿਹੜੀ ਆ ਨਾ, ਉਹ ਜੰਗ ਨਾਲ ਕਰਨੀ ਚਾਹੀਦੀ ਆ। ਜੰਗ ਨਾਲ ਸਿਆਣੇ ਸੱਜਣ ਜਦੋਂ ਕੋਈ ਘਰ ਬਣਾਉਂਦੇ ਨੇ, ਗੁਰੂ ਮਹਾਰਾਜ ਜੀ ਦਾ ਆਪਣੇ ਘਰ ਵਿੱਚ ਪ੍ਰਕਾਸ਼ ਕਰਦੇ ਨੇ, ਸ਼ੁਕਰਾਨਾ ਕਰਦੇ ਨੇ, ਧੰਨਵਾਦ ਕਰਦੇ ਨੇ ਭਈ ਮਹਾਰਾਜ ਨੇ ਸਾਨੂੰ ਦਾਤ ਦਿੱਤੀ ਹੈ। ਸਿੱਖ ਹਰ ਜਗ੍ਹਾ ਉੱਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਮਾਣ ਕਰਦਾ, ਸਤਿਕਾਰ ਦਿੰਦਾ। ਪਰ ਕਈ ਐਸੇ ਵੀ ਹੈਗੇ, ਜੇ ਕੋਈ ਸੱਚੇ ਪਾਤਸ਼ਾਹ ਖੁਸ਼ੀ ਦੇਵੇ ਤੇ ਆਪਣੇ ਘਰ ਵਿੱਚ ਭੰਗੜਾ ਪਾ ਪਾ ਕੇ ਵਿਹੜਾ ਹੀ ਪੁੱਟ ਸੁੱਟਦੇ ਨੇ, ਮਗਰੋਂ ਭਾਵੇਂ 6 ਮਹੀਨੇ ਗਾਲਾਂ ਹੀ ਪੈਂਦੀਆਂ ਰਹਿਣ। ਸਾਡੇ ਇਤਿਹਾਸ ਵਿੱਚ ਕਈ ਪ੍ਰਮਾਣ ਐਸੇ ਨੇ। ਗੁਰੂ ਹਰਗੋਬਿੰਦ ਸਾਹਿਬ ਦਾ ਇੱਕ ਸਾਂਢੂ ਹੋਇਆ ਭਾਈ ਸਾਈਂ ਦਾਸ, ਡਰੋਲੀ ਭਾਈ ਕੇ ਨਗਰ ਦੇ ਰਹਿਣ ਵਾਲਾ, ਬੜਾ ਅਮੀਰ ਧਨਾੜ ਸਿੱਖ ਸੀ। ਉਹਨੇ ਉਸ ਜ਼ਮਾਨੇ ਵਿੱਚ ਅਟਾਰੀ ਬਣਾਈ। ਉਸ ਜ਼ਮਾਨੇ ਵਿੱਚ ਅਟਾਰੀ ਬਾਰਿਸ਼ ਬੜੀ ਜ਼ਿਆਦਾ ਹੋ ਰਹੀ ਸੀ, ਉਹਦਾ ਪਰਿਵਾਰ ਬਾਹਰ ਭਿੱਜੇ ਤੇ ਕਿਸੇ ਸਿੱਖ ਨੇ ਆਖਿਆ ਭਈ ਸਾਈਂ ਦਾਸਾ ਏਡੀ ਵੱਡੀ ਅਟਾਰੀ ਬਣਾ ਲਈ ਆ, ਤੇਰਾ ਸਮਾਨ ਬਾਹਰ ਭਿੱਜ ਰਿਹਾ, ਤੇਰੇ ਬਾਹਰ ਬੱਚੇ ਭਿੱਜ ਰਹੇ ਨੇ, ਅੰਦਰ ਕਿਉਂ ਨਹੀਂ ਜਾਂਦਾ? ਤੇ ਭਾਈ ਸਾਈਂ ਦਾਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸਾਂਢੂ ਕਹਿੰਦਾ, ਗੁਰੂ ਕੇ ਸਿੱਖੋ, ਜਿਸ ਗੁਰੂ ਮਹਾਰਾਜ ਦੀ ਕਿਰਪਾ ਦੇ ਸਦਕਾ ਮੈਨੂੰ ਇਹ ਅਟਾਰੀ ਨਸੀਬ ਹੋਈ ਆ ਨਾ, ਜਿੰਨਾ ਚਿਰ ਅਟਾਰੀ ਦੀ ਦਾਤ ਦੇਣ ਵਾਲਾ ਗੁਰੂ ਮੇਰੇ ਘਰ ਆਣ ਕੇ ਚਰਨ ਨਹੀਂ ਨਾ ਪਾਉਂਦਾ, ਉਹਨਾਂ ਚਿਰ ਬੇਸ਼ੱਕ ਮੇਰਾ ਜਿੰਨਾ ਮਰਜ਼ੀ ਨੁਕਸਾਨ ਸਮਾਨ ਖਰਾਬ ਹੋ ਜੇ, ਮੈਂ ਇਸ ਅਟਾਰੀ ਦੇ ਅੰਦਰ ਦਾਖਲ ਨਹੀਂ ਹੋ ਸਕਦਾ। ਇਹ ਇੱਕ ਸਿੱਖ ਦੀ ਸ਼ਰਧਾ ਹੈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਜੰਗ ਨਾਲ ਇਸ ਨਗਰ ਦੀ ਜੱਠ ਕਰਾਂਗੇ। ਜੰਗ ਨਾਲ ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੇ ਸਿੱਖਾਂ ਦੇ ਨਾਮ ਵੀ ਸੁਣ ਲਓ। ਮਹਾਨ ਜਰਨੈਲ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਅਸੀਂ ਆਮ ਕਰਕੇ ਸਿੱਖ ਇਤਿਹਾਸ ਵਿੱਚ ਪੜ੍ਹਦੇ ਹਾਂ। ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ, ਪ੍ਰੇਮ ਰੰਗ ਭੀਨਾ। ਮਹਾਰਾਜ ਦੇ ਇੱਕ ਇੱਕ ਹੁਕਮ ਤੋਂ ਕਈ ਕਈ ਜਨਮ ਕੁਰਬਾਨ ਹੋਣ ਵਾਲਾ ਗੁਰੂ ਕਾ ਮਹਾਨ ਸਦਕੀ ਜਰਨੈਲ ਬਹਾਦਰ ਬਾਬਾ ਬਿਧੀ ਚੰਦ ਸਾਹਿਬ। ਇਹਦੇ ਨਾਲ ਸਿੱਖ ਜਗਤ ਦਾ ਮਹਾਨ ਸ਼ਾਇਰ ਭਾਈ ਮਥਰਾ, ਜਿਹਨੂੰ ਅਸੀਂ ਭੱਟ ਮਥਰਾ ਕਹਿੰਦੇ ਆ, ਭੱਟ। ਇਹਦੇ ਨਾਲ ਭਾਈ ਕਲਿਆਣਾ, ਭਾਈ ਨਾਨੂ, ਭਾਈ ਜੱਟੂ, ਭਾਈ ਮੋਲਕ ਆਦਿ ਸੱਚੇ ਪਾਤਸ਼ਾਹ ਮਹਾਰਾਜ ਦੇ ਬੜੇ ਮਹਾਨ ਜਰਨੈਲ, ਹੰਢੇ ਵਰਤੇ ਤਜਰਬੇਕਾਰ, ਬੜੀ ਬੇਸਬਰੀ ਨਾਲ ਸੱਚੇ ਪਾਤਸ਼ਾਹ ਮਹਾਰਾਜ ਦੇ ਹੁਕਮ ਅਨੁਸਾਰ ਅਬਦੁੱਲੇ ਦੀ ਫੌਜ ਦਾ ਇੰਤਜ਼ਾਰ ਕਰ ਰਹੇ ਸੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਮੋਰਚਾਬੰਦੀ ਕਰਕੇ ਇੱਕ ਇੱਕ ਮੋਰਚੇ ਦੀ ਜ਼ਿੰਮੇਵਾਰੀ ਆਪਣੇ ਆਪਣੇ ਇੱਕ ਇੱਕ ਸਿੱਖ ਨੂੰ ਸੌਂਪ ਦਿੱਤੀ। ਆਪਣੇ ਇੱਕ ਇੱਕ ਸਿੱਖ ਇਧਰ ਤੋਂ ਸਿੱਖ ਖੜਕਾਉਂਦਾ, ਮਾਰੋ ਮਾਰ ਕਰਦਾ ਹੋਇਆ 15,000 ਫੌਜ ਲੈ ਕੇ ਅਬਦੁੱਲਾ ਖਾਨ ਚੜਿਆ। ਉਹਨੇ ਆਪਣੀ ਫੌਜ ਨੂੰ 8 ਹਿੱਸਿਆਂ ਵਿੱਚ ਵੰਡ ਦਿੱਤਾ। ਆਪਣੀ ਫੌਜ ਨੂੰ 8 ਹਿੱਸਿਆਂ ਵਿੱਚ। ਉਹਨੇ ਪਤਾ ਕੀ ਆਖਿਆ ਸਿੱਖਾਂ ਦੀ ਗਿਣਤੀ ਵੇਖ ਕੇ
ਕਹਿੰਦਾ ਵੀ 100 ਗਾਜੀ ਨੂੰ 10 ਸਿੱਖ ਆਉਂਦੇ ਨੇ, 100 ਗਾਜੀ ਨੂੰ 10 ਸਿੱਖ ਆਉਂਦੇ ਨੇ, ਇੱਕ ਵੀ ਸਿੱਖ ਨਹੀਂ ਬਚਣਾ ਚਾਹੀਦਾ। 100 ਬੰਦਾ 10 ਬੰਦੇ ਸ਼ਹੀਦ ਕਰੇਗਾ। ਤੇ ਸਾਡੇ ਗੁਰੂ ਸਾਹਿਬਾਨਾਂ ਦਾ ਹੁਕਮ ਕੀ ਹੈ? 1.25 लाख से एक लड़ाऊं, चिड़िया कोलों बाज तड़ाऊं, तबा गोबिंद सिंह नाम कहाऊं। साडा मिशन, साडा सिद्धांत, साडी परिभाषा कहती है एक नूं 1.25 लाख ना लड़ाया जाएगा तो इन्ने डरपोक आखण बई 100 बंदा 10 बंदियां नाल लड़ेगा। 8 हिस्सियां विच अब्दुल्ला खान ने अपनी फौज लाती। 8 हिस्से जिहड़ा सब तो पहला उन्हें जरनैल तोरिया, ਇਹਦਾ ਨਾਂ ਸੀ ਮੁਹੰਮਦ ਖਾਨ। ਇਹਦੇ ਪੈਰ ਧਰਤੀ ਤੇ, ਸਿਰ ਆਕਾਸ਼ ਤੇ, ਐਨ ਤਗੜਾ ਚੌੜਾ ਕੱਦ, ਮਸ਼ਕ ਮੱਧ ਪਹੁੰਚਾ ਜਾਣ ਵਾਲਾ, ਸਾਬਤ ਦੁੰਬਾ ਹਜ਼ਮ ਕਰਨ ਵਾਲਾ, ਆਪਣੇ ਸਾਥੀਆਂ ਨੂੰ ਨਾਲ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਸਿੱਖ ਦੇ ਮੋਰਚੇ ਤੇ ਜਦੋਂ ਵਧਿਆ ਨਾ, ਜਿਸ ਮੋਰਚੇ ਵੱਲ ਇਹ ਗਿਆ, ਉੱਥੇ ਗੁਰੂ ਮਹਾਰਾਜ ਜੀ ਦਾ ਮਹਾਨ ਜਰਨੈਲ ਭਾਈ ਜੱਟੂ ਬੜੀ ਬੇਸਬਰੀ ਨਾਲ ਇਹਦਾ ਇੰਤਜ਼ਾਰ ਕਰ ਰਿਹਾ ਸੀ। ਬੇਸਬਰੀ ਨਾਲ, ਜਿਵੇਂ ਇੱਕ ਬੰਨਿਓ ਢੋਲ ਤੇ ਡਗਾ, ਇੱਕ ਬੰਨਿਓ ਸਤਿ ਸ੍ਰੀ ਅਕਾਲ ਦੇ ਜਕਾਰੇ, ਉਹਨਾਂ ਜਕਾਰਿਆਂ ਨੇ ਧਰਤੀ ਆਕਾਸ਼ ਦਾ ਪਾੜ ਆਪਸ ਵਿੱਚ ਕੰਬਣ ਵਾਸਤੇ ਜਿਵੇਂ ਲਾਇਆ, ਜਿਵੇਂ ਸੌਣ ਮਹੀਨੇ ਲਹਿੰਦੇ ਵਾਲੇ ਬੰਨਿਓ ਬੱਦਲਾਂ ਦੀਆਂ ਘਟਾਂ ਚੜ ਕੇ ਆਉਂਦੀਆਂ, ਜਿੱਤ ਤੇ ਹਾਰ ਦਾ ਨਤਾਰਾ ਜਿਵੇਂ ਹਰਗੋਬਿੰਦਪੁਰ ਸਾਹਿਬ ਦੇ ਮੈਦਾਨ ਅੰਦਰ ਹੋ ਰਿਹਾ। ਉਸ ਵੇਲੇ ਦੀ ਦਾਸਤਾਨ ਇਹਨਾਂ 4 ਸ਼ਬਦਾਂ ਵਿੱਚ ਇੰਟਰਨੈਸ਼ਨਲ 골ਡ ਮੈਡਲਿਸਟ ਕਵੀਸ਼ਰ ਸੁੱਚਾ ਸਿੰਘ ਡੇਰਾ ਪਛਾਣਾ, ਸਾਥ ਦੇ ਰਹੇ ਨੇ ਭਾਈ ਸਤਨਾਮ ਸਿੰਘ ਲੀਲ ਕਲਾਂ, ਭਾਈ ਗੁਲਾਬ ਸਿੰਘ ਰੰਧਾਵਾ ਤੇ ਜਗਰੂਪ ਸਿੰਘ। ਸ਼ਬਦਾਂ ਦੀ ਤਸਵੀਰ ਵਿੱਚੋਂ ਤੱਕੋ ਮਹਾਰਾਜ ਦੇ ਸਿੱਖਾਂ ਨੇ ਜਿਵੇਂ ਮਾਰ ਕੇ ਦਾ ਜੰਗ ਕੀਤਾ, ਇਉਂ ਬੇਨਤੀ ਕੀਤੀ ਜਾ ਰਹੀ। ਦੁਸ਼ਮਣ ਦਾ ਡਰ ਕੋਈ ਨਾ, ਆਪਣੇ ਬਣੇ ਗਦਾਰ, ਚੜਦਾ ਸੂਰਜ ਛਿਪ ਗਿਆ, ਕਿਸਮਤ ਦੇ ਗਈ ਹਾਰ। ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਕਟ ਮਰੇ ਕਬਹੂ ਨਾ ਛੱਡੈ ਖੇਤ। ਗੁਰੂ ਕੋਲ ਪਾ ਕੇ ਗੁਰ ਸਿੱਖਾਂ ਆਗਿਆ, ਵੈਰੀ ਦੀਆਂ ਫੌਜਾਂ ਉੱਤੇ ਤੋੜਾ ਦਾਗਿਆ। ਉਹ ਦੂਰ ਤੋਂ ਦੜਾ ਕੇ ਤੁਲਿਆ ਤਰੰਗ ਜੀ, ਇੰਨੇ ਜੋਸ਼ ਨਾਲ ਸਿੱਖਾਂ ਕੀਤਾ ਜੰਗ ਜੀ। ਗੁਰੂ ਕੋਲ ਪਾ ਕੇ ਗੁਰ ਸਿੱਖਾਂ ਆਗਿਆ, ਵੈਰੀ ਦੀਆਂ ਫੌਜਾਂ ਉੱਤੇ ਤੋੜਾ ਦਾਗਿਆ। ਉਹ ਦੂਰ ਤੋਂ ਦੜਾ ਕੇ ਤੁਲਿਆ ਤਰੰਗ ਜੀ, ਇੰਨੇ ਜੋਸ਼ ਨਾਲ ਸਿੱਖਾਂ ਕੀਤਾ ਜੰਗ ਜੀ। ਵੱਧ ਕੇ ਜਵਾਨ ਪੈਂਦੇ ਦੁਆ ਧਰਾਂ ਦੇ, ਲੱਗਗੇ ਅੰਬਾਰ ਧਰਤੀ ਤੇ ਸਿਰਾਂ ਦੇ। ਉਹ ਲੱਗ ਗਿਆ ਖੂਨ ਘੋੜਿਆਂ ਦੇ ਤੰਗ ਜੀ, ਇੰਨੇ ਜੋਸ਼ ਨਾਲ ਸਿੱਖਾਂ ਕੀਤਾ ਜੰਗ ਜੀ। ਲੋਥਾਂ ਨੂੰ ਚੜਾਈ ਜਾਂਦੇ ਆ, ਮੁਗਲਾਂ ਨੂੰ ਬਹੁਤ ਨਾ ਵਿਆਹੀ ਜਾਂਦੇ ਆ। ਉਹ ਭੁੰਨ ਸੁੱਟੇ ਲਾਟ ਜੋ ਪਤੰਗ ਜੀ, ਇੰਨੇ ਜੋਸ਼ ਨਾਲ ਸਿੱਖਾਂ ਕੀਤਾ ਜੰਗ ਜੀ। ਕਈ ਜਰਨੈਲ ਅਤੇ ਦੋਵੇਂ ਸਿੱਖ ਜੀ, ਗਏ ਨੇ ਸ਼ਹੀਦਾਂ ਵਿੱਚ ਨਾਵਾਂ ਲਿਖ ਜੀ। ਉਹ ਸਿੱਖਾਂ ਨੂੰ ਵਿਖਾਏ ਮੋਮਣਾ ਨੇ ਰੰਗ ਜੀ, ਇੰਨੇ ਜੋਸ਼ ਨਾਲ ਸਿੱਖਾਂ ਕੀਤਾ ਜੰਗ ਜੀ। ਆਇਆ ਬਲਵੰਡ ਲਲਕਾਰੇ ਮਾਰਦਾ, ਮਥਰਾ ਗੁਰੂ ਦਾ ਸਿੰਘ ਲਲਕਾਰਦਾ। ਉਹ ਖਿਲਰੇ ਮੈਦਾਨ ਵਿੱਚ ਅੰਗ ਅੰਗ ਜੀ, ਇੰਨੇ ਜੋਸ਼ ਨਾਲ ਸਿੱਖਾਂ ਕੀਤਾ ਜੰਗ ਜੀ। ਮਥਰੇ ਨੇ ਜੱਫਾ ਪਾ ਮੁਗਲ ਢਾ ਦਿੱਤਾ, ਮਾਰ ਕੇ ਕਟਾਰੀ ਰੇੜਕਾ ਮੁਕਾ ਦਿੱਤਾ। ਉਹ ਬਹੁਤ ਚੱਲੇ ਨੇ ਜੇ ਗੋਲੀਆਂ ਖੁਦੰਗ ਜੀ, ਇੰਨੇ ਜੋਸ਼ ਨਾਲ ਸਿੱਖਾਂ ਕੀਤਾ ਜੰਗ ਜੀ। ਬੜਾ ਤਵਾਰੀਕਾਂ ਸ਼ਾਇਰੀਆਂ ਛਪਾਈਆਂ ਨੇ, ਲਛਮਣ ਤੇ ਰਾਮ ਰਲ ਦੋਹਾਂ ਭਾਈਆਂ ਨੇ। ਉਹ ਮਥਰਾ ਵੀ ਹੋ ਗਿਆ ਸ਼ਹੀਦ ਸੰਗ ਜੀ, ਇੰਨੇ ਜੋਸ਼ ਨਾਲ ਸਿੱਖਾਂ ਕੀਤਾ ਜੰਗ ਜੀ। ਲਹੂ ਤੇ ਕਸ਼ੂ ਨੇ ਜੈਸੇ ਵਿੱਚ
ਜੋਸ਼ ਨਾਲ ਸਿੱਖਾਂ ਕੀਤਾ ਜੰਗ ਜੀ। ਬਹੁਤ ਸਾਰੀ ਗੁਰੂ ਕੀ ਸੰਗਤ ਵੱਲੋਂ ਇਤਿਹਾਸ ਦੇ ਸਤਕਾਰ ਅੰਦਰ ਪਿਆਰ ਆਦਰ ਕੀਤਾ ਜਾ ਰਿਹਾ। ਧੰਨਵਾਦ ਕਰ ਜਿਹੜੇ ਜੋੜਾ ਘਰ ਵਿੱਚ ਸਤਕਾਰਯੋਗ ਵੀਰ ਸੇਵਾਵਾਂ ਨਿਭਾ ਰਹੇ ਨੇ, ਉਹਨਾਂ ਵੱਲੋਂ ਬਹੁਤ ਸਾਰੀਆਂ ਵਿਸ਼ੇਸ਼ ਰੂਪ ਅੰਦਰ ਸਾਡੇ ਜਥੇ ਨੂੰ ਅਸੀਸਾਂ ਆਈਆਂ। ਮੈਂ ਉਹਨਾਂ ਦੇ ਹਾਰਦਿਕ ਸਨੇਹ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਿਰਪਾ ਕਰਨ। ਸੇਵਾ ਹਰ ਤਰ੍ਹਾਂ ਦਾ ਹੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਪ੍ਰਵਾਨ ਹੈ, ਲੇਕਿਨ ਜੋੜਿਆਂ ਦੀ ਇੱਕ ਬੜੀ ਵੱਡੀ ਸੇਵਾ, ਬੜੀ ਵੱਡੀ। ਅਸੀਂ ਆਪਣਾ ਜੋੜਾ ਪੈਰੋਂ ਉਤਾਰ ਕੇ ਹੱਥ ਨਾ ਚੁੱਕ ਕੇ ਦੂਜੀ ਜਗ੍ਹਾ ਨਹੀਂ ਰੱਖਦੇ, ਪੈਰ ਨਾਲ ਉਹਨੂੰ ਮੰਜੇ ਦੇ ਥੱਲੇ ਕਰਨ ਦਾ ਯਤਨ ਕਰਦੇ ਆ। ਮੰਜੇ ਕਿਸੇ ਦੇ ਜੋੜੇ ਨੂੰ ਸਾਫ਼ ਕਰਨਾ, ਸੰਭਾਲਣਾ, ਥਾਂਪੁਰ ਰੱਖਣਾ, ਇਹ ਇੱਕ ਬੜੀ ਵੱਡੀ ਸੇਵਾ ਹੈ। ਮੈਂ ਉਹਨਾਂ ਸਾਰੇ ਵੀਰਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦਾ, ਵਾਹਿਗੁਰੂ ਜੀ ਕਿਰਪਾ ਕਰੋ। ਉਹਨਾਂ ਵੱਲੋਂ ਇੱਕ ਸਿਫਾਰਿਸ਼ ਵੀ ਕੀਤੀ ਗਈ ਹੈ ਕਿ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਜਦੋਂ ਦੂਜਾ ਘੋੜਾ ਲੈ ਕੇ ਨਿਕਲਦੇ ਨੇ, ਛੰਦ ਸੰਗਤ ਨਾਲ ਸਾਂਝਾ ਕੀਤਾ ਜਾਵੇ। ਪਰ ਮੈਂ ਦੋਵੇਂ ਹੱਥ ਜੋੜ ਕੇ ਮਾਫੀ ਚਾਹੁੰਦਾ, ਕਿਉਂਕਿ ਜਿਹੜਾ ਮਜ਼ਮੂਨ ਮੈਨੂੰ ਦਿੱਤਾ ਗਿਆ ਨਾ, ਚੱਲਦੇ ਪ੍ਰਸੰਗ ਨੂੰ ਰਾਹ ਵਿੱਚ ਛੱਡ ਦਿੱਤਾ ਜਾਵੇ ਤੇ ਫਿਰ ਕਈ ਸਰੋਤੇ ਇਤਰਾਜ਼ ਵੀ ਕਰਦੇ ਨੇ, ਕਿਉਂਕਿ ਇੰਨੇ ਪਿਆਰ ਨਾਲ ਤੁਸੀਂ ਮੇਰੇ ਤੇ ਹੁਕਮ ਲਾਇਆ। ਮੈਂ ਤੁਹਾਡੇ ਕੋਲੋਂ ਮਾਫੀ ਮੰਗਣਾ ਤੇ ਵਾਅਦਾ ਰਿਹਾ ਵੀ ਜਦੋਂ ਦੂਜੀ ਵਾਰ ਇਸ ਨਗਰ ਵਿੱਚ ਜਾਂ ਇਲਾਕੇ ਵਿੱਚ ਆਉਣ ਦਾ ਵਾਹਿਗੁਰੂ ਨੇ ਤਰਸ ਕੀਤਾ ਤੇ ਇਹ ਮੰਗ ਤੁਹਾਡੀ ਜਿਹੜੀ ਹੈ ਉਹ ਜ਼ਰੂਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ। ਸਤਿਕਾਰਯੋਗ ਸਰਪੰਚ ਸਰਦਾਰ ਜਸਵੰਤ ਸਿੰਘ ਜੀ, ਉਹਨਾਂ ਵੱਲੋਂ ਸੌਦਮੜਾ ਮਾਇਆ ਇਤਿਹਾਸ ਦੇ ਸਤਿਕਾਰ ਅੰਦਰ ਹਾਜ਼ਰ ਹੋਈ ਹੈ। ਵਾਹਿਗੁਰੂ ਦੇ ਚਰਨਾਂ ਚ ਅਰਦਾਸ, ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼। ਸਰਦਾਰ ਕਾਬਲ ਸਿੰਘ ਜੀ ਪੋਤਰੇ ਦੀ ਦਾਤ ਮੰਗਦੇ ਨੇ, ਸੱਚੇ ਪਾਤਸ਼ਾਹ ਪੋਤਰੇ ਦੀ ਦਾਤ ਬਖਸ਼ਿਸ਼ ਕਰਨ। ਬੀਬੀ ਸੰਦੀਪ ਕੌਰ ਤੇ ਸੰਦੀਪ ਸਿੰਘ ਕੈਨੇਡਾ ਵਿੱਚ ਨੇ, ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ। ਮੇਰੀਆਂ ਧੀਆਂ, ਮੇਰੀਆਂ ਭੈਣਾਂ, ਮੇਰੀਆਂ ਮਾਤਾਵਾਂ ਬਹੁਤ ਸਾਰੀ ਮਾਇਆ ਹਾਜ਼ਰ ਕਰਕੇ ਗਈਆਂ। ਗੁਰੂ ਬਾਬਾ ਪਰਿਵਾਰਾਂ ਵਿੱਚ ਸੁਖ ਸ਼ਾਂਤੀ, ਚੜ੍ਹਦੀ ਕਲਾ, ਸੇਵਾ ਸਿਮਰਨ, ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ। ਇਸ ਬੰਨੇ ਵੱਖਰੇ ਵੱਖਰੇ ਪਿੰਡਾਂ ਨਾਲ ਸੰਬੰਧ ਰੱਖਣ ਵਾਲੇ ਸਤਿਕਾਰਯੋਗ ਜ਼ਿੰਮੇਵਾਰ ਭਰਾ ਬੈਠੇ ਨੇ, ਉਹਨਾਂ ਵੱਲੋਂ ਬਹੁਤ ਸਾਰੀਆਂ ਅਸੀਸਾਂ ਆਈਆਂ। ਧੰਨਵਾਦ ਕਰਦਾ। ਸਟੇਜ ਉੱਤੇ ਬੈਠੀ ਗੁਰੂ ਕੀ ਸੰਗਤ, ਗੁਰੂ ਕੇ ਸੇਵਾਦਾਰ, ਉਹਨਾਂ ਵੱਲੋਂ ਮੁਹੱਬਤ ਭਰਿਆ ਪਿਆਰ ਸਾਨੂੰ ਭੇਜਿਆ ਗਿਆ ਹੈ। ਮੈਂ ਆਪਣੇ ਜਥੇ ਵੱਲੋਂ ਸਾਰੇ ਮਹਾਂਪੁਰਸ਼ਾਂ ਦਾ, ਗੁਰੂ ਕੇ ਸਿੰਘਾਂ ਦਾ, ਗੁਰੂ ਕੇ ਪ੍ਰਬੰਧਕ ਜਨਾਂ ਦਾ ਧੰਨਵਾਦ ਕਰਦਾ। ਸਤਿਗੁਰੂ ਦੀ ਤਾਬਿਆ ਵਿੱਚ ਬੈਠੇ ਸਤਿਕਾਰਯੋਗ ਭਾਈ ਸਾਹਿਬ, ਉਹਨਾਂ ਵੱਲੋਂ ਬਹੁਤ ਸਾਰੀਆਂ ਅਸੀਸਾਂ ਆਈਆਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਦਰ ਘਰ ਦੀ ਸੇਵਾ ਝੋਲੀ ਵਿੱਚ ਪਾ ਕੇ ਰੱਖਣ। ਇਸੇ ਤਰ੍ਹਾਂ ਗੁਰੂ ਪਾਤਸ਼ਾਹ ਦੇ ਘਰ ਦੀ ਖੁਸ਼ੀ ਪ੍ਰਾਪਤ ਕਰਕੇ ਉਹ ਸੱਚੇ ਪਾਤਸ਼ਾਹ ਦੀ ਖੁਸ਼ੀ ਦੇ ਪਾਤਰ ਬਣਦੇ ਰਹਿਣ। ਵਿਰਕ ਸਾਊਂਡ ਵਾਲੇ ਵੀਰਾਂ ਦਾ ਧੰਨਵਾਦ, ਜਿਨ੍ਹਾਂ ਵੱਲੋਂ ਬੜੀ ਜ਼ਿੰਮੇਵਾਰੀ ਦੇ ਨਾਲ ਸੇਵਾਵਾਂ ਦਿੱਤੀਆਂ ਜਾ ਰਹੀਆਂ। ਧੰਨਵਾਦ ਕਰਦਾ। ਟੀਵੀ ਚੈਨਲ ਵਾਲੇ ਵੀਰਾਂ ਦਾ ਧੰਨਵਾਦ, ਜਿਨ੍ਹਾਂ ਵੱਲੋਂ ਸੰਸਾਰ ਭਰ ਵਿੱਚ ਇੱਕ ਪ੍ਰੋਗਰਾਮ ਵਿਖਾਇਆ ਜਾ ਰਿਹਾ ਹੈ। ਵਾਹਿਗੁਰੂ ਉਹਨਾਂ ਦੀ ਸੇਵਾ ਵੀ ਆਪਣੇ ਚਰਨਾਂ ਵਿੱਚ ਦਰ ਪ੍ਰਵਾਨ ਕਰਨ। ਅਕਸਰ ਮੈਂ ਸਟੇਜਾਂ ਤੇ ਬੇਨਤੀ ਕਰਦਾ ਹਾਂ ਵੀ ਜਿਹੜਾ ਆਨੰਦਪੁਰ ਸਾਹਿਬ ਦਾ ਮਤਾ ਸੀ ਨਾ, ਉਹਦੇ ਵਿੱਚ ਇੱਕ ਮਤਾ ਇਹ ਵੀ ਰੱਖਿਆ ਗਿਆ ਸੰਤ ਬਾਬਾ ਜਰਨੈਲ ਸਿੰਘ ਜੀ ਹੋਰਾਂ ਵੱਲੋਂ ਕਿ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਜਿਹੜਾ ਗੁਰਬਾਣੀ ਦਾ ਟਰਾਂਸਮੀਟਰ ਚੱਲਦਾ ਨਾ, ਉਹ ਕੇਵਲ 150 ਕਿਲੋਮੀਟਰ ਦੀ ਦੂਰੀ ਤੱਕ ਹੈ। ਲੁਧਿਆਣੇ ਤੋਂ ਪਹਿਲਾਂ ਉਹਦੀ ਰੇਂਜ ਖਤਮ ਹੋ ਜਾਂਦੀ। ਅੰਮ੍ਰਿਤਸਰ ਸਾਹਿਬ ਤੋਂ ਜਿਹੜਾ 3 ਚੈਨਲ ਚੱਲਦੇ ਨੇ, 2 3 ਚੈਨਲ, ਇਹ ਉਸ ਮਹਾਨ ਮਹਾਂਪੁਰਸ਼ ਦੀ ਕੁਰਬਾਨੀ ਹੈ। ਆਓ ਇੱਕ ਵਾਰ ਸੰਤ ਬਾਬਾ ਜਰਨੈਲ ਸਿੰਘ ਸਾਹਿਬ ਜੀ ਹੋਰਾਂ ਨੂੰ ਪ੍ਰਣਾਮ ਕਰਦੇ ਹੋਏ ਸਤਿਗੁਰੂ ਨੂੰ ਸੀਸ ਝੁਕਾ ਕੇ ਪਿਆਰ ਨਾਲ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਪਹਿਲੇ ਦਿਨ ਦੀ ਜੰਗ ਲੜਦਿਆਂ ਦੋ ਜਰਨੈਲ ਆਪਸ ਵਿੱਚ ਇੱਕ ਸਾਂਝਾ ਵਾਰ ਚੱਲਿਆ। ਗੁਰੂ ਮਹਾਰਾਜ ਜੀ ਦਾ ਸਦਕੀ ਜਰਨੈਲ ਭਾਈ ਜੱਟੂ ਤੇ ਦੂਜੇ ਬੰਨਿਓ ਬੜਾ ਹੰਡਿਆ ਵਰਤਿਆ ਜਰਨੈਲ ਮੁਹੰਮਦ ਖਾਨ ਸਾਂਝੇ ਵਾਰ ਨਾਲ ਰਣ ਤੱਤੇ ਵਿੱਚ ਦੋਵੇਂ ਸ਼ਹੀਦ ਹੋ ਕੇ ਡਿੱਗ ਪਏ, ਦੋਵੇਂ ਸ਼ਹੀਦ ਹੋਏ। ਸਤਿਕਾਰਯੋਗ ਸਾਧ ਸੰਗਤ ਜੀ, ਜਿੱਥੇ ਅਸੀਂ ਸਿੱਖ ਜਰਨੈਲਾਂ ਦੀ ਬਹਾਦਰੀ ਦੇ ਸੋਹਲੇ ਗਾਉਣੇ ਆ ਨਾ, ਸਾਨੂੰ ਮੁਗਲਾਂ ਦੀ ਬਹਾਦਰੀ ਦੇ ਸੋਹਲੇ ਵੀ ਗਾਉਣੇ ਪੈਂਦੇ, ਕਿਉਂਕਿ ਉਹ ਕਮਜ਼ੋਰ ਨਹੀਂ ਸਨ, ਉਹ ਮਾੜੇ ਨਹੀਂ ਸਨ। ਸੂਰਜ ਦੇ ਸਾਹਮਣੇ ਖਲੋਣਾ ਹਰ ਬੰਦੇ ਦੀ ਵੱਸ ਦੀ ਗੱਲ ਨਹੀਂ, ਚਟਾਨ ਨਾਲ ਮੱਥਾ ਲਾਉਣਾ ਹਰ ਬੰਦੇ ਦੇ ਵੱਸ ਦੀ ਗੱਲ ਨਹੀਂ। ਉਹ ਬੜੇ ਵੱਡੇ ਦਿਲਾਂ ਵਾਲੇ ਸਨ, ਜਿਹੜੇ ਗੁਰੂ ਕੇ ਸਿੱਖਾਂ ਨਾਲ ਲੜਨ ਵਾਸਤੇ ਆਉਂਦੇ ਰਹੇ। ਕੁਦਰਤੀ ਗੱਲ ਭਈ ਉਹ ਲਾਲਚ ਲੈ ਕੇ ਲੜਦੇ ਰਹੇ, ਉਹ ਚੌਧਰ ਦੇ ਮਾਰੇ ਲੜਦੇ ਰਹੇ, ਹਾਰ ਜਾਂਦੇ ਰਹੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਸਿੱਖ ਇੱਕ ਮਿਸ਼ਨ ਲੈ ਕੇ ਚੱਲਦੇ ਸਨ, ਕਬੀਰ ਮੋਹੇ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੇ द्वार, ਮਤ ਹਰ ਪੁੱਛਾ ਕੌਣ ਹੈ, ਪਰਾ ਹਮਾਰੇ ਬਾਹਰ। ਇੱਕ ਮਿਸ਼ਨ ਲੈ ਕੇ ਮਹਾਰਾਜ ਦੇ ਸਿੱਖ ਚੱਲਦੇ ਸਨ, ਜਿਸ ਮਰਨੇ ਤੇ ਜਗ ਡਰਾ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਆ ਪੂਰਨ ਪਰਮਾਨੰਦ। ਜਿਸ ਕੌਮ ਦੇ ਸਿਪਾਹੀ ਇਹ ਕਹਿਣ
ਸਾਨੂੰ ਮਰਨ ਤੋਂ ਪਿੱਛੋਂ ਆਨੰਦ ਪ੍ਰਾਪਤ ਹੁੰਦਾ। ਦੁਨੀਆ ਦੀ ਕੋਈ ਤਾਕਤ ਉਹਨਾਂ ਨੂੰ ਡਰਾ ਧਮਕਾ ਖਤਮ ਨਹੀਂ ਕਰ ਸਕਦੀ। ਸ਼ਾਮਾਂ ਦਾ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਮੁਹੰਮਦ ਖਾਨ ਤੇ ਗੁਰੂ ਮਹਾਰਾਜ ਜੀ ਦਾ ਮਹਾਨ ਜਰਨੈਲ ਭਾਈ ਜੱਟੂ ਸ਼ਹੀਦ ਹੋ ਗਏ। ਖਾਲੀ ਮੋਰਚਿਆਂ ਉੱਤੇ ਦੋਵਾਂ ਤਰ੍ਹਾਂ ਦੀਆਂ ਫੌਜਾਂ ਆਪਸ ਵਿੱਚ ਲੜੀਆਂ ਤੇ ਦੋਵਾਂ ਤਰ੍ਹਾਂ ਦੀਆਂ ਫੌਜਾਂ ਵੀ ਜਿਹੜੀਆਂ ਸਨ ਸ਼ਹੀਦ ਹੋ ਗਈਆਂ। ਇਧਰ ਸੂਰਜ ਦੇਵਤੇ ਨੇ ਮੂੰਹ ਛਪਾ ਲਿਆ, ਜੰਗਬੰਦੀ ਹੋ ਗਈ। ਜੰਗਬੰਦੀ ਇੱਥੇ ਇਹ ਵੀ ਦੱਸਣਾ ਚਾਹੁੰਦਾ ਭਈ ਉਹ ਕਿੱਡੇ ਕਿੱਡੇ ਦਿਲਾਂ ਵਾਲੇ ਮਰਦ ਸਨ ਜਿਹੜੇ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਡੁੱਬਣ ਤੱਕ ਲੜਦੇ ਸਨ। ਜਦੋਂ ਸੂਰਜ ਛਿਪ ਜਾਂਦਾ ਸੀ ਨਾ ਫਿਰ ਦੋਵਾਂ ਧਿਰਾਂ ਵੱਲੋਂ ਹੀ ਲੜਾਈ ਬੰਦ ਹੋ ਜਾਂਦੀ ਸੀ, ਦੋਵਾਂ ਧਿਰਾਂ ਵੱਲੋਂ। ਅੱਜ ਕਿੰਨੀ ਟੈਕਨੋਲੋਜੀ ਹੈ, ਕਿੰਨੀਆਂ ਮਝੈਲਾਂ ਨੇ, ਕਿੰਨੇ ਪਰਮਾਣੂ, ਕਿੰਨੇ ਖਤਰਨਾਕ ਹਥਿਆਰ, ਪਰ ਅੱਜ ਵੀ ਲੋਕੇ ਜੰਗ ਹੋ ਰਹੀ ਆ। ਸ਼ਾਮ ਵੇਲੇ ਰਾਤ ਵੇਲੇ ਜੰਗ ਹੁੰਦੀ ਆ, ਦਿਨ ਵੇਲੇ ਲੜਾਈ ਬੰਦ ਕਰ ਦਿੱਤੀ ਜਾਂਦੀ। ਪਰ ਉਹ ਮਰਦ ਕਿੱਡੇ ਵੱਡੇ ਜਿਗਰੇ ਵਾਲੇ ਸਨ ਜਿਹੜੇ ਸਵੇਰੇ ਸੂਰਜ ਚੜ੍ਹਨ ਤੋਂ ਲੈ ਕੇ ਲੜਨਾ ਸ਼ੁਰੂ ਕਰਦੇ ਸਨ ਤੇ ਜਦੋਂ ਸੂਰਜ ਛਿਪ ਜਾਂਦਾ ਸੀ ਨਾ ਆਪਣੇ ਆਪ ਦੋਵੇਂ ਤਰ੍ਹਾਂ ਲੜਾਈ ਬੰਦ ਕਰ ਦਿੰਦੀਆਂ ਸਨ। ਆਪਣੇ ਹੈਨ ਜੱਗ ਤੇ ਦਿਲਾਂ ਦੇ ਦਰਦ ਬਣਦੇ ਪੀੜਾਂ ਆਜ ਜਾਂ ਵਾਸਤੇ ਦੇਸ਼ ਕੌਮ ਦੇ ਉਹ ਸਰਤਾਜ ਹੁੰਦੇ ਸੀਸ ਆਪਣਾ ਤਲੀ ਤੇ ਧਰਨ ਵਾਲੇ ਤਾਰ ਜਾਂਦੇ ਬੇੜੇ ਕੌਮ ਦੇ ਨੂੰ ਮਰਦ ਆਪਣੇ ਲਹੂ ਵਿੱਚ ਤਰਨ ਵਾਲੇ ਸਦਾ ਲਈ ਜਹਾਨ ਤੇ ਰਹਿਣ ਜਿਉਂਦੇ ਦੇਸ਼ ਕੌਮ ਦੇ ਵਾਸਤੇ ਮਰਨ ਵਾਲੇ। ਅਗਲੇ ਦਿਨ ਦਾ ਸੂਰਜ ਚੜਿਆ, ਫਿਰ ਇੱਕ ਬੰਨਿਓ ਢੋਲ ਤੇ ਡਗਾ ਤੇ ਦੂਜੇ ਬੰਨੇ ਨਗਾਰੇ ਤੇ ਚੋਟਾਂ ਪਈਆਂ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਇੱਕ ਸੰਤ ਆਇਆ, ਇੱਕ ਸ਼ਾਇਰ ਆਇਆ ਜਿਹਦਾ ਨਾਂ ਇਤਿਹਾਸ ਵਿੱਚ ਭਾਈ ਮਥਰਾ ਜੀ ਹੈ। ਭਾਈ ਮਥਰਾ ਬਾਣੀ ਅੰਦਰ ਭਾਈ ਮਥਰਾ ਜੀ ਕਹਿੰਦੇ ਨੇ ਭੰਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪਰਤਾ ਖਰ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਖਲੋ ਕੇ ਕਹਿੰਦਾ ਗਰੀਬ ਨਵਾਜ਼ ਸੱਚੇ ਪਾਤਸ਼ਾਹ ਅੱਗੇ ਕਲਮ ਨਾਲ ਗੁਰੂ ਨਾਨਕ ਸਾਹਿਬ ਦੇ ਘਰ ਦੀ ਉਸਤਤ ਕੀਤੀ ਆ। ਕਲਮ ਨਾਲ ਗਰੀਬ ਨਵਾਜ਼ ਸੱਚੇ ਪਾਤਸ਼ਾਹ ਆ ਗਿਆ, ਬਖਸ਼ਿਸ਼ ਕਰੋ। ਇਹ ਮਿੱਟੀ ਦਾ ਭਾਂਡਾ, ਇਹ ਸਰੀਰ ਗੁਰੂ ਨਾਨਕ ਸਾਹਿਬ ਦੇ ਲੇਖੇ ਲਾਉਣਾ ਚਾਹੁੰਦਾ। ਰਣ ਤੱਤੇ ਵਿੱਚ ਤਲਵਾਰ ਨਾਲ ਦੁਸ਼ਮਣ ਦੀ ਫੌਜ ਨਾਲ ਦੋ ਹੱਥ ਕਰਨੇ ਚਾਹੁੰਦਾ, ਦੋ ਹੱਥ। ਅਸੀਂ ਕੱਲ ਇੱਕ ਸਮਾਗਮ ਤੋਂ ਲੰਘ ਰਹੇ ਸਾਂ ਤੇ ਇੱਕ ਭਾਈ ਲੰਘਦਾ ਜਾਵੇ, ਉਹਨੇ ਬੂੰਦੀ ਝਾਰਨ ਵਾਲਾ ਝਰਨਾ ਜਿਹਨੂੰ ਅਸੀਂ ਪੌਣੀ ਵੀ ਕਹਿੰਦੇ ਹੱਥ ਵਿੱਚ ਫੜੀ। ਮੈਂ ਆਪਣੇ ਨਾਲ ਦੇ ਸਾਥੀਆਂ ਨੂੰ ਆਖਿਆ ਉਹ ਵੇਖਣ ਵਾਸਤੇ ਪੌਣੀ ਜਿਹੀ ਆ ਨਾ, ਪਰ ਗੁਰੂ ਮਹਾਰਾਜ ਦਾ ਇੱਕ ਸਿੱਖ ਹੋਇਆ ਭਾਈ ਲਾਲ ਸਿੰਘ ਭੰਗਾਣੀ ਦੇ ਜੰਗ ਵਿੱਚ ਮਹਾਰਾਜ ਦੀ ਫੌਜ ਵਾਸਤੇ ਲੰਗਰ ਤਿਆਰ ਕਰਦਾ ਸੀ। ਗੁਰੂ ਕਲਗੀ ਵਾਲੇ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਮੈਂ ਲੰਗਰ ਹੀ ਬਣਾਉਂਦਾ ਰਹੂੰ ਸਾਰੀ ਜ਼ਿੰਦਗੀ, ਲੱਡੂ ਹੀ ਵਟਦਾ ਰਹੂੰ, ਮਹਾਰਾਜ ਮੈਨੂੰ ਵੀ ਜੰਗ ਦੀ ਆਗਿਆ ਬਖਸ਼ੋ। ਮਹਾਰਾਜ ਨੇ ਆਖਿਆ ਗੁਰੂ ਨਾਨਕ ਦੀ ਰਹਿਮਤ ਆ ਤੇਰੇ ਤੇ, ਜਾ ਸ਼ਸਤਰ ਲੈਣਾ ਹੀ ਕੋਈ। ਕਹਿੰਦਾ ਨਹੀਂ ਮਹਾਰਾਜ ਆ ਵੇਖੋ ਬੂੰਦੀ ਝਾੜਨ ਵਾਲਾ ਝਰਨਾ, ਵੇਖਿਓ ਝਾੜ ਝੜ ਬੂਥੇ ਕਿਵੇਂ ਫੰਡਦਾ ਇਹਨਾਂ ਦੀਆਂ ਫੌਜਾਂ ਦੇ। ਉਹਨੇ ਬੂੰਦੀ ਝਾੜਨ ਵਾਲੀ ਪੌਣੀ ਦੇ ਨਾਲ ਹੀ 22 ਧਰ ਦੇ ਪਹਾੜੀ ਰਾਜੇ ਕੁੱਟ ਕੁੱਟ ਕੇ ਮੌਤ ਦੇ ਧਾਕ ਉਤਾਰ ਦਿੱਤੇ, ਮੌਤ ਦੇ ਘਾਟ। ਮਹਾਰਾਜ ਦਾ ਮਹਾਨ ਸ਼ਾਇਰ ਭਾਈ ਮਥਰਾ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੂੰ ਕਹਿੰਦਾ ਛੇਵੇਂ ਪਾਤਸ਼ਾਹ ਮੈਨੂੰ ਆਗਿਆ ਬਖਸ਼ਿਸ਼ ਕਰੋ, ਰਣ ਤੱਤੇ ਵਿੱਚ ਮੈਂ ਜਾਣਾ ਚਾਹੁੰਦਾ। ਜਿਸ ਮੋਰਚੇ ਵਿੱਚ ਭਾਈ ਮਥਰਾ ਜੀ ਆ ਨਾ ਉਸ ਮੋਰਚੇ ਉੱਤੇ ਅਬਦੁੱਲੇ ਦਾ ਇੱਕ ਬੜਾ ਨਾਮਵਰ ਜਰਨੈਲ ਆਇਆ, ਇਹਦਾ ਨਾਮ ਬਲਵੰਡ ਖਾਂ ਲਿਖਿਆ ਇਤਿਹਾਸਕਾਰਾਂ। ਬਲਵੰਡ ਖਾਂ ਤੇ ਭਾਈ ਮਥਰਾ ਰਣ ਤੱਤੇ ਵਿੱਚ ਲੜਦੇ ਲੜਦੇ ਦੋਵੇਂ ਸੂਰਮੇ ਸ਼ਹੀਦ ਹੋ ਗਏ। ਦੋਵੇਂ ਜਦੋਂ ਦੋਵੇਂ ਸੂਰਮੇ ਸ਼ਹੀਦ ਹੋ ਗਏ ਨਾ ਫਿਰ ਬੈਰਮ ਖਾਂ ਆਇਆ। ਬੈਰਮ ਖਾਂ ਇਹਦੇ ਮੁਕਾਬਲੇ ਤੇ ਗੁਰੂ ਮਹਾਰਾਜ ਦੇ ਸਿੱਖ ਗਏ, ਇਹ ਵੀ ਸਿੱਖ ਲੜਦੇ ਲੜਦੇ ਰਣ ਤੱਤੇ ਵਿੱਚ ਸ਼ਹੀਦ ਹੋ ਗਏ ਤੇ ਮੁਗਲਾਂ ਦੇ ਜਰਨੈਲ ਜਿਹੜੇ ਸੰਗੀ ਸਾਥੀ ਸਨ ਉਹ ਵੀ ਲੜਦੇ ਲੜਦੇ ਸ਼ਹੀਦ ਹੋ ਗਏ। ਲੜਦੇ ਲੜਦੇ ਭਾਈ ਕਲਿਆਣਾ ਜੀ ਸ਼ਹੀਦ ਹੋ ਗਏ, ਭਾਈ ਨਾਨੂ ਜੀ ਸ਼ਹੀਦ ਹੋ ਗਏ, ਭਾਈ ਪ੍ਰਾਗਾ ਜੀ ਸ਼ਹੀਦ ਹੋ ਗਏ, ਭਾਈ ਜੱਟੂ ਜੀ ਸ਼ਹੀਦ ਹੋ ਗਏ, ਭਾਈ ਮਥਰਾ ਜੀ ਸ਼ਹੀਦ ਹੋ ਗਏ। ਭਾਈ ਪਰਸਰਾਮ ਜਿਹਦਾ ਸਿੱਖ ਜਗਤ ਵਿੱਚ ਬੜਾ ਵੱਡਾ ਨਾਮ ਹੈ, ਬੜਾ ਵੱਡਾ ਨਾਮ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੋਂ ਆਗਿਆ ਲੈ ਕੇ ਭਾਈ ਪਰਸਰਾਮ ਰਣ ਤੱਤੇ ਵਿੱਚ ਵੱਲ ਵਧਿਆ। ਭਾਈ ਪਰਸਰਾਮ ਹੁਣ ਸੋਚਦਾ ਜਲੰਧਰ ਦਾ ਸੂਬੇਦਾਰ ਭਾਈ ਕਿਵੇਂ ਕੀਤਾ ਜਾਵੇ, ਹੁਣ ਕਿਸ ਬੰਦੇ ਨੂੰ ਭੇਜਿਆ ਜਾਵੇ। ਇਹਨੇ ਆਪਣੇ ਵੱਡੇ ਪੁੱਤਰ ਨੂੰ ਭਾਈ ਪਰਸਰਾਮ ਸਾਹਿਬ ਦੇ ਮੁਕਾਬਲੇ ਉੱਤੇ ਭੇਜਿਆ। ਭਾਈ ਪਰਸਰਾਮ ਦੇ ਮੁਕਾਬਲੇ ਭਾਈ ਪਰਸਰਾਮ ਦੇ ਹੱਥੋਂ ਜਲੰਧਰ ਦੇ ਗਵਰਨਰ
ਅਬਦੁੱਲਾ ਖਾਨ ਦਾ ਪੁੱਤਰ ਮਾਰਿਆ। ਜਦੋਂ ਅਬਦੁੱਲਾ ਖਾਨ ਦਾ ਪੁੱਤਰ ਮਾਰਿਆ ਗਿਆ, ਭਾਈ ਪਰਸਰਾਮ ਸਾਹਿਬ ਜੀ ਹੋਰਾਂ ਨੂੰ ਘੇਰ ਕੇ ਉਹਨਾਂ ਦੇ ਸਿਪਾਹੀਆਂ ਨੇ ਰਣ ਤੱਤੇ ਵਿੱਚ ਜਿਵੇਂ ਸ਼ਹੀਦ ਕੀਤਾ। ਦੂਸਰੇ ਦਿਨ ਦੀ ਜੰਗ ਦਾ ਜਿਵੇਂ ਐਂਡ ਹੋ ਰਿਹਾ, ਇਹ ਵੀ ਤੁਹਾਡੀ ਜਾਣਕਾਰੀ ਵਾਸਤੇ ਦੱਸਣਾ ਚਾਹੁੰਦਾ ਭਈ ਸ਼ਾਇਦ ਇੱਕ ਪਹਿਲੀ ਜੰਗ ਹੋਵੇਗੀ ਜਿਹੜੀ 3 ਦਿਨ ਲਗਾਤਾਰ ਲੜੀ ਗਈ। 3 ਦਿਨ, ਇਸ ਤੋਂ ਪਹਿਲਾਂ ਕੋਈ ਇਸ ਤਰ੍ਹਾਂ ਦੀ ਜੰਗ ਨਹੀਂ ਜਿਹੜੀ ਇੰਨਾ ਲੰਮਾ ਸਮਾਂ ਲੜੀ ਗਈ ਹੋਵੇ। ਸਵੇਰੇ ਜੰਗ ਸ਼ੁਰੂ ਹੁੰਦੀ ਸੀ, ਸ਼ਾਮ ਵੇਲੇ ਬੰਦ ਹੋ ਜਾਂਦੀ ਸੀ। ਸਵੇਰੇ ਜੰਗ ਸ਼ੁਰੂ ਹੁੰਦੀ ਸੀ, ਸ਼ਾਮ ਵੇਲੇ ਬੰਦ ਹੋ ਜਾਂਦੀ ਸੀ। ਆਓ ਜਰਾ ਦੂਸਰੇ ਜੰਗ ਦੀ ਤਾਰੀਖ ਦਾ ਨਕਸ਼ਾ ਤੱਕੋ। ਇੱਕ ਬੰਨੇ ਧਰਮ ਤੋਂ ਮਰ ਮਿਟਣ ਵਾਲੇ ਯੋਧੇ, ਗੁਰੂ ਅਰਜਨ ਸਾਹਿਬ ਦੀ ਖੁਸ਼ੀ ਲੈਣ ਵਾਲੇ ਯੋਧੇ, ਗੁਰੂ ਮਹਾਰਾਜ ਦੇ ਚਰਨਾਂ ਤੋਂ ਜਿੰਦ ਕਮਾਉਣ ਵਾਲੇ ਯੋਧੇ, ਤੇ ਦੂਜੇ ਬੰਨੇ ਜਲੰਧਰ ਦੇ ਜਰਨੈਲ ਜਿਹੜੇ ਇਹ ਸੋਚ ਕੇ ਲੜ ਰਹੇ ਸਨ ਭਈ ਅਸਾਂ ਜ਼ਗੀਰਾਂ ਲੈਣੀਆਂ, ਅਸਾਂ ਅਹੁਦੇ ਲੈਣੇ ਨੇ, ਅਸਾਂ ਇਨਾਮ ਲੈਣੇ ਨੇ। ਮਾਇਆ ਆਪਣੇ ਧੀਆਂ ਪੁੱਤਰਾਂ ਵਾਸਤੇ ਜੋੜਨੀ ਹੈ। ਕਈ ਤੇ ਧੀਆਂ ਪੁੱਤਰਾਂ ਲਈ ਜੋੜਦੇ ਆਪ ਹੀ ਜੁੜ ਜਾਂਦੇ ਨੇ। ਨਾ ਉਹਨਾਂ ਦੇ ਕੰਮ ਆਉਂਦੀ ਹੈ ਤੇ ਨਾ ਧੀਆਂ ਪੁੱਤਰਾਂ ਦੇ ਕੰਮ ਆਉਂਦੀ ਹੈ। ਮਾਇਆ ਕਿਸੇ ਦੀ ਯਾਰ ਨਹੀਂ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਇਸ ਕੀ ਸੇਵਾ ਜੋ ਕਰੇ ਤੇ ਸਹੀ ਕੋ ਫਿਰ ਖਾਏ। ਮਾਇਆ ਬਿਨਾਂ ਗੁਜ਼ਾਰਾ ਨਹੀਂ। ਮਾਇਆ ਚਾਹੀਦੀ ਆ, ਕਿਉਂਕਿ ਮਾਇਆ ਤੋਂ ਬਿਨਾਂ ਗੱਡੀ ਇੱਥੋਂ ਉੱਥੇ ਨਹੀਂ ਜਾਂਦੀ। ਪਰ ਜੇ ਤੁਸੀਂ ਪਾਪਾਂ ਨਾਲ ਇਕੱਠੀ ਕਰੋਗੇ ਤੇ ਤੁਹਾਨੂੰ ਮੌਤ ਦੀ ਦਲੀਜ ਤੱਕ ਲੈ ਕੇ ਜਾਵੇਗੀ। ਜੇ ਮਿਹਨਤ ਨਾਲ ਇਕੱਠੀ ਕਰੋਗੇ ਤੇ ਲੋਕ ਤੁਹਾਡੀ ਉਪਮਾ ਕਰਨਗੇ। ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਸੰਦੇਸ਼ ਦਿੱਤਾ, ਸਿੱਖਾ ਤੈਨੂੰ ਸਮੇਂ ਦਾ ਹਾਣੀ ਬਣਨਾ ਚਾਹੀਦਾ। ਤੂੰ ਸਮੇਂ ਦੀ ਹਰ ਸਹੂਲਤ ਦਾ ਮਾਲਕ ਬਣ, ਔਰ ਲੋਕਾਂ ਦੇ ਘਰ ਲੁੱਟ ਕੇ ਨਹੀਂ, ਸੰਨ ਲਾ ਕੇ ਨਹੀਂ, ਮਿਹਨਤ ਕਰਕੇ ਤੂੰ ਸਮੇਂ ਦਾ ਹਾਣੀ ਬਣ ਤੇ ਦੁਨੀਆ ਦੀ ਹਰ ਸਹੂਲਤ ਦਾ ਤੂੰ ਮਾਲਕ ਹੋਣਾ ਚਾਹੀਦਾ। ਮਿਹਨਤ ਕਰੇਗਾ ਤੇ ਤੇਰੀ ਮਿਹਨਤ ਦਾ ਫਲ ਜਿਹੜਾ ਉਹ ਤੈਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਜ਼ਰੂਰ ਦੇਣਗੇ। ਪਾਪਾਂ ਨਾਲ ਇਕੱਠੀ ਕੀਤੀ ਹੋਈ ਬੰਦੇ ਨੂੰ ਮੌਤ ਦੀ ਦਲੀਜ ਤੱਕ ਲੈ ਕੇ ਜਾਂਦੇ। ਮੈਂ ਸ਼ਾਇਦ ਮੇਰੀ ਸੋਸ਼ਲ ਨੈਟਵਰਕ ਤੇ ਵੀ ਤੁਸੀਂ ਇਹ ਗੱਲ ਸਰਵਣ ਕਈ ਵਾਰ ਕੀਤੀ ਹੋਵੇਗੀ। ਇੱਕ ਪਿੰਡ ਵਿੱਚ ਸੰਨ ਲਾ ਲਈ, 3 ਚੋਰਾਂ ਨੇ ਪਿੰਡ ਵਿੱਚ ਸੰਨ ਲਾ ਲਏ। ਮਾਇਆ ਦੀਆਂ ਪੰਡਾਂ ਬੰਨ ਕੇ 3 ਜਣੇ ਜੰਗਲ ਵਿੱਚ ਚਲੇ ਗਏ। ਸੋਚਣ ਭਈ ਹੁਣ ਤੇ ਡਾਕਾ ਵੱਜ ਗਿਆ, ਹੁਣ ਤੇ ਸਾਨੂੰ ਕਿਸੇ ਦਾ ਡਰ ਨਹੀਂ ਨਾ। ਇਸ ਤਰ੍ਹਾਂ ਕਰੀਏ ਭਈ 2 ਜਣੇ ਮਾਇਆ ਦੀ ਰਾਖੀ ਬਹਿ ਜਾਈਏ। ਇੱਕ ਜਣਾ ਬਾਜ਼ਾਰ ਵਿੱਚੋਂ ਕੁਝ ਖਰੀਦ ਕੇ ਲਿਆਵੇ, ਪਹਿਲਾਂ ਕੁਝ ਖਾਵਾਂ ਪੀਵਾਂਗੇ ਤੇ ਫਿਰ ਮਾਇਆ ਵੰਡਾਂਗੇ, ਸਾਨੂੰ ਕਿਸੇ ਦਾ ਡਰ ਥੋੜੀ। 2 ਜਣੇ ਮਾਇਆ ਦੀ ਰਾਖੀ ਬਹਿ ਗਏ। ਇੱਕ ਨੂੰ ਨਾ ਬਾਜ਼ਾਰ ਵਿੱਚ ਭੇਜ ਦਿੱਤਾ ਵੀ ਜਾ ਬਾਜ਼ਾਰ ਵਿੱਚੋਂ ਕੁਝ ਖਰੀਦ ਕੇ ਲੈ ਕੇ ਆ। ਜਿਹੜਾ ਬਾਜ਼ਾਰ ਵਿੱਚੋਂ ਖਰੀਦ ਕੇ ਲੈ ਕੇ ਤੁਰ ਪਿਆ ਨਾ, ਉਹਨੇ ਆਪਣੇ ਦਿਲ ਵਿੱਚ ਕਈ ਤਰ੍ਹਾਂ ਦੀਆਂ ਫਿਲਮਾਂ ਚਲਾ ਦਿੱਤੀਆਂ ਤੇ ਜਿਹੜੇ ਉੱਥੇ ਬੈਠੇ ਸਨ ਉਹਨਾਂ ਨੇ ਹੋਰ ਸਕੀਮ ਘੜਨੀ ਸ਼ੁਰੂ ਕਰ ਦਿੱਤੀ। ਸੋਚਣ ਭਈ ਇਸ ਮਾਇਆ ਦੇ 3 ਹਿੱਸੇ ਕਰਨੇ ਪੈਣੇ ਨੇ। 3 ਹਿੱਸੇ। ਬੜਾ ਸਮਾਂ ਹੋ ਗਿਆ ਡਾਕਾ ਵੱਜੇ ਨੂੰ, ਅੱਜ ਮਸਾਂ ਹੀ ਡਾਕਾ ਵੱਜਾ, ਮੁੜ ਕੇ ਪਤਾ ਨਹੀਂ ਕਦੋਂ ਡਾਕਾ ਵੱਜਣਾ। ਇਹਦੇ ਹਿੱਸੇ 3 ਨਾ ਕਰੀਏ, 2 ਹਿੱਸੇ ਕਰੀਏ। 2 ਹਿੱਸੇ। ਜਿਹੜਾ ਬਾਜ਼ਾਰ ਵਿੱਚ ਗਿਆ ਨਾ ਕੋਈ ਪੱਜ ਬਣਾ ਕੇ ਤੁਹਾਨੂੰ ਕੁੱਟ ਕੇ ਮਾਰ ਦਈਏ ਆਉਂਦੇ ਨੂੰ, ਮਾਇਆ ਦੋਵਾਂ ਹਿੱਸਿਆਂ ਵਿੱਚ ਵੰਡ ਲਾਂਗੇ। ਜਿਹੜਾ ਬਾਜ਼ਾਰ ਵਿੱਚ ਜਾਵੇ ਤੁਰਿਆ, ਉਹ ਇਹਨਾਂ ਦੋਵਾਂ ਦਾ ਹੀ ਪਿਓ ਸੋਚੇ ਵੀ ਮਾਇਆ ਦੇ 3 ਹਿੱਸੇ ਜ਼ਰੂਰ ਕਰਨੇ ਨੇ ਤੇ ਇਹਨਾਂ ਦੇ ਖਾਣੇ 'ਚ ਜ਼ਹਿਰ ਪਾਈਏ, ਦੋਵੇਂ ਗਲੋਂ ਲੱਤ ਜਾਣ ਤੇ ਮਾਇਆ ਕੱਲਾ ਹੀ ਲੈ ਜਾਵਾਂ, ਮੁੜ ਕੇ ਪਤਾ ਨਹੀਂ ਕਦੋਂ ਕਿ ਡਾਕਾ ਵੱਜਣਾ ਕਿ ਜਾਂ ਨਹੀਂ ਵੱਜਣਾ। ਆ ਗਿਆ ਬਾਜ਼ਾਰ ਵਿੱਚ, ਸਮਾਨ ਖਰੀਦਿਆ, ਉਹਦੇ ਵਿੱਚ ਖਤਰਨਾਕ ਕੈਮੀਕਲ ਜ਼ਹਿਰ ਮਿਲਾ ਲਿਆ। ਜ਼ਹਿਰ ਜਾਣ ਬੁੱਝ ਕੇ ਲੇਟ ਹੋ ਗਿਆ। ਉਧਰ ਜਿਹੜੇ ਮਾਇਆ ਦੀ ਰਾਖੀ ਬੈਠੇ ਸਨ ਜੰਗਲ ਵਿੱਚ, ਉਹਨਾਂ ਨੇ ਬਹਾਨਾ ਲੱਭ ਲਿਆ ਵੀ ਇਹ ਲੇਟ ਆਇਆ, ਇਹਨੂੰ ਪੁੱਛੀਏ ਵੀ ਲੇਟ ਕਿਉਂ ਆਇਆ। ਇੱਕ ਜਣਾ ਕਹਿੰਦਾ ਉਹ ਲੇਟ ਕਿਉਂ ਆਇਆ, ਦੂਜਾ ਕਹਿੰਦਾ ਭੁੱਖ ਨਾਲ ਜਾਨ ਨਿਕਲ ਰਹੀ, ਮਾਰ ਇਹਦੇ 2-3 ਕਸੋਨੇ ਨੂੰ ਪਤਾ ਤੇ ਲੱਗੇ ਵੀ ਲੇਟ ਕਿਉਂ ਆਇਆ। ਇੱਕ ਇਧਰੋਂ ਕਸੋਨੇ, ਇੱਕ ਉਧਰੋਂ ਕਸੋਨਾ, ਜਿਉਂਦੇ ਨੂੰ ਕੁੱਟ ਕੇ ਦੋਵਾਂ ਨੇ ਮਾਰ ਦਿੱਤਾ। ਜਦੋਂ ਮਰ ਗਿਆ ਤੇ ਸੋਚਣ ਵੀ ਹੁਣ ਤੇ ਸਾਨੂੰ ਕਿਸੇ ਦਾ ਡਰ ਨਹੀਂ, ਮਾਇਆ ਦੇ ਤੇ ਹੁਣ 2 ਹਿੱਸੇ ਹੀ ਹੋਣੇ ਨੇ ਨਾ। ਪਹਿਲਾਂ ਜੋ ਸਮਾਨ ਲਿਆਂਦਾ ਇਹ ਖਾਈਏ ਪੀਏ ਤੇ ਫਿਰ ਮਾਇਆ ਵੰਡਾਂਗੇ। ਉਹਦੇ ਵਿੱਚ ਜ਼ਹਿਰ ਮਿਲਿਆ ਹੋਇਆ ਸੀ। ਖਾਣਾ ਸ਼ੁਰੂ ਕੀਤਾ, ਪਹਿਲਾਂ ਨਸ਼ਾ, ਫਿਰ ਬੇਹੋਸ਼ੀ, ਤੇ ਫਿਰ ਦੋਵਾਂ ਨੇ ਉਸੇ ਹੀ ਮਾਇਆ ਦੀ ਢੇਰੀ ਦੇ ਸਿਰ ਸੁੱਟ ਦਿੱਤਾ। ਪਾਪਾਂ ਬਾਝੋਂ ਹੋਇਆ ਨਹੀਂ, ਮੋਇਆ ਸਾਥ ਨਾ ਜਾਈ। ਰਹਿ ਗਈ ਮਾਇਆ ਉੱਥੇ ਧਰੀ ਧਰਾਈ ਤੇ ਆਪ ਤਿੰਨੇ ਇਸ ਦੁਨੀਆ ਤੋਂ ਕੂਚ ਕਰ ਗਏ। ਪੈਸੇ ਵਾਸਤੇ ਲਾਲਚੀ ਜਨਮ ਵਿੱਚ ਉਹਦਾ ਕਿਸੇ ਦੇ ਨਾਲ ਨਹੀਂ ਪਿਆਰ ਹੁੰਦਾ। ਜਿਹੜਾ ਹਰ ਇੱਕ ਗੱਲ ਤੇ ਝੂਠ ਬੋਲੇ ਉਸ ਬੰਦੇ ਦਾ ਨਹੀਂ ਉਤਬਾਰ ਹੁੰਦਾ। ਦੋਹਾਂ ਬੇੜੀਆਂ ਤੇ ਜਿਹੜਾ ਪੈਰ ਰੱਖੇ ਉਹ ਨਹੀਂ ਕਦੇ ਸਮੁੰਦਰੋਂ ਪਾਰ ਹੁੰਦਾ। ਬਾਕੀ ਸਾਰੀਆਂ ਗੱਲਾਂ
ਝਾਂਸੇ ਵਿੱਚ ਆਏ ਹੋਏ ਰਾਜੇ ਇਨਸਾਫ ਕਰਨਾ ਛੱਡ ਦੇਣ। ਇਹਦੇ ਝਾਂਸੇ ਵਿੱਚ ਆਇਆ ਹੋਇਆ ਪੁੱਤਰ ਬਾਪੂ ਦੇ ਗਲ ਰੱਸੀ ਪਾ ਕੇ ਆਪਣੇ ਹੱਥੀ ਘੁੱਟਣ ਵਾਸਤੇ ਤਿਆਰ। ਮਾਇਆ ਦੇ ਲਾਲਚ ਵਿੱਚ ਆਈ ਹੋਈ ਔਰਤ ਆਪਣੇ ਪਤੀ ਨੂੰ ਜ਼ਹਿਰ ਦੇਣ ਵਾਸਤੇ ਤਿਆਰ ਹੋ ਜਾਂਦੀ ਹੈ। ਮਾਇਆ ਦੇ ਲਾਲਚ ਵਿੱਚ ਆਇਆ ਹੋਇਆ ਪਤੀ ਆਪਣੀ ਘਰਵਾਲੀ ਨੂੰ ਮੌਤ ਦੇ ਘਾਟ ਉਤਾਰਨ ਵਾਸਤੇ ਤਿਆਰ ਹੋ ਜਾਂਦਾ। ਸੀਤਲ ਜੀ ਹੋਰਾਂ ਲਿਖਿਆ, ਮਾਇਆ ਮੋਹਣੀ ਭੁਲਾਵੇ ਦਾ ਜਾਲ ਪਾ ਕੇ ਵੱਡੇ ਦਾਨਿਆਂ ਦੀ ਅਕਲ ਮਾਰ ਦਿੰਦੀ। ਗਾਹਕ ਵੀਰ ਦੀ ਜਾਨ ਦੇ ਵੀਰ ਬਣਦੇ, ਯਾਰ ਪਤੀ ਤਾਈ ਹੱਥੀ ਨਾਰ ਦਿੰਦੀ। ਗਾਹਕ ਪਿਓ ਦੀ ਜਾਨ ਦੇ ਪੁੱਤ ਬਣਦੇ, ਦੁੱਧੀ ਪਾਲਿਆਂ ਹੱਥੀ ਤਲਵਾਰ ਦਿੰਦੀ। ਸੀਤਲ ਗਰਕੀਆਂ ਕੌਮਾਂ ਦੇ ਵਿੱਚ ਪਾਵੇ ਅਰਸ਼ੋਂ ਲਾ ਪਤਾਲ ਨਗਾਰ ਦਿੰਦੀ। ਇੰਨੀ ਖਤਰਨਾਕ ਮਾਇਆ ਹੈ। ਆਓ ਦੂਜੇ ਦਿਨ ਦੀ ਸ਼ਾਮ ਪੈਣ ਵਾਲੀ ਆ। ਇੱਕ ਬੰਨੇ ਅਬਦੁੱਲੇ ਦੀਆਂ ਫੌਜਾਂ, ਇੱਕ ਬੰਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਿਦਕੀ ਸੂਰੇ। ਦੋਵੇਂ ਧਿਰਾਂ ਰਣ ਤੱਤੇ ਵਿੱਚ ਜਿੱਤ ਹਾਰ ਦਾ ਫੈਸਲਾ ਹੈ ਇੰਜ ਕਰਦੀ। ਦਿਨ ਦੂਜੇ ਹੋਈ ਤਿਆਰੀ, ਖੜਕਾਨ ਨੇ ਫੌਜ ਸਵਾਰੀ। ਕੱਢ ਪਿੰਡ ਵਿੱਚ ਝੋਕੀ ਸਾਰੀ, ਦੇ ਦੇ ਕੇ ਤਸਰੀਆਂ ਤਿਆਰ ਕਰੇ। ਸੌ ਗਾਜੀ ਦਸਾਂ ਨੂੰ ਮਾਰ ਮਰੇ। ਨਵੀਂ ਬਖਸ਼ ਤੇ ਬਖਸ਼ ਕਰੀਮ, ਲੈ ਸ਼ਕਤੀ ਤੁਰੇ ਅਜੀਮ। ਛੱਡਣਗੇ ਬਾਲ ਯਤੀਮ, ਲੈ ਤੁਰਿਆ ਹਜ਼ਾਰਾਂ ਜਥਿਆਂ ਨੂੰ, ਪਰਬਤ ਨਾਲ ਮਾਰਨ ਮਥਿਆਂ ਨੂੰ। ਦਿਨ ਦੂਜੇ ਹੋਈ ਤਿਆਰੀ, ਖੜਕਾਨ ਨੇ ਫੌਜ ਸਵਾਰੀ। ਕੱਢ ਪਿੰਡ ਵਿੱਚ ਝੋਕੀ ਸਾਰੀ, ਦੇ ਦੇ ਕੇ ਤਸਰੀਆਂ ਤਿਆਰ ਕਰੇ। ਸੌ ਗਾਜੀ ਦਸਾਂ ਨੂੰ ਮਾਰ ਮਰੇ। ਨਵੀਂ ਬਖਸ਼ ਤੇ ਬਖਸ਼ ਕਰੀਮ, ਲੈ ਸ਼ਕਤੀ ਤੁਰੇ ਅਜੀਮ। ਛੱਡਣਗੇ ਬਾਲ ਯਤੀਮ, ਲੈ ਤੁਰਿਆ ਹਜ਼ਾਰਾਂ ਜਥਿਆਂ ਨੂੰ, ਪਰਬਤ ਨਾਲ ਮਾਰਨ ਮਥਿਆਂ ਨੂੰ। ਆਗਿਆ ਲਾ ਸਤਿਗੁਰ ਤੋਂ ਤੇ ਨਿਕਲੇ ਹਰਗੋਬਿੰਦਪੁਰ ਤੋਂ। ਸਾਨੂੰ ਫਤਿਹ ਮਿਲੀ ਹੈ ਤੁਰ ਤੋਂ, ਜਿੱਤਾਂਗੇ ਗੁਰੂ ਰਜਾਵਾਂਗੇ। ਮਰ ਗਏ ਤਾਂ ਸੱਚਖੰਡ ਜਾਵਾਂਗੇ। ਭਾਈ ਮੀਹਾ ਤੇ ਪਰਾਗਾ, ਤੋਤਾ ਤੇ ਜਗਨ ਬਦਾਗਾ। ਸਿੱਖ ਮਣ ਕੇ ਗੁਰੂ ਵਿੱਚ ਧਾਗਾ, ਹਰ ਦਮ ਦਮ ਨਾਲ ਚਤਾਰਨ ਪਏ। ਹੋ ਸਦਕੇ ਗੁਰੂ ਤੋਂ ਜਿੰਦਵਾਰਨ ਪਏ। ਸਿੱਖਾਂ ਨੇ ਪਿੜਿਆ ਮੱਲਿਆ, ਸਿੱਖਾਂ ਨੇ ਪਿੜਿਆ ਮੱਲਿਆ। ਹੱਥ ਪਹਿਲੇ ਮੁਗਲ ਦਬਲਿਆ, ਭਾਈ ਪੈੜਾ ਬਕਰ ਗੁਰਾਂ ਨੇ ਕੱਲਿਆ। ਉਸ ਵਦ ਦੇ ਨਕੀ ਚੀਰ ਦਿੱਤੇ, ਹੱਥੀ ਤੋਰ ਵੀਰਾਂ ਨਾਲ ਵੀਰ ਦਿੱਤੇ। ਜੋ ਵਦੇ ਮੁਗਲ ਗਏ ਮਾਰੇ, ਜੋ ਵਦੇ ਮੁਗਲ ਗਏ ਮਾਰੇ। ਅਲੀ ਬਖਸ਼ ਕਰੀਮਾ ਸਾਰੇ, ਪੜ ਪੜ ਵਿੱਚ ਜਗਤ ਪਸਾਰੇ। ਗਏ ਪਹਿਲੇ ਹੱਲੇ ਠੱਪੇ ਜੀ, ਦਿੱਤੇ ਖੋਲ ਸਿੱਖਾਂ ਨੇ ਖੱਪੇ ਜੀ। ਭਾਈ ਨਾਨੂ ਤੇ ਬਿਧੀ ਚੰਦ, ਚੱਕ ਭਾਲੇ ਢਾਲ ਮਕੰਦ। ਅਤੇ ਹੋਰ ਜੰਗੀ ਕਈ ਸੰਦ, ਜਾਣਨ ਦਾ ਭੇਸ ਸੁਰਗਸ਼ਾ ਦੇ। ਬੜੇ ਮਾਹਰ ਜੰਗੀ ਮਸ਼ਕਾਂ ਦੇ। ਕਰ ਧਰਤੀ ਇੱਕ ਆਕਾਸ਼, ਕਿਤਬੋ ਤਿਰਕਾਂ ਦਾ ਨਾਸ਼। ਪਈ ਚੜੀ ਲਾਸ਼ ਤੇ ਲਾਸ਼, ਵਧ ਵਧ ਕੇ ਸ਼ਸਤਰ ਛਣਕਣ ਪਏ। ਸੁੰਜੇ ਘੋੜੇ ਰਣ ਵਿੱਚ ਹਿਣਕਣ ਪਏ। ਫੌਜ ਦਾ ਅਨਜਲ ਚੱਕਿਆ, ਸੂਰਜ ਵੀ ਵੇਂਦਾ ਥੱਕਿਆ। ਰਾਤੋਂ ਪਸ਼ਮ ਵੱਲ ਹੱਕਿਆ, ਲਹੂ ਲਾਲ ਤੇ ਚਾਦਰ ਕਾਲੀ ਜੀ। ਓਲੇ ਉਹ ਸੂਰਜ ਪਾਲੀ ਜੀ। ਨਵੀਂ ਬਖਸ਼ ਤੇ ਬਖਸ਼ ਇਮਾਮ, ਨਵੀਂ ਬਖਸ਼ ਤੇ ਬਖਸ਼ ਇਮਾਮ। ਫੌਜ ਮੋਈਆਂ ਵੇਖ ਤਮਾਮ, ਸਾਨੂੰ ਬੈਂਕਾ ਮੁੜਨ ਹਰਾਮ। ਗੁਰੂ ਨਾਲ ਸੁਬਾ ਜੰਗ ਡਾਰਾਂਗੇ, ਆਪ ਮਰਾਂਗੇ ਜਾਂ ਗੁਰ ਨੂੰ ਮਾਰਾਂਗੇ। ਦੂਜੇ ਦਿਨ ਦੀ ਸ਼ਾਮ ਪੈ ਗਈ ਤੇ ਜੰਗ ਬੰਦ ਹੋ ਗਈ। ਇਸ ਰਾਤ ਦੋਵਾਂ ਧਿਰਾਂ ਦੀ ਫੌਜ ਮੋਰਚਿਆਂ ਵਿੱਚ ਹੀ ਰਹੀ। ਮੋਰਚਿਆਂ ਵਿੱਚ ਵੀ ਦਿਨ ਕਦੋਂ ਚੜੇ ਤੇ ਲੜਾਈ ਦਾ ਐਂਡ ਕਦੋਂ ਹੋਇਆ। ਜਦੋਂ ਤੀਸਰਾ ਦਿਨ ਚੜਿਆ ਨਾ, ਤੀਸਰਾ ਦਿਨ ਅਬਦੁੱਲੇ ਦਾ ਨਿੱਕਾ ਪੁੱਤਰ ਕਰੀਮ ਬਖਸ਼ ਉੱਠਿਆ। ਕਰੀਮ ਬਖਸ਼ ਨੂੰ ਬੜਾ ਗੁੱਸਾ। ਭਰਾ ਰਣ ਤੱਤੇ ਵਿੱਚ ਮਰਿਆ ਸੀ, ਸਾਥੀ ਰਣ ਤੱਤੇ ਵਿੱਚ ਮਰੇ ਸਨ, ਫੌਜਾਂ ਰਣ ਤੱਤੇ ਵਿੱਚ ਮਰੀਆਂ ਸਨ, ਤੇ ਗੁੱਸਾ ਕਿਉਂ ਨਾ ਆਵੇ। ਭਰਾ ਦੀ ਮੌਤ ਵੈਸੇ ਵੀ ਮਨੁੱਖ ਦੀਆਂ ਬਾਹਾਂ ਭੰਨ ਕੇ ਰੱਖ ਦਿਆ ਕਰਦੀ ਆ। ਭਰਾਵਾਂ ਦੀਆਂ ਬਾਹਾਂ, ਜਿੱਥੇ ਭਰਾ ਖੜਾ ਹੋ ਸਕਦਾ ਨਾ, ਉੱਥੇ ਹੋਰ ਕੋਈ ਧਿਰ ਨਹੀਂ ਖੜੀ ਹੋ ਸਕਦੀ, ਕੋਈ। ਇਸ ਲਈ ਹਰ ਬੰਦਾ ਭਰਾ ਦੀ ਸੁੱਖ ਮੰਗਦਾ ਹੈ, ਵਾਹਿਗੁਰੂ ਦੇ ਚਰਨਾਂ 'ਚ ਉਹਦੀ ਤੰਦਰੁਸਤੀ ਦੀ ਅਰਦਾਸ ਕਰਦਾ ਹੈ। ਮੰਨਤਾ ਮੰਨਦਾ ਸੱਚੇ ਪਾਤਸ਼ਾਹ ਮਹਾਰਾਜ ਦੇ। ਕਰੀਮ ਨੂੰ ਸੜ ਕੱਪੜੀ ਅੱਗ ਲੱਗ ਉੱਠੀ। ਕਰੀਮ ਨੂੰ, ਮੇਰਾ ਭਰਾ ਨਬੀ ਬਖਸ਼ ਮਾਰਿਆ ਗਿਆ।
ਤੇ ਹੁਣ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਖਤਮ ਕਰਕੇ ਮੁੜਾਂਗਾ। ਖਤਮ ਕਰ ਜਦੋਂ ਕਰੀਮ ਚੜਿਆ ਨਾ, ਇਹਦੇ ਨਾਲ ਦੀਵਾਨ ਚੰਦੂ ਦਾ ਪੁੱਤਰ ਕਰਮ ਚੰਦ ਲੱਗ ਪਿਆ ਇਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਰਣ ਤੱਤੇ ਵਿੱਚ ਜਾਣ ਵਾਸਤੇ। ਇਹਦੇ ਨਾਲ ਚੌਧਰੀ ਭਗਵਾਨ ਦਾਸ ਦਾ ਮੁੰਡਾ ਰਤਨ ਚੰਦ ਤੁਰ ਪਿਆ। ਰਤਨ ਚੰਦ ਸੋਚਣ ਭਈ ਜੇ ਅਸੀਂ ਨਾ ਗਏ, ਲੋਕਾਂ ਨੇ ਮਿਹਣੇ ਤਾਨੇ ਦੇਣੇ ਨੇ ਵੀ ਤੁਹਾਡੀ ਖਾਤਰ ਤੇ ਅਬਦੁੱਲੇ ਨੇ ਆਪਣੇ ਮੁੰਡੇ ਮਰਵਾ ਲਏ, ਤੁਹਾਡੇ ਦੋਵਾਂ ਦੇ ਪਿਓ ਮਾਰੇ ਕੁੱਟ-ਕੁੱਟ ਕੇ 6ਵੇਂ ਪਾਤਸ਼ਾਹ ਨੇ, ਤੇ ਤੁਸੀਂ ਪਾਸੇ ਬਹਿ ਗਏ ਹੋ। ਤੁਹਾਨੂੰ ਮੁੜਕਾ ਆਇਆ ਹੀ ਨਾ, ਤੁਹਾਨੂੰ ਗੁੱਸਾ ਆਇਆ ਹੀ ਨਾ, ਤੁਹਾਡੇ ਵਿੱਚ ਦਿਲ ਧੜਕਿਆ ਹੀ ਨਾ ਵੀ ਤੁਸੀਂ ਵੀ ਰਣ ਤੱਤੇ ਵਿੱਚ ਜਾ ਕੇ ਆਪਣੇ ਮਰਿਆਂ ਦਾ ਬਦਲਾ ਲੈ ਲਓ। ਇਹਦੇ ਨਾਲ ਰਤਨ ਚੰਦ ਤਿਆਰ ਹੋ ਪਿਆ, ਇਹਦੇ ਨਾਲ ਕਰਮ ਚੰਦ ਤਿਆਰ ਹੋ ਪਿਆ। ਵੱਡਾ ਸਾਰਾ ਦਲ ਲਈ ਕੇ ਤੁਰੇ ਜਾਣ 6ਵੇਂ ਪਾਤਸ਼ਾਹ ਮਹਾਰਾਜ ਨੂੰ ਖਤਮ ਕਰਨ ਵਾਸਤੇ। 6ਵੇਂ ਪਾਤਸ਼ਾਹ ਸਤਿਕਾਰਯੋਗ ਸਾਧ ਸੰਗਤ, 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਖੜਾ ਸੀ ਬਹਾਦਰ ਬਾਬਾ ਬਿਧੀ ਚੰਦ ਸਾਹਿਬ। ਬਾਬਾ ਬਿਧੀ ਚੰਦ ਸਾਹਿਬ ਸਿੱਖਾਂ ਦਾ ਗੁਰੂਆਂ ਨਾਲ ਪਿਆਰ ਵੀ ਬੜਾ ਸੀ, ਸਤਿਕਾਰ ਵੀ ਬੜਾ। ਜਿੰਨਾ ਹੁਕਮ ਸਿੱਖਾਂ ਨੇ ਗੁਰੂ ਸਾਹਿਬਾਨ ਦਾ ਮੰਨਿਆ, ਸ਼ਾਇਦ ਦੂਜੇ ਧਰਮਾਂ ਦੇ ਲੋਕ ਆਪਣੇ ਮੁਰਸ਼ਿਦਾਂ ਨੂੰ ਨਾ ਮੰਨਦੇ ਹੋਣ। ਤਿੰਨਾਂ ਤੇਰਾਂ ਵਾਲੀ ਕਹਾਣੀ ਆਪ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੀ ਕਈ ਵਾਰ ਸੁਣੀ ਹੋਵੇਗੀ। ਬਾਬਾ ਬਿਧੀ ਚੰਦ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਕਦੇ ਕਦੇ ਪਿਆਰ ਵਿੱਚ ਆਣ ਕੇ, ਮੁਹੱਬਤ ਵਿੱਚ ਆਣ ਕੇ ਮਜ਼ਾਕ ਵੀ ਕਰ ਲਿਆ ਕਰਦਾ ਸੀ। ਮਜ਼ਾਕ ਜਦੋਂ ਇਹ ਤਿੰਨੇ ਜਣੇ ਤੁਰੇ ਆਉਣ ਨਾ, ਕਰੀਮ ਬਖਸ਼, ਰਤਨ ਚੰਦ, ਕਰਮ ਚੰਦ ਵਾਲੇ ਇਸ਼ਾਰਾ ਕਰਕੇ ਬਹਾਦਰ ਬਾਬਾ ਬਿਧੀ ਚੰਦ ਕਹਿੰਦਾ ਸੱਚੇ ਪਾਤਸ਼ਾਹ ਉਹ ਆਪਣਾ ਸੁੱਖ ਨਾਲ ਰਿਸ਼ਤੇਦਾਰ ਤੁਰਿਆ ਆ ਰਿਹਾ, ਹੁਣ ਕਿਵੇਂ ਕਰਨਾ। ਇਹ ਇਸ਼ਾਰਾ ਹੈ, ਪੜ੍ਹੇ ਲਿਖੇ ਸੱਜਣ ਬੈਠੇ ਨੇ ਸਮਝ ਚੁੱਕੇ ਹੋਣਗੇ ਭਈ ਇਹ ਇਸ਼ਾਰਾ ਕਿਉਂ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਨੇ 6ਵੇਂ ਪਾਤਸ਼ਾਹ ਨੂੰ ਕੀਤਾ। ਮਹਾਰਾਜ ਆਓ ਸੁੱਖ ਨਾਲ ਰਿਸ਼ਤੇਦਾਰ ਤੁਰਿਆ ਆ ਰਿਹਾ, ਹੁਣ ਕਿਵੇਂ ਕਰਨਾ। ਸਤਿਕਾਰਯੋਗ ਸਾਧ ਸੰਗਤ, ਇਤਿਹਾਸ ਪੜ੍ਹਨਾ ਚਾਹੀਦਾ, ਇਤਿਹਾਸ ਵਿਚਾਰਨਾ ਚਾਹੀਦਾ, ਬੱਚਿਆਂ ਨੂੰ ਪੜ੍ਹਨ ਵਾਸਤੇ ਪ੍ਰੇਰਿਤ ਕਰਨਾ ਚਾਹੀਦਾ। ਇਸੇ ਦੀ ਭੈਣ ਦਾ ਸਾਕ ਲਈ ਕੇ ਨਾਈ ਤੇ ਪਾਂਦਾ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਬਾਰ ਵਿੱਚ ਅੰਮ੍ਰਿਤਸਰ ਸਾਹਿਬ ਆਏ। ਸਿੱਖਾਂ ਤੇ ਬੇਨਤੀ ਕਰਨ ਉੱਤੇ ਮਹਾਰਾਜ ਜੀ ਨੇ ਹਾਂ ਕਰ ਦਿੱਤੀ, ਰਿਸ਼ਤਾ ਪੱਕਾ ਨਹੀਂ ਸੀ ਹੋਇਆ। ਇਸੇ ਹੀ ਦੀਵਾਨ ਚੰਦੂ ਨੂੰ ਜਦੋਂ ਪਤਾ ਲੱਗਾ, ਉਹਨੇ ਦਿੱਲੀ ਦੇ ਬਾਜ਼ਾਰਾਂ ਵਿੱਚ ਖਲੋ ਕੇ ਨਾਈ ਤੇ ਪਾਂਦੇ ਦੀ ਬੇਇੱਜ਼ਤੀ ਕਰਦਿਆਂ ਕਿਹਾ ਸੀ, ਓਏ ਤੁਸੀਂ ਚਬਾਰੇ ਦੀ ਇੱਟ ਮੋਰੀ ਨੂੰ ਲਾਏ ਹੋ, ਕਿੱਥੇ ਮੈਂ ਹਿੰਦੁਸਤਾਨ ਦਾ ਏਡਾ ਵੱਡਾ ਮੰਨਿਆ ਪਰ ਮੰਨਿਆ ਬੰਦਾ ਤੇ ਕਿੱਥੇ ਫਕੀਰ, ਮੇਰੀ ਧੀ ਦਾ ਰਿਸ਼ਤਾ ਇੱਕ ਫਕੀਰ ਨਾਲ ਕਰ ਆਏ ਹੋ। ਮਹਾਰਾਜ ਦੇ ਘਰ ਨੂੰ ਜਦੋਂ ਉਹਨੇ ਮੋਰੀ ਕਿਹਾ ਸੀ ਨਾ, ਦਿੱਲੀ ਦੇ ਸਿੱਖਾਂ ਨੇ ਇੱਕ ਪੱਤਰਕਾ ਗੁਰੂ ਅਰਜਨ ਦੇਵ ਜੀ ਨੂੰ ਲਿਖੀ ਸੀ ਵੀ ਹੰਕਾਰੀ ਨਾਲ ਤੁਹਾਨੂੰ ਨਾਤਾ ਨਹੀਂ ਜੋੜਨਾ ਚਾਹੀਦਾ। ਦਿੱਲੀ ਦੀ ਸਿੱਖ ਸੰਗਤ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦੀਵਾਨ ਚੰਦੂ ਦੀ ਲੜਕੀ ਦਾ ਰਿਸ਼ਤਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਹਦੀ ਲੜਕੀ ਸਾਰੀ ਜ਼ਿੰਦਗੀ ਕੁਆਰੀ ਰਹੀ, ਸਿੱਖ ਉਹਦਾ ਸਤਿਕਾਰ ਕਰਦੇ ਸਨ ਵੀ ਇਹਦੀ ਮੰਗਣੀ ਸਾਡੇ ਗੁਰੂ ਹਰਗੋਬਿੰਦ ਸਾਹਿਬ ਨਾਲ ਹੋਣੀ ਸੀ, ਤੇ ਉਹਨਾਂ ਦੇ ਧਰਮ ਦੇ ਬੰਦੇ ਇਸ ਕਰਕੇ ਉਹਦੇ ਨਾਲ ਰਿਸ਼ਤਾ ਕਰਨ ਵਾਸਤੇ ਤਿਆਰ ਨਹੀਂ ਸੀ ਵੀ ਇੱਕ ਫਕੀਰ ਦੀ ਮੰਗੇਤਰ ਹੈ। ਰਣ ਤੱਤੇ ਵਿੱਚ ਮਜ਼ਾਕੀਆ ਲਹਿਜੇ ਵਿੱਚ ਬਹਾਦਰ ਬਾਬਾ ਬਿਧੀ ਚੰਦ ਕਹਿੰਦਾ ਜੀ ਆਓ ਆਪਣਾ ਪੁਰਾਣਾ ਰਿਸ਼ਤੇਦਾਰ ਆ ਰਿਹਾ, ਮਹਾਰਾਜ ਮੈਂ ਉਹਦੇ ਨਾਲ ਦੋ ਹੱਥ ਕਰਨ ਵਾਸਤੇ ਅੱਗੇ ਆਉਣਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੇ ਚਰਨੀ ਹੱਥ ਲਾ ਕੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਇਹਨਾਂ ਤਿੰਨਾਂ ਦੇ ਮੁਕਾਬਲੇ ਉੱਤੇ ਜਿਵੇਂ ਵਧੇ ਨੇ ਉਸ ਵੇਲੇ ਦੀਆਂ ਲਾਈਨਾਂ ਤੁਹਾਡੀ ਯਾਦ ਵਾਸਤੇ ਦੱਸਣਾ ਚਾਹੁੰਦਾ। ਇਹ ਸਾਰਾ ਪ੍ਰਸੰਗ ਮੇਰੇ ਵੱਡੇ ਭਾਈ ਸਤਿਕਾਰਯੋਗ ਗੁਰਪ੍ਰਵਾਸੀ ਗਿਆਨੀ ਬਲਦੇਵ ਸਿੰਘ ਬੈਂਕਾ ਜੀ ਹੋਰਾਂ ਦਾ ਲਿਖਿਆ ਹੋਇਆ, ਕਿਉਂਕਿ ਸਾਡੇ ਗੁਰ ਭਾਈ ਸਨ, ਉਹ ਵੀ ਗਿਆਨੀ ਜੋਗਾ ਸਿੰਘ ਜੋਗੀ ਸਾਹਿਬ ਹੋਰਾਂ ਦੇ ਸ਼ਾਗਿਰਦ ਸਨ, ਤੇ ਅਸੀਂ ਵੀ ਗਿਆਨੀ ਜੋਗਾ ਸਿੰਘ ਜੋਗੀ ਸਾਹਿਬ ਜੀ ਹੋਰਾਂ ਕੋਲੋਂ ਸਿੱਖਿਆ ਲਈ ਤੁਹਾਡੇ ਚਰਨਾਂ ਤੇ ਹਾਜ਼ਰ ਹੋਏ। ਮੇਰਾ ਸੁਭਾਅ ਹੈ ਭਈ ਮੈਂ ਕਦੇ ਕਿਸੇ ਦਾ ਕਵਿਤਾ ਵਿੱਚ ਨਾਂ ਨਹੀਂ ਬਦਲਿਆ। ਬਹੁਤੇ ਵੀਰ ਕੀ ਕਰਦੇ ਨੇ, ਜਦੋਂ ਕਿਸੇ ਲਿਖਾਰੀ ਦਾ ਨਾਂ ਆਉਂਦਾ ਉੱਥੇ ਸੰਗਤ ਸ਼ਬਦ ਜੋੜ ਦਿੰਦੇ ਨੇ ਜਾਂ ਖਾਲਸਾ ਸ਼ਬਦ ਜੋੜ ਦਿੰਦੇ ਨੇ, ਅਸਲ ਵਿੱਚ ਉਹ ਸਿੱਧਾ ਆਪਣੇ ਆਪ ਨਾਲ ਧੋਖਾ ਕਰਦੇ ਨੇ। ਆਪਣੇ ਆਪ ਜਦੋਂ ਅਸੀਂ ਕਿਸੇ ਦਾ ਮਾਨ ਨਾਲ ਨਾਂ ਲਵਾਂਗੇ, ਸਾਡਾ ਆਪਣੇ ਆਪ ਸਿਰ ਉੱਚਾ ਹੋਵੇਗਾ, ਸਤਿਕਾਰ ਹੋਵੇਗਾ। ਸੁਰਗਵਾਸੀ ਵੱਡੇ ਭਾਈ ਗਿਆਨੀ ਬਲਦੇਵ ਸਿੰਘ ਬੈਂਕਾ ਸਾਹਿਬ ਹੋਰਾਂ ਦੀ ਲਿਖੀ ਹੋਈ ਆਗਿਆ ਰਚਨਾ ਹੈ, ਲੈ ਸਤਿਗੁਰ ਤੋਂ ਆਗਿਆ ਬਿਧੀ ਚੰਦ ਬਲਵਾਨ। ਲੈ ਸਤਿਗੁਰ ਤੋਂ ਆਗਿਆ ਬਿਧੀ ਚੰਦ ਬਲਵਾਨ, ਢਾਲ ਪੜੀ ਇੱਕ ਹੱਥ ਮੇ ਤੇ ਦੂਜੇ ਕਿਰਪਾਨ। ਔਰ ਦਿੱਤੀਆਂ ਗੁਰੂ ਦਲੇਰੀਆਂ ਗੁਰਮਤ ਰੂਪ ਗਿਆਨ, ਮਸਤੀ ਅੰਦਰ ਝੂਮਦਾ ਰਤਾ ਨਹੀਂ ਅਪਮਾਨ। ਉਹ ਜ਼ਿੰਦਗੀ ਬੰਦਗੀ ਮੌਤ ਦੀ ਪੂਰੀ ਜਨੂੰ ਪਛਾਣ,
ਰਾਕੀ ਰੂਪ ਤੂਫਾਨ ਦਾ ਹਿਣਕੇ ਮੇਘ ਸਮਾਨ ਤੱਕੇ ਛਾਲਾ ਉਹਦੀਆਂ ਮਿਰਗ ਨੀਵੀਆਂ ਪਾਣ ਤੇਜ ਮੱਥੇ ਦਾ ਡਲਕਦਾ ਜੈ ਸੰਸਰ ਪਾਨ ਤਾਰੇ ਮੂੰਹ ਪਾਉਂਦੇ ਵੇਖ ਉਹਨਾਂ ਦੀ ਸ਼ਾਨ ਉਹ ਚੜ੍ਹਤ ਉਸ ਦੀ ਵੇਖ ਕੇ ਰਹਿ ਗਈ ਜਮੀ ਹੈਰਾਨ ਨਾ ਹੋਇਆ ਨਾ ਹੋਵਣਾ ਸਾਨੀ ਵਿੱਚ ਜਹਾਨ ਹੱਲਾ ਕੀਤਾ ਸ਼ੇਰ ਨੇ ਉਹ ਲਾ ਕੇ ਸਾਰਾ ਤਾਣ ਜਾਨਾਂ ਹੋਈਆਂ ਸਵੱਲੀਆਂ ਪਿੜ ਵਿੱਚ ਲੱਥੇ ਘਾਣ ਉਹ ਕੀਤੀ ਤੀਰਾ ਉਹਦਿਆਂ ਧਰਤੀ ਲਹੂ ਲੁਹਾਨ ਦੇਖ ਉਸ ਦੀ ਚੀਰ ਤੇ ਰਾਕੀ ਸਣੇ ਜਵਾਨ ਉਹ ਭੱਜੀ ਜਾਂਦੀ ਫੌਜ ਦੀ ਉਹ ਕਰਮਾ ਸਾਹਿਬ ਕਮਾਨ ਗੁੱਸੇ ਅੰਦਰ ਲੱਗਿਆ ਨੈਣੋ ਅਕਬਰ ਸਾਨ ਉਹ ਸਾਵੇਂ ਆ ਲਲਕਾਰ ਦਾ ਭਰਿਆ ਵਿੱਚ ਗੁਮਾਨ ਸੰਭਲ ਆਈ ਆਕੇ ਬਈ ਲੱਗਾ ਵਾਰ ਚਲਾਣ ਬਿਧੀ ਚੰਦ ਨੇ ਰੋਕ ਕੇ ਉਹ ਮਾਰੀ ਅੱਗੋਂ ਵਧਾਣ ਘੋੜਾ ਡਿੱਗਾ ਕਰਮ ਦਾ ਨਿਕਲੇ ਵਿੱਚੋਂ ਪ੍ਰਾਣ ਉਹ ਘੋੜੇ ਥੱਲੇ ਲੱਤ ਪਈ ਕਰਮ ਚੰਦ ਦੀ ਆਣ ਬਿਧੀ ਚੰਦ ਨੇ ਬੰਨਿਆ ਮੁਸ਼ਕਾਂ ਤੋਂ ਪਹਿਲਵਾਨ ਫੜ ਕੇ ਸ਼ੇਰ ਸ਼ਿਕਾਰ ਨੂੰ ਉਹ ਵਾਪਸ ਹੋਇਆ ਰਵਾਨ ਗੁਰੂ ਚਰਨਾਂ ਵਿੱਚ ਸੁੱਟਿਆ ਚੰਦੂ ਦਾ ਪੁੱਤਰਾਨ ਉਹ ਪੁੱਛਿਆ ਜਦੋਂ ਹਜੂਰ ਨੇ ਕਰਮਾ ਕਰੇ ਬਿਆਨ ਬੈਂਕਾ ਭਾਗ ਨ ਖੁੱਟ ਦੇ ਜਾਂ ਭੁੱਲ ਕਰੇ ਇਨਸਾਨ ਬੜੇ ਵਾਰ ਕੀਤੇ ਹਜੂਰ ਤੇ ਵਿਧੀ ਚੰਦ ਤੇ ਕਰੀਮ ਬਖਸ਼ ਨੇ ਪਰ ਪੇਸ਼ ਨਾ ਗਈ ਆਖਰ ਅਗਲੀ ਦੁਨੀਆ ਨੂੰ ਤੋਰ ਦਿੱਤਾ ਕਰੀਮ ਬਖਸ਼ ਨੂੰ ਵੀ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਨੇ। ਇਹਦੇ ਲਾਗੇ ਦੀਵਾਨ ਚੰਦੂ ਦਾ ਪੁੱਤਰ ਕਰਮ ਚੰਦ ਖੜਾ ਸੀ ਘਾਬਰ ਗਿਆ ਆਪਣੇ ਸਾਥੀ ਨੂੰ ਡਿੱਗਿਆ ਵੇਖ ਕੇ ਧਰਤੀ ਤੇ ਡਿੱਗ ਪਿਆ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਹੋਰਾਂ ਨੇ ਜਿਉਂਦੇ ਨੂੰ ਪਕੜ ਲਿਆ ਜਿਉਂਦੇ ਨੂੰ ਪਕੜ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਲਿਜਾਇਆ ਚੰਦੂ ਦੇ ਪੁੱਤਰ ਕਰਮ ਚੰਦ ਨੂੰ ਬਾਬਾ ਵਿਧੀ ਚੰਦ ਸਾਹਿਬ ਜੀ ਹੋਰਾਂ ਨੂੰ ਮਹਾਰਾਜ ਆ ਗਿਆ ਦੀਵਾਨ ਚੰਦੂ ਦਾ ਮੁੰਡਾ ਕੀ ਹੁਕਮ ਹੈ ਵੈਰੀ ਕਾਬੂ ਆਇਆ ਹੋਏ ਤੇ ਬੰਦਾ ਛੱਡਦਾ ਨਹੀਂ ਵਿਰੋਧੀ ਕਾਬੂ ਆ ਜਾਏ ਉਹਨੂੰ ਜਿਉਂਦੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਵੀ ਇਹ ਸਾਡਾ ਵਿਰੋਧੀ ਆ ਸਾਡੇ ਤੇ ਹਮਲਾਵਰ ਹੋ ਕੇ ਆਇਆ ਇਹਨੂੰ ਨਹੀਂ ਛੱਡਣਾ ਪਰ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਡਿਆਈ ਵੇਖੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੋਂ ਬਲਹਾਰੇ ਜਾਈਏ ਮਹਾਰਾਜ ਦੀ ਕਰਨੀ ਅੱਗੇ ਸਿਰ ਝੁਕਦਾ ਹੱਸ ਕੇ ਗਰੀਬ ਨੂੰ ਆ ਸੱਚੇ ਪਾਤਸ਼ਾਹ ਕਹਿੰਦੇ ਵਿਧੀ ਚੰਦਾ ਇਹ ਡਿੱਗ ਪਿਆ ਸੀ ਮਹਾਰਾਜ ਹਾਂ ਇਹ ਡਿੱਗ ਪਿਆ ਸੀ ਫਿਰ ਵਿਧੀ ਚੰਦਾ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਡਿੱਗੇ ਤੇ ਵਾਰ ਨਹੀਂ ਕਰਨਾ ਨਾ ਹੱਥੇ ਤੇ ਵਾਰ ਨਹੀਂ ਕਰਨਾ ਭੱਜੇ ਤੇ ਵਾਰ ਨਹੀਂ ਕਰਨਾ ਇਹ ਡਿੱਗ ਪਿਆ ਨਾ ਇਹਨੂੰ ਬਾ ਇੱਜ਼ਤ ਬਰੀ ਕਰ ਦਿੱਤਾ ਜਾਵੇ ਬਾ ਇੱਜ਼ਤ ਬਰੀ ਕਰ ਦਿੱਤਾ ਜੇ ਚੜ ਕੇ ਆਵੇਗਾ ਫਿਰ ਰਣ ਤੱਤੇ ਵਿੱਚੋਂ ਇਹ ਪ੍ਰਾਣ ਲੈ ਕੇ ਵਾਪਸ ਨਹੀਂ ਜਾਵੇਗਾ ਹੁਣ ਇਹ ਡਿੱਗ ਪਿਆ ਸੀ ਇਹਨੂੰ ਛੱਡ ਦਿੱਤਾ ਜਾਵੇ ਪੰਥ ਦਾ ਬਹੁਤ ਹੀ ਸਤਿਕਾਰਿਆ ਹੋਇਆ ਢਾਡੀ ਜਥਾ ਜਿਨ੍ਹਾਂ ਨੇ ਢਾਡੀ ਕਲਾ ਵਿੱਚ ਬੜੇ ਵੱਡੇ ਮੀਲ ਪੱਥਰ ਕਾਇਮ ਕੀਤੇ ਬੜਾ ਵੱਡਾ ਸਤਿਕਾਰ ਮਾਨ ਗੁਰੂ ਕੀ ਸੰਗਤ ਕੋਲੋਂ ਲਿਆ ਹਰ ਸਿੱਖ ਸਰੋਤਾ ਗਿਆਨੀ ਜੀ ਹੋਰਾਂ ਦੇ ਜਥੇ ਦਾ ਸਤਿਕਾਰ ਕਰਦਾ ਮਾਨ ਕਰਦਾ ਮੇਰੇ ਸਤਿਕਾਰਯੋਗ ਛੋਟੇ ਵੀਰ ਉਮਰ ਕਰਕੇ ਉਹ ਛੋਟੇ ਨੇ ਗੁਣਾ ਕਰਕੇ ਮੇਰੇ ਨਾਲੋਂ ਕਈ ਗੁਣਾ ਵੱਡੇ ਨੇ ਕਈ ਗੁਣਾ ਗਿਆਨੀ ਗੁਰਪ੍ਰਤਾਪ ਸਿੰਘ ਜੀ ਪਦਮ ਉਹਨਾਂ ਦੇ ਨਾਲ ਓਂਕਾਰ ਸਿੰਘ ਜੀ ਗਹਿਰੀ ਉਹਨਾਂ ਦੇ ਨਾਲ ਸਾਡਾ ਕਾਕਾ ਗੁਰਸ਼ਰਨ ਸਿੰਘ ਜੀ ਕੋਮਲ ਸਰੰਗੀ ਮਾਸਟਰ ਆਪਣੀਆਂ ਮਿਸਾਲਾਂ ਆਪ ਨੇ ਜਿਨ੍ਹਾਂ ਨੇ ਤੁਹਾਨੂੰ ਢਾਡੀ ਕਲਾ ਦੇ ਰਾਹੀਂ ਗੁਰੂ ਕਾ ਹਰ ਦਾ ਸਰਵਣ ਕਰਾਉਣਾ ਹੈ ਗਿਆਨੀ ਗੁਰਸ਼ਰਨ ਸਿੰਘ ਤੇ ਤੁਹਾਡੇ ਇਲਾਕੇ ਦੇ ਨਾਮਵਰ ਢਾਡੀ ਸਤਿਕਾਰਯੋਗ ਵੱਡੇ ਭਾਈ ਗਿਆਨੀ ਕੇਵਲ ਸਿੰਘ ਜੀ ਕੋਮਲ ਜਿਨ੍ਹਾਂ ਨੇ ਬੜਾ ਨਾਮਨਾ ਪੰਥਕ ਸਟੇਜਾਂ ਉੱਤੋਂ ਖੱਟਿਆ ਅੱਜ ਤੋਂ 5-6 ਸਾਲ ਪਹਿਲਾਂ ਇੱਕ ਐਕਸੀਡੈਂਟ ਦੇ ਰਾਹੀਂ ਉਹਨਾਂ ਦੀ ਇੱਕ ਲੱਤ ਤੇ ਚੋਟ ਆਈ 12-14 ਪ੍ਰਸ਼ਨ ਇੱਕ ਲੱਤ ਦੇ ਹੋਏ ਲੇਕਿਨ ਉਹ ਲੱਤ ਜਿਹੜੀ ਠੀਕ ਨਹੀਂ ਹੋਈ ਉਹ ਮੰਜੀ ਤੇ ਉਦੋਂ ਦੇ ਨੇ ਪਰ ਉਹਨਾਂ ਦੇ ਪੁੱਤਰ ਨੇ ਆਪਣੇ ਪਿਤਾ ਪੁਰਸ਼ੀ ਕਿੱਤੇ ਨੂੰ ਅਪਣਾ ਕੇ ਸਿੱਖ ਪੰਥ ਦੀ ਸੇਵਾ ਵਿੱਚ ਜੋ ਯੋਗਦਾਨ ਪਾਇਆ ਪੰਥ ਸਦਾ ਉਹਨਾਂ ਦਾ ਰਿਣੀ ਰਹੇਗਾ ਮੈਂ ਗਿਆਨੀ ਕੇਵਲ ਸਿੰਘ ਕੋਮਲ ਹੋਰਾਂ ਦੀ ਚੜ੍ਹਦੀ ਕਲਾ ਵਾਸਤੇ ਜਿੱਥੇ ਅਰਦਾਸ ਕਰਦਾ ਹਾਂ ਉੱਥੇ ਉਹਨਾਂ ਨੂੰ ਵਧਾਈ ਵੀ ਦੇਣੀ ਚਾਹੁੰਦਾ ਕਿ ਉਹਨਾਂ ਦਾ ਪੁੱਤਰ ਢਾਡੀ ਕਲਾ ਦੇ ਰਾਹੀਂ ਸਿੱਖ ਪੰਥ ਦੀ ਸੇਵਾ ਕਰ ਰਿਹਾ ਸਿੱਖ ਪੰਥ ਦੀ ਸੇਵਾ ਬੇਅੰਤ ਸਾਰਾ ਸਤਿਕਾਰ
ਮਾਨ ਉਹਨਾਂ ਵੱਲੋਂ ਸਾਡੇ ਜਥੇ ਨੂੰ ਭੇਜਿਆ ਗਿਆ। ਉਹ ਕਾਕਾ ਰਹਿਣ ਦੇ, ਨਹੀਂ ਮੰਨਦਾ ਤੇ ਠੀਕ ਆ ਨਾ, ਅਸੀਂ ਕਿਤੇ ਲੀਡਰ ਥੋੜ੍ਹੇ ਆ ਵੀ ਆਪਾਂ ਫੋਟੋ ਲਾਉਣੇ। ਜਿੰਨੇ ਕ ਅੱਗੇ ਆ ਗਏ ਨੇ ਉਹਨਿਆਂ ਦੀ ਲਾ ਲਓ ਤੁਸੀਂ ਨਾ। ਕਈ ਕੱਲੇ ਫੋਟੋ ਹੀ ਲਵਾਉਣ ਵਾਲੇ ਹੁੰਦੇ ਵੀ ਫੋਟੋ ਹੀ ਲਵਾਉਣੀ ਹੁੰਦੀ ਆ, ਤੁਸੀਂ ਉਦੋਂ ਦਾ ਸਾਰਾ ਪ੍ਰੋਗਰਾਮ ਕਵਰ ਕਰ ਦਿਓ। ਤੁਹਾਡਾ ਬਹੁਤ ਬਹੁਤ ਧੰਨਵਾਦ। ਗਿਆਨੀ ਗੁਰਪ੍ਰਤਾਪ ਸਿੰਘ ਜੀ ਪਦਮ, ਉਹਨਾਂ ਵੱਲੋਂ ਬਹੁਤ ਸਾਰੀਆਂ ਅਸੀਸਾਂ ਆਈਆਂ। ਸੱਚੇ ਪਾਤਸ਼ਾਹ ਮਹਾਰਾਜ ਚੜ੍ਹਦੀ ਕਲਾ ਬਖਸ਼ਣ, ਆਪਣੇ ਦਰੋਂ ਕਰੋ ਰਹਿਮਤਾਂ ਦੇ ਨਾਲ ਸਤਿਗੁਰੂ ਜੀ ਨਵਾਜਣ। ਹਾਂ ਕਾਕਾ ਜਲਦੀ ਨਾ ਦੋ। ਭੈਣ ਜੀ ਪਰਿਵਾਰ ਦੀ ਤੰਦਰੁਸਤੀ ਵਾਸਤੇ ਮਾਇਆ ਹਾਜ਼ਰ ਕਰਦੇ ਨੇ, ਧੰਨਵਾਦ। ਸੁਰਗਵਾਸੀ ਸਰਦਾਰ ਪਿਆਰਾ ਸਿੰਘ ਜੀ ਹੋਰਾਂ ਵੱਲੋਂ ਮਾਇਆ ਹੈ, ਸਰਦਾਰ ਵਿਰਸਾ ਸਿੰਘ ਜੀ ਹੋਰਾਂ ਵੱਲੋਂ ਮਾਇਆ ਹੈ। ਮੇਰੇ ਸਮੇਂ ਵਿੱਚੋਂ ਲਗਭਗ 10 ਮਿੰਟ ਦਾ ਸਮਾਂ ਹੈ। ਭਾਈ ਗੁਰਤੇਜ ਸਿੰਘ ਜੀ ਹੋਰਾਂ ਨੂੰ ਕਹੂੰਗਾ ਕਿ ਮੈਂ ਆਪਣੇ ਸਮੇਂ ਵਿੱਚ ਹੀ ਸਮਾਪਤੀ ਕਰ ਦੇਣੀ ਹੈ। ਵੀਰਾਂ ਦੀ ਸਿਫਾਰਿਸ਼ ਹੈ, ਉਹ ਜ਼ਰੂਰ ਗੱਡੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਧੰਨ ਧੰਨ ਸੰਤ ਬਾਬਾ ਆਨੰਦ ਸਿੰਘ ਜੀ ਜਗਤਪੁਰ ਵਾਲੇ, ਉਹਨਾਂ ਮਹਾਂਪੁਰਸ਼ਾਂ ਦੇ ਨਾਮ ਤੋਂ ਅਸੀਸਾਂ ਹੈ। ਹੋਰ ਬਹੁਤ ਸਾਰੀ ਸੰਗਤ ਵੱਲੋਂ ਆਇਆ। ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ। ਇਹਦੇ ਤੇ ਕੀਤਾ ਤਰਸ ਗੁਰੂ ਹਰਗੋਬਿੰਦ ਸਾਹਿਬ ਨੇ, ਤਰਸ। ਤੇ ਜਿਹਦੇ ਤੇ ਤਰਸ ਕੀਤਾ ਨਾ, ਉਹ ਏਡਾ ਆਰਾਮ ਫਰੋਸ਼ ਨਿਕਲਿਆ ਜਾ ਕੇ ਅਬਦੁੱਲੇ ਨੂੰ ਕਹਿੰਦਾ ਵੀ ਮੈਂ ਭੇਸ ਬਦਲ ਕੇ ਗਿਆ ਸਾਂ ਗੁਰੂ ਹਰਗੋਬਿੰਦ ਸਾਹਿਬ ਦੇ ਡੇਰੇ। ਉੱਥੇ ਤੇ ਸਿੱਖ ਕੋਈ ਹੈ ਨਹੀਂ ਮਹਾਰਾਜ ਦੇ ਨਾਲ, ਗਿਣਤੀ ਜੇ ਥੋੜੇ ਜੇ ਬੰਦੇ ਨੇ, ਤੇ ਜੇ ਸਾਰੇ ਇਕੱਠੇ ਹੱਲਾ ਕਰੀਏ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪਕੜਨਾ ਮਿੰਟਾਂ ਸਕਿੰਟਾਂ ਦੀ ਖੇਡ ਆ, ਮਿੰਟਾਂ ਸਕਿੰਟਾਂ। ਅਬਦੁੱਲੇ ਦੀ ਅਕਲ ਤੇ ਪਰਦਾ ਪੈ ਚੁੱਕਾ। ਪਹਿਲਾਂ ਉਹਨਾਂ ਦੇ ਕਹੇ ਜਲੰਧਰੋਂ ਫੌਜ ਲੈ ਕੇ ਤੁਰਿਆ, ਤੇ ਹੁਣ ਫੇਰ ਇਹਨਾਂ ਦੇ ਝਾਂਸੇ ਵਿੱਚ ਆ ਗਿਆ। ਉਹਨਾਂ ਦੇ ਝਾਂਸੇ ਕਈ ਬੰਦੇ ਜੰਗ ਵਿੱਚ ਬੜੇ ਮਾਰ ਹੁੰਦੇ ਨੇ, ਪਰ ਰਾਜਨੀਤੀ ਵਿੱਚ ਕਮਜ਼ੋਰ ਹੁੰਦੇ। ਰਾਜਨੀਤੀ ਕਈ ਬੰਦੇ ਰਾਜਨੀਤੀ ਵਿੱਚ ਕਮਜ਼ੋਰ ਹੋਣ ਦੇ ਬਾਵਜੂਦ ਰਣ ਤੱਤੇ ਦੀਆਂ ਬਰੀਕੀਆਂ ਨੂੰ ਸਮਝਦੇ ਨੇ, ਪਰ ਦੂਜਿਆਂ ਦੀ ਗੱਲ ਨੂੰ ਉਸ ਤਰੀਕੇ ਨਾਲ ਨਹੀਂ ਸਮਝਦੇ ਜਿਸ ਤਰ੍ਹਾਂ ਰਣ ਵਿੱਚ ਲੜਨ ਵਾਲੇ ਇੱਕ ਜਰਨੈਲ ਨੂੰ ਸਮਝਣੀਆਂ ਚਾਹੀਦੀਆਂ। ਇਹਨਾਂ ਦੇ ਝਾਂਸੇ ਵਿੱਚ ਦੂਜੀ ਵਾਰ ਆ ਗਏ। ਤਿੰਨੇ ਇਕੱਠੇ ਹੋ ਕੇ ਚੜ੍ਹੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੇ। ਤਿੰਨੇ ਜਦੋਂ ਤਿੰਨ ਇਕੱਠੇ ਚੜ੍ਹਦੇ ਆਉਂਦੇ ਵੇਖੇ, ਬਹਾਦਰ ਬਾਬਾ ਬਿਧੀ ਚੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਖੜਾ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ, ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਹੁਣ ਪਾਸੇ ਹਟ। ਇਹਨਾਂ ਦੀ ਅਜਲ ਸਾਡੀ ਤਲਵਾਰ ਥੱਲੇ, ਸਾਡੇ ਤੀਰ ਥੱਲੇ ਘੇਰ ਘੇਰ ਕੇ ਇਹਨਾਂ ਨੂੰ ਲਿਆ ਰਹੀ ਆ। ਹੁਣ ਦੁਨੀਆ ਦੀ ਕੋਈ ਤਾਕਤ ਇਹਨਾਂ ਨੂੰ ਨਹੀਂ ਬਚਾਵੇਗੀ। ਭਾਵੇਂ ਤਵੀਤ ਕਰਾ ਕੇ ਆ ਜਾਣ, ਭਾਵੇਂ ਹਵਨ ਕਰਾ ਕੇ ਆ ਜਾਣ, ਭਾਵੇਂ ਜੰਤਰ ਮੰਤਰ ਤੰਤਰ ਪੜ੍ਹ ਕੇ ਆ ਜਾਣ, ਹੁਣੇ ਪ੍ਰਾਣ ਲੈ ਕੇ ਰਣ ਤੱਤੇ ਵਿੱਚੋਂ ਨਹੀਂ ਨਿਕਲਣਗੇ। ਸੋਹਣਿਆਂ ਦੇ ਸੁਲਤਾਨ ਮਹਾਬਲੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਜੰਗ ਦਾ ਅੰਤ ਕਰਨ ਵਾਸਤੇ, ਵੱਖ-ਵੱਖ ਇਤਿਹਾਸਕਾਰਾਂ ਨੇ ਇਸ ਜੰਗ ਦੀ ਤਰੀਕ 17 ਅੱਸੂ 1630 ਈਸਵੀ ਲਿਖੀ ਹੈ। 17 ਅੱਸੂ 1630 ਈਸਵੀ ਨੂੰ ਸੱਚੀ ਸਰਕਾਰ ਗੁਰੂ ਹਰਗੋਬਿੰਦ ਸਾਹਿਬ ਜ਼ੁਲਮ ਦਾ ਨਾਸ਼ ਕਰਨ ਵਾਸਤੇ ਰਣ ਤੱਤੇ ਵਿੱਚ ਤਿੰਨਾਂ ਦੇ ਮੁਕਾਬਲੇ ਤੇ ਇੰਜ ਉਤਰ। ਰਣ ਵਿੱਚ ਢਾਉਣਾ ਜਾਂ ਮਰਨਾ ਕਿਆ ਉਹ ਬਦੁੱਲੇ ਗਾਜੀ ਨੇ। ਉਹ ਡਾਡਾ ਪਿਆ ਘਮਕੋਰ ਨਗਾਰੇ ਢੋਲ ਰਫੀਰੀ ਦਾ, ਦੁਸ਼ਟ ਸ਼ਿੰਗਾਰ ਨ ਚੜਿਆ ਮਾਲਕ ਮੀਰੀ ਪੀਰੀ ਦਾ। ਪੁੱਤਰਾਂ ਦੇ ਲੱਥੇ ਰਣ ਵਿੱਚ ਕਾਣ ਜਵਾਨਾਂ ਦੇ, ਗਣੇ ਜਾਣ ਨਾ ਕਿੰਨੇ ਟੁਕੜੇ ਹੋਏ ਇਨਸਾਨਾਂ ਦੇ। ਉਹ ਸਭਨਾਂ ਨੇ ਫਲ ਭੋਗਿਆ ਮਾਲਕ ਦੀ ਤਕਸੀਰੀ ਦਾ, ਦੁਸ਼ਟ ਸ਼ਿੰਗਾਰ ਨ ਚੜਿਆ ਮਾਲਕ ਮੀਰੀ ਪੀਰੀ ਦਾ। ਸਿਰੋਂ ਪਰੇ ਹੋ ਲੜਿਆ ਕਰਕੇ ਯਾਦ ਜਵਾਨੀ ਨੂੰ, ਦੀਨ ਲਈ ਸਣ ਪੁੱਤਰਾਂ ਦੇਣਾ ਮੈਂ ਕੁਰਬਾਨੀ ਨੂੰ। ਉਹ ਜੋਧਾ ਕੇ ਜੁਦ ਕਰਨਾ ਮੈਂ ਗੁਰ ਨਾਲ ਅਖੀਰੀ ਦਾ, ਦੁਸ਼ਟ ਸ਼ਿੰਗਾਰ ਨ ਚੜਿਆ ਮਾਲਕ ਮੀਰੀ ਪੀਰੀ ਦਾ। ਜੰਗੀ ਹਥਿਆਰ ਗੁਰੂ ਉਧਰ ਨੂੰ ਚੱਲੇ ਨੇ, ਤਿੰਨਾਂ ਨੂੰ ਲਲਕਾਰਿਆ ਸਤਿਗੁਰ ਸੂਰੇ ਕੱਲੇ ਨੇ। ਉਹ ਵਾਰ ਕਰੋ ਗੁਰ ਬੋਲਿਆ ਮਾਲਕ ਗੈਰ ਗੰਭੀਰੀ ਦਾ, ਦੁਸ਼ਟ ਸ਼ਿੰਗਾਰ ਨ ਚੜਿਆ ਮਾਲਕ ਮੀਰੀ ਪੀਰੀ ਦਾ। ਸੁਣ ਕਰਮਾ ਉਬਦੁੱਲਾ, ਉਹ ਸੁਣ ਕਰਮਾ ਉਬਦੁੱਲਾ ਤੇ ਰਤਨਾ ਵੀ ਗੱਜ ਪਿਆ, ਪਤਾ ਲੱਗ ਜੂਵਾ ਤੇਰਾ ਮਰਦਾਂ ਨਾਲ ਅੱਜ ਪਿਆ। ਉਹ ਸਿਰੋਂ ਉਤਾਰੇ ਕਰਜ਼ਾ ਵੱਡਿਆਂ ਦੀ ਦਲਗੀਰੀ ਦਾ, ਦੁਸ਼ਟ ਸ਼ਿੰਗਾਰ ਨ ਚੜਿਆ ਮਾਲਕ ਮੀਰੀ ਪੀਰੀ ਦਾ। ਤਾਂ ਕੇ ਬਲ ਮਾਰਨ ਸਤਿਗੁਰੂ ਰੋਕਣ ਢਾਲੇ ਤੇ, ਤੇਗ ਤੇਗ ਤੇ ਖੜਕੇ ਗਈ ਫਿਰ ਟੁੱਟ ਵਿਚਾਲੇ ਤੇ। ਉਹ ਧਨਸ਼ ਵਿੱਚੋਂ ਤਨ
ਪਾਤਸ਼ਾਹ ਮਹਾਰਾਜ ਤੇ ਅਬਦੁੱਲੇ ਨੇ ਵਾਰ ਕਰਨੇ ਸ਼ੁਰੂ ਕਰ ਦਿੱਤੇ, ਪਰ ਇਹਨਾਂ ਬੁਖਲਾਇਆ ਸ਼ੋਧੀ ਨਾ ਰਹੀ ਵੀ ਵਾਰ ਕਿਸ ਤਰੀਕੇ ਨਾਲ ਕਰਨਾ। ਵਾਰ ਕਰ ਕਰਕੇ ਹੰਬ ਗਏ, ਤਿੰਨਾਂ ਦੇ ਵਾਰ ਕੱਲੇ ਸੱਚੇ ਪਾਤਸ਼ਾਹ ਮਹਾਰਾਜ ਡੱਕਦੇ ਰਹੇ। ਜਦੋਂ ਇਹ ਹੰਬ ਗਏ ਆਪਣੇ ਪੱਥੇ ਵਿੱਚੋਂ ਕੱਢਿਆ ਤੁਰਦੀਆਂ ਟਿਕਟਾਂ ਦੇਣ ਵਾਲਾ ਤੀਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਅਬਦੁੱਲੇ ਵੱਲ ਛੱਡਿਆ। ਉਹਦੇ ਬਿਲਕੁਲ ਨੇੜੇ ਕਰਮਚੰਦ ਖੜਾ, ਰਤਨ ਚੰਦ ਖੜਾ ਸੀ। ਉਹਨੂੰ ਪਤਾ ਹੀ ਨਾ ਲੱਗਾ, ਉਹਨੂੰ ਸੰਭਲਣ ਦਾ ਮੌਕਾ ਹੀ ਨਾ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਨੇ। ਦੂਜਾ ਇਹਨੂੰ ਵੀ ਬਖਸ਼ ਦਿੱਤਾ ਤੀਰ ਨੂੰ। ਜਦੋਂ ਦੋ ਡਿੱਗ ਪਿਆ, ਕਰਮਚੰਦ ਭੱਜਣ ਲੱਗਾ। ਮਹਾਰਾਜ ਕਹਿੰਦੇ ਉਹ ਰਿਸ਼ਤੇਦਾਰ ਨੂੰ ਥੋੜਾ ਭੱਜਣ ਦਿਆਂਗੇ। ਇਹਨੇ ਚਾਅ ਨਾਲ ਆਇਆ ਹੋਵੇ ਰਿਸ਼ਤੇਦਾਰ, ਇਹਨੇ ਪੁਆੜੇ ਕਰਕੇ ਆਇਆ ਹੋਵੇ ਰਿਸ਼ਤੇਦਾਰ ਤੇ ਭੱਜ ਕੇ ਚਲਿਆ ਜਾ, ਫਿਰ ਗੱਲ ਚੰਗੀ ਥੋੜਾ। ਸੱਚੇ ਪਾਤਸ਼ਾਹ ਨੇ ਤੀਜਾ ਤੀਰ ਇਹਨੂੰ ਬਖਸ਼ੇ, ਅਗਲੀ ਦੁਨੀਆ ਨੂੰ ਤੋਰ ਦਿੱਤਾ। 17 ਅੱਸੂ ਦਾ ਸੂਰਜ ਡੁੱਬਣ ਤੋਂ ਪਹਿਲਾਂ ਰੰਗ ਤੱਤੇ ਵਿੱਚ ਕੇਸਰੀ ਰੰਗ ਦਾ ਝੰਡਾ ਗੱਡ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਨੂੰ 4 ਚੰਨ ਲਾਏ। ਅਗਲਾ ਦਿਨ ਚੜਿਆ, ਮਹਾਰਾਜ ਨੇ ਹੁਕਮ ਦਿੱਤਾ ਸਿੱਖਾਂ ਦੀਆਂ ਲਾਸ਼ਾਂ ਇਕੱਠੀਆਂ ਕਰਕੇ ਕਿਲੇ ਵਿੱਚ ਚਿਖਾ ਬਣਾ ਕੇ ਉਹਨਾਂ ਦਾ ਸੰਸਕਾਰ ਕੀਤਾ ਜਾਵੇ, ਤੇ ਜਿੰਨੀਆਂ ਮੁਸਲਮਾਨ ਸਿਪਾਹੀਆਂ ਦੀਆਂ ਲਾਸ਼ਾਂ ਨੇ ਸਾਰਿਆਂ ਨੂੰ ਇਕੱਠਿਆਂ ਕਰਕੇ ਦਰਿਆ ਬਿਆਸ ਦੀ ਭੇਟਾ ਕੀਤਾ ਜਾਵੇ। 3-4 ਦਿਨਾਂ ਵਿੱਚ ਇਹ ਕੰਮ ਨਿਬੇੜਨ ਤੋਂ ਬਾਅਦ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਬੜਾ ਲੰਮਾ ਸਮਾਂ ਉਸ ਸਥਾਨ ਤੇ ਰਹੇ। ਉਹਨਾਂ ਵੱਲੋਂ ਉੱਥੇ ਇੱਕ ਮਸਜਿਦ ਬਣਾਈ ਗਈ, ਜਿਹੜੀ ਅੱਜ ਵੀ ਸੰਸਾਰ ਵਿੱਚ ਸ਼ੋਭਾ ਪਾ ਰਹੀ ਹੈ। ਗੁਰੂ ਨਾਨਕ ਦਾ ਵੈਰ, ਗੁਰੂ ਨਾਨਕ ਦੇ ਘਰ ਦਾ ਵੈਰ ਕਿਸੇ ਧਰਮ ਨਾਲ ਨਹੀਂ, ਕਿਸੇ ਮਜ਼ਹਬ ਨਾਲ ਨਹੀਂ, ਕਿਸੇ ਮੁਲਕ ਨਾਲ ਨਹੀਂ। ਗੁਰੂ ਨਾਨਕ ਦੀ ਲੜਾਈ ਮੁੱਢ ਕਦੀਮ ਤੋਂ ਲੈ ਕੇ ਜ਼ਬਰ ਤੇ ਜ਼ੁਲਮ ਦੇ ਬਰਖਲਾਫ ਰਹੀ ਆ। ਅੱਜ ਵੀ ਉਸ ਮੰਜ਼ਲ ਤੇ ਚੱਲ ਕੇ ਗੁਰੂ ਨਾਨਕ ਦਾ ਸਿੱਖ ਜ਼ਬਰ ਤੇ ਜ਼ੁਲਮ ਦਾ ਟਾਕਰਾ ਕਰ ਰਿਹਾ ਹੈ। ਭਾਵੇਂ ਕੋਈ ਹੋਵੇ ਜਿਹੜਾ ਕਿਸੇ ਨਾਲ ਬੇਨਿਆਈ ਕਰੇ ਜਾਂ ਧੱਕਾ ਕਰੇ, ਉਹਦੇ ਮੱਤ ਵਾਸਤੇ ਗੁਰੂ ਨਾਨਕ ਦਾ ਸਿੱਖ ਖਲੋਂਦਾ। ਅਸੀਂ ਸਾਰੇ ਅਮਨ ਦੇ ਹਾਮੀ ਹਾਂ, ਸਦਭਾਵਨਾ ਦੇ ਹਾਮੀ ਹਾਂ, ਪਰ ਸਾਡੇ ਨਾਲ ਬੇਇਨਸਾਫੀ ਮੁੱਢ ਕਦੀਮ ਤੋਂ ਲੈ ਕੇ ਹੁੰਦੀ ਹੈ। ਅੱਜ ਵੀ ਸਾਡੇ ਨਾਲ ਬੇਇਨਸਾਫੀ ਹੋ ਰਹੀ ਹੈ। ਸਾਡੇ ਸੂਰਬੀਰ ਬਹਾਦਰ 35 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਨੇ। 35 ਸਾਲਾਂ ਤੋਂ ਕਦੇ ਕਿਸੇ ਸਰਕਾਰ ਨੇ ਸੰਜੀਦਗੀ ਨਹੀਂ ਵਿਖਾਈ। ਭਈ ਇਹਨਾਂ ਨੇ ਤੇ ਆਪਣੀ ਸਜ਼ਾ ਤੋਂ ਵੀ ਕਈ ਗੁਣਾ ਜ਼ਿਆਦਾ ਸਜ਼ਾ ਕੱਟ ਲਈ ਆ। ਇਹ ਕਿਤੇ ਕੋਈ ਅਪਰਾਧੀ ਪਿਛੋਕੜ ਦੇ ਥੋੜਾ ਨੇ। ਇਹਨਾਂ ਦੇ ਧਰਮ ਦਾ ਮਸਲਾ ਹੈ, ਇਹਨਾਂ ਦੀ ਅਣਖ ਨੂੰ ਹੱਥ ਪਾਇਆ ਗਿਆ, ਇਹਨਾਂ ਦੀ ਇੱਜ਼ਤ ਨੂੰ ਹੱਥ ਪਾਇਆ ਗਿਆ। ਜਦੋਂ ਕੋਈ ਕਿਸੇ ਗੈਰਤਮੰਦ ਬੰਦੇ ਦੀ ਬਾਪੂ ਦੀ ਦਾੜੀ ਨੂੰ ਹੱਥ ਪਾਵੇਗਾ ਤੇ ਕੀ ਗੈਰਤ ਬੰਦਾ ਮਿੱਟੀ ਦਾ ਪੁਤਲਾ ਬਣ ਕੇ ਖਲੋਤਾ ਰਹੇਗਾ? ਉਹਨੇ ਫਿਰ ਆਪਣੇ ਬਾਪੂ ਦੀ ਦਾੜੀ ਦਾ ਬਦਲਾ ਤੇ ਲੈਣਾ ਹੀ ਲੈਣਾ ਨਾ। ਉਹ ਕੋਈ ਮਾੜੇ ਪਿਛੋਕੜ ਵਾਲੇ ਨਹੀਂ। ਭਾਈ ਰਾਜੋਆਣਾ ਸਾਹਿਬ, ਭਾਈ ਜਗਤਾਰ ਸਿੰਘ ਜੀ ਹਵਾਰਾ, ਭਾਈ ਜਗਤਾਰ ਸਿੰਘ ਜੀ ਪਿਓਰਾ, ਭਾਈ ਜਗਤਾਰ ਸਿੰਘ ਤਾਰਾ ਸਰਦੇ ਪੁੱਜਦੇ ਵਾਸਤੇ ਘਰਾਂ ਦੇ ਗੱਭਰੂ ਨੇ, ਜਿਨ੍ਹਾਂ ਨੇ ਪੰਥ ਦੀ ਸਵੈਮਾਨਤਾ ਨੂੰ ਉੱਚਾ ਚੁੱਕਣ ਵਾਸਤੇ ਇਹ ਕਦਮ ਚੁੱਕਿਆ। ਸੋ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਆ, ਉਹ ਆਪਣੇ ਪਰਿਵਾਰਾਂ ਵਿੱਚ ਆਉਣੇ ਚਾਹੀਦੇ। ਆਓ ਗੱਡੀ ਛੰਦ ਦਾ ਮੈਨੂੰ ਹੁਕਮ ਹੋਇਆ ਹੈ ਬਈ 70 ਕਰੋੜ ਆਬਾਦੀ ਦੀ ਮਾਲਕ ਇੰਦਰਾ ਗਾਂਧੀ ਦਾ ਕੀਰਤਨ ਸੋਹਲਾ ਭਾਈ ਸਤਵੰਤ ਸਿੰਘ ਤੇ ਬੇਅੰਤ ਸਿੰਘ ਸਾਹਿਬ ਜੀ ਹੋਰਾਂ ਨੇ ਕਿਵੇਂ ਪੜ੍ਹਿਆ, ਇਹ ਰਚਨਾ ਸਿੱਖ ਸੰਗਤ ਦੇ ਨਾਲ ਸਾਂਝੀ ਕੀਤੀ ਜਾਵੇ। ਮੇਰਾ ਸਿਰ ਝੁਕਦਾ ਨੌਜਵਾਨ ਵੀਰੋ ਤੁਹਾਡੇ ਚਰਨਾਂ ਵਿੱਚ। ਹਕੀਕਤ ਹੈ, ਯਕੀਨ ਕਰਕੇ ਜਾਣਿਓ। ਗਿਆਨੀ ਜੀ ਬੈਠੇ ਪਦਮ ਜੀ, ਸਾਨੂੰ ਖੁਦ ਨੂੰ ਚੇਤਾ ਭੁੱਲ ਜਾਂਦਾ ਵੀ ਅਸੀਂ ਕਿਹੜਾ ਪ੍ਰਸੰਗ ਕਿਸ ਨਗਰ ਵਿੱਚ ਪੜ੍ਹ ਕੇ ਆਏ ਆ, ਕਿਉਂਕਿ ਮਹੀਨੇ ਦੇ 30-31 ਦਿਨ ਹੁੰਦੇ ਤੇ ਸਾਨੂੰ ਕਈ ਵਾਰ 36 ਥਾਵਾਂ ਤੇ ਵੀ ਮਹੀਨੇ ਵਿੱਚ ਜਾਣਾ ਪੈਂਦਾ। ਪਰ ਤੁਸੀਂ ਵੱਡਾ ਜਿਗਰਾ ਰੱਖਦੇ ਹੋ, ਵੱਡਾ ਹੌਸਲਾ ਰੱਖਦੇ ਹੋ, ਸਾਡੀ ਇੱਕ ਗੱਲ ਯਾਦ ਰੱਖਦੇ ਹੋ। ਉਹਨਾਂ ਕਿਹਾ ਜੀ ਇਹ ਤੁਹਾਡੀ ਕੈਨੇਡਾ ਦੀ ਰਿਕਾਰਡਿੰਗ ਹੈ ਜਿਹੜੀ ਅਸਾਂ ਨੈਟ ਤੋਂ ਸੁਣੀ ਹੈ, ਉਹ ਛੰਦ ਸਾਂਝਾ ਕੀਤਾ ਜਾਵੇ। ਸਫਦਰ ਜੰਗ ਦਾ ਏਰੀਆ 31 ਅਕਤੂਬਰ 1984 ਦਾ ਦਿਨ ਹੈ। 153 ਦਿਨ ਹੋ ਚੁੱਕੇ ਨੇ। 153 ਦਿਨ ਆਪਣੀ ਜ਼ਿੰਦਗੀ ਤੇ ਬਣ ਰਹੀ ਡਾਕੂਮੈਂਟਰੀ ਫਿਲਮ ਦੀ ਇੰਟਰਵਿਊ ਦੇਣ ਵਾਸਤੇ, ਪੀਟਰ ਨੂੰ ਮਿਲਣ ਵਾਸਤੇ ਸਫਦਰ ਜੰਗ ਏਰੀਏ ਵਿੱਚੋਂ ਇੰਦਰਾ ਗਾਂਧੀ ਰਵਾਨਾ ਹੋਈ। ਉਹਦੇ ਨਾਲ ਉਹਦੇ ਚਾਟੜੇ ਤੁਰ ਪਏ, ਸਿਰ ਤੇ ਛਤਰੀ ਤਾਣੀ ਹੋਈ ਹੈ। ਇੱਕ ਨੂੰ ਹੌਲੀ ਜੀ ਕਹਿੰਦੀ ਵੀ ਅੱਜ ਬੁਲਟ ਪ੍ਰੂਫ ਜੈਕਟ ਪਾਉਣੀ ਭੁੱਲ ਗਈਆਂ, ਬੁਲਟ ਪ੍ਰੂਫ ਜੈਕਟ ਨਹੀਂ ਪਾਈ। ਪਤਾ ਨਹੀਂ ਖਾਲਸੇ ਦੀ ਗੋਲੀ ਕਿਹੜੇ ਵੇਲੇ ਮੇਰੀ ਛਾਤੀ ਵਿੱਚ ਆਣ ਕੇ ਵੱਜੇ। ਇਹਦੇ ਚਮਚੇ ਕਹਿੰਦੇ ਬੀਬੀ ਫਿਕਰ ਨਾ ਕਰ, ਜਿਹੜੀ ਗੋਲੀ ਖਾਲਸੇ ਨੇ ਤੇਰੀ ਇੱਕ ਵਿੱਚ ਮਾਰਨੀ ਆ ਨਾ, ਸਾਡੀ ਇੱਕ ਵਿੱਚ ਵੱਜੇਗੀ, ਤੂੰ ਫਿਕਰ ਨਾ ਕਰ। ਬੰਦਾ ਗਲਤ ਕੰਮ ਨਹੀਂ ਕਰਦਾ, ਬੰਦੇ ਕੋਲੋਂ ਚੁੱਕਣਾ ਵਾਲੇ ਗਲਤ ਕੰਮ ਕਰਵਾ ਦਿੰਦੇ ਨੇ। ਤੇ ਬੰਦਾ ਜਿੰਨਾ ਚਿਰ ਮਰਨਾ ਨਾ ਜਾਏ ਉਹਨਾਂ ਚਿਰ ਚੁੱਕਣਾ ਵਾਲੇ ਉਹਦੇ ਵਿੱਚ ਹਵਾ ਭਰਨੋਂ ਹਟਦੇ ਹੀ ਨਹੀਂ, ਵੀ ਜਦੋਂ ਮਰ ਜੇ ਤੇ ਫਿਰ ਉਦੋਂ ਗਲੋਂ ਲੱਥ। ਕੱਲੀ ਇੰਦਰਾ ਦੋਸ਼ੀ ਨਹੀਂ, ਹੋਰ ਵੀ ਉਹਦੇ ਵਿੱਚ ਦੋਸ਼ੀ, ਸਾਡੇ ਆਪਣੇ ਵੀ ਦੋਸ਼ੀ ਨੇ, ਜਿਨ੍ਹਾਂ ਨੇ ਅਕਸਾਇਆ ਉਹਨੂੰ ਵੀ ਬੀਬੀ ਆਹ ਕੰਮ ਕਰ, ਤੇਰੇ ਰਾਹ ਦਾ ਰੋੜਾ ਹਟ ਜਾਊ। ਉਹ ਰੋੜਾ ਹਟਣਾ ਤੇ ਕੀ ਸੀ, ਉਹ ਵੱਡੇ ਵੱਡੇ ਪੱਥਰ ਬਣ ਕੇ ਉਹਨਾਂ ਦੇ ਰਾਹ ਵਿੱਚ ਆ ਗਿਆ। ਵੱਡੇ ਵੱਡੇ ਪੱਥਰ ਬਣ ਗਏ। ਤੁਰੀ ਆ ਰਹੀ ਹੈ ਇੰਦਰਾ ਗਾਂਧੀ।
ਪਹਿਰੇ ਤੇ ਨੇ ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਸਾਹਿਬ। ਭਾਈ ਬੇਅੰਤ ਸਿੰਘ ਹੋਰਾਂ ਦੇ ਨਾਲ ਸਤਵੰਤ ਸਿੰਘ ਦਾ ਪ੍ਰੋਮਿਸ ਸੀ ਕਿ ਪਹਿਲੀ ਗੋਲੀ ਤੂੰ ਮਾਰਨੀ ਹੈ, ਪਹਿਲੀ ਗੋਲੀ। ਬੇਅੰਤ ਸਿੰਘ ਨੇ ਆਖਿਆ ਕਿਉਂ? ਭਾਈ ਸਤਵੰਤ ਸਿੰਘ ਕਹਿੰਦਾ ਵੀ ਤੂੰ ਮੇਰੇ ਤੋਂ ਵੱਡਾ ਤੇ ਮੈਂ ਤੇਰੇ ਤੋਂ ਉਮਰ ਕਰਕੇ ਛੋਟਾ, ਪਹਿਲੀ ਗੋਲੀ ਤੂੰ ਮਾਰਨਾ। ਬੇਅੰਤ ਸਿੰਘ ਕਹਿੰਦਾ ਵੀ ਮੈਂ ਪਹਿਲੀ ਗੋਲੀ ਮਾਰ ਦਿਆਂਗਾ, ਜੇ ਤੇਰੀ ਬਾਅਦ ਵਿੱਚ ਸਟੇਨਗਨ ਨਾ ਚੱਲੀ ਤੇ ਫਿਰ। ਛਾਤੀ ਤੇ ਹੱਥ ਮਾਰ ਕੇ ਸਤਵੰਤ ਸਿੰਘ ਕਹਿੰਦਾ ਬੇਅੰਤ ਸਿਆਂ, ਕਲਗੀਆਂ ਵਾਲੇ ਸਤਿਗੁਰੂ ਦੇ ਚਰਨਾਂ ਦੀ ਸਹੁੰ ਖਾ ਕੇ ਕਹਿਣਾ ਪਹਿਲੀ ਗੋਲੀ ਤੂੰ ਦਾਗ ਦੇਈਂ, ਮੇਰੀ ਸਟੇਨਗਨ ਚੱਲੇ ਜਾਂ ਨਾ ਚੱਲੇ, ਜੇ ਉਸ ਬਾਹਮਣੀ ਦੀ ਲੱਤ ਤੇ ਲੱਤ ਧਰ ਕੇ ਦੋ ਟੋਟੇ ਨਾ ਕਰ ਦਿੱਤੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਨਾ ਸਦੀ। ਕਿਉਂਕਿ ਮੈਂ ਬਚਪਨ ਵਿੱਚ ਭਲਵਾਨੀ ਦੇ ਦਾਅ ਸਿੱਖੇ ਹੋਏ ਨੇ। ਇਹ ਗੱਲਾਂ ਰੁਸਤਮੇ ਪਹਿਲਵਾਨ ਦਾਰਾ ਸਿੰਘ ਹੋਰਾਂ ਨੇ, ਔਰ ਇੱਕ ਭਿੱਖੀਵਿੰਡ ਦਾ ਪਹਿਲਵਾਨ ਮੇਰੇ ਕੋਲੋਂ ਹੁਣੇ ਨਾਂ ਵਿਸਰ ਗਿਆ, ਉਹਨਾਂ ਨੇ ਕੁਸ਼ਤੀ ਦੇ ਧਰੂ ਤਾਰੇ ਨਾਂ ਦੀ ਕਿਤਾਬ ਵਿੱਚ ਇਹ ਗੱਲਾਂ ਲਿਖੀਆਂ। ਮੈਂ ਉਹਦੀ ਲੱਤ ਤੇ ਲੱਤ ਧਰ ਕੇ ਦੇ ਦੋ ਟੋਟੇ ਨਾ ਕਰ ਦਿੱਤੇ, ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਨਾ ਸਦੇ। ਆਈ ਮਹਾਰਾਣੀ ਮਾਰ ਦੇ ਥੱਲੇ ਕੱਢਿਆ ਰਵਾਲਵਾਰ ਬੰਦੇ ਖਾਣਾ, ਪਹਿਲਾਂ ਸਲੂਟ ਮਾਰਿਆ ਸਰਦਾਰ ਬੇਅੰਤ ਸਿੰਘ ਹੋਰਾਂ ਨੇ। ਜਦੋਂ ਸਲੂਟ ਮਾਰ ਕੇ ਮੂੰਹ ਸਿੱਧਾ ਕੀਤਾ ਮਹਾਰਾਣੀ ਇੰਦਰਾ ਵੱਲ ਬੰਦੇ ਖਾਣ ਵਾਲੇ ਰਾਮ ਜੰਗੇ ਦਾ, ਤੇ ਕਹਿੰਦੀ ਇਹ ਕਿਹਾ? ਸਰਦਾਰ ਬੇਅੰਤ ਸਿੰਘ ਕਹਿੰਦਾ ਮਹਾਰਾਣੀ ਇਹ ਅਕਾਲ ਤਖਤ ਸਾਹਿਬ ਦਾ ਬਦਲਾ ਹੀ, ਅਕਾਲ ਤਖਤ ਸਾਹਿਬ ਦਾ ਬਦਲਾ। ਖਾਲਸਾ ਵਸਾ ਕੇ ਨਹੀਂ ਮਾਰਦਾ। ਪਹਿਲੀ ਗੋਲੀ ਸਰਦਾਰ ਬੇਅੰਤ ਸਿੰਘ ਹੋਰਾਂ ਨੇ ਦਾਗੀ ਤੇ 28 ਗੋਲੀਆਂ ਸਰਦਾਰ ਸਤਵੰਤ ਸਿੰਘ ਸਾਹਿਬ ਜੀ ਹੋਰਾਂ ਨੇ ਮਹਾਰਾਣੀ ਨੂੰ ਮਾਰੀਆਂ। ਭਾਈ ਸਤਵੰਤ ਸਿੰਘ ਮੌਕੇ ਤੇ ਸ਼ਹੀਦ ਹੁੰਦੇ ਨੇ, ਭਾਈ ਬੇਅੰਤ ਸਿੰਘ ਮੌਕੇ ਤੇ ਸ਼ਹੀਦ ਹੁੰਦੇ ਨੇ, ਸਤਵੰਤ ਸਿੰਘ ਜ਼ਖਮੀ ਹੁੰਦਾ। ਬੜੀਆਂ ਗੋਲੀਆਂ ਉਹਨਾਂ ਨੂੰ ਲੱਗਦੀਆਂ। 7ਵੇਂ ਦਿਨ ਹਸਪੀਟਲ ਵਿੱਚ ਜਾ ਕੇ ਜਦੋਂ ਹੋਸ਼ ਆਈ, ਇੱਕ ਨਰਸ ਨੇ ਪੁੱਛਿਆ ਸਤਵੰਤ ਸਿੰਘਾ ਕੈਸੇ ਹੋ? ਭਾਈ ਸਤਵੰਤ ਸਿੰਘ ਕਹਿੰਦਾ ਵੀ ਮੈਨੂੰ ਇਹ ਦੱਸੋ ਵੀ ਬੇਅੰਤ ਸਿੰਘ ਦਾ ਕੀ ਹਾਲ ਹੈ? ਨਰਸ ਕਹਿੰਦੀ ਜੀ ਬੇਅੰਤ ਸਿੰਘ ਤੇ ਸ਼ਹੀਦ ਹੋ ਗਿਆ ਤੇ ਮਹਾਰਾਣੀ ਬਚ ਗਈ, ਇੰਦਰਾ ਗਾਂਧੀ ਬਚ ਗਈ। ਖੇੜਖੜਾ ਕੇ ਹੱਸ ਕੇ ਸਤਵੰਤ ਸਿੰਘ ਕਹਿੰਦਾ ਮਹਾਰਾਣੀ 33 ਕਰੋੜ ਦੇਵਤਾ 9 ਕਰੋੜ ਦੇਵੀ ਵੀ ਲੱਗ ਜਾਏ ਤੇ ਤਾਂ ਵੀ ਮਹਾਰਾਣੀ ਮੁੜ ਕੇ ਨਹੀਂ ਆ ਸਕਦੀ। ਖਾਲਸੇ ਨੇ ਗੋਲੀਆਂ ਹੀ ਇੰਨੀਆਂ ਮਾਰੀਆਂ। ਜੂਨ 1983 ਤੋਂ ਲੈ ਕੇ 31 ਅਕਤੂਬਰ 1984 ਦਾ ਦ੍ਰਿਸ਼ ਇਹਨਾਂ ਚੋਂ ਸ਼ਬਦਾਂ 'ਚ ਇੰਜ ਬਿਨੇ ਕੀਤਾ ਗਿਆ। ਢਾਇਆ ਫੌਜ ਨੇ ਜਦ ਤਾਕਤ ਅਕਾਲ ਦਾ, ਬਾਲ ਬੱਚੇ ਮਾਰੇ ਸਿੰਘਾਂ ਦੇ ਹਜੂੰ ਦੇ ਸਾੜ ਤੇ ਮਾਵਾਂ ਦੇ ਲਾਡਲੇ, ਸਤੀਆਂ ਦੀ ਕੀਤੀ ਬੇਇੱਜ਼ਤੀ ਉਹ ਬੱਚੇ ਬੁੱਢੇ ਦੇ। ਬੱਚੇ ਬੁੱਢੇ ਦੇ ਆਵਾਜ਼ ਮੂੰਹੋਂ ਨਿਕਲੇ, ਪਾਤਸ਼ਾਹ ਜੀ ਬਲ ਬਖਸ਼ੋ ਜਿੰਨਾ ਚਿਰ ਨਾ ਲਈਏ ਬਦਲਾ, ਜਿਉਣਾ ਹੈ ਤੇਰੇ ਅੱਗੇ ਅਸਾਂ ਦਾ ਸੁਣੀ ਦਸਵੇਂ ਪਿਤਾ ਨੇ ਯਾਰ ਜੋਈ ਭੇਜ ਦਿੱਤਾ ਬਾਜ ਆਪਣਾ ਵੇ ਆਉਂਦਾ ਵੇਖਿਆ ਵੀਰ ਸਤਵੰਤ ਨੇ ਕਹਿੰਦਾ ਭਾਉ ਬੇਅੰਤ ਸਿਆਂ ਬਾਜ ਗੁਰਾਂ ਦਾ ਸੁਨੇਹਾ ਲੈ ਕੇ ਆ ਗਿਆ, ਘੂਰ ਕਰੇ ਤਾੜਨਾ ਜੇ ਨਾ ਵਕਤ ਸੰਭਾਲਿਆ ਆਪਾਂ ਕਿਸੇ ਨਹੀਂ ਮਾਫ ਕਰਨਾ, ਨਾਮ ਕਰੀਏ ਸ਼ਹੀਦਾਂ ਵਿੱਚ ਦਾਖਲ ਜਸ ਗਾਉ ਸਾਰੀ ਦੁਨੀਆ ਵਜੜ ਮਾਰਦੇ ਬਹਾਦਰਾਂ ਦੀ ਮੌਤੇ, ਮਾੜੀਆਂ ਤੇ ਮਿਲ ਲੱਗਦੇ ਲਾ ਕੇ ਗਾਲ ਨਾ ਬੇਅੰਤ ਸਿੰਘ ਆਖਿਆ, ਲਾ ਕੇ ਗਾਲ ਨਾ ਬੇਅੰਤ ਸਿੰਘ ਆਖਿਆ, ਵੀਰਾ ਗੱਲ ਬੁੱਝੀ ਦਿਲ ਦੀ, ਚੱਲੀਏ ਗੁਰੂ ਦਰਬਾਰ, ਪਹਿਲਾਂ ਲਈਏ ਪੌਲ ਖੰਡ ਦੀ ਗੋਦੀ ਗੁਰਾਂ ਦੀ ਮਿਲੇਗੀ ਤਾਈਓ, ਪਹਿਲਾਂ ਪੂਰਾ ਸਿੰਘ ਸਜੀਏ ਉਹ ਜਾ ਕੇ ਛਕਿਆ ਖੰਡੇ ਦਾ ਅੰਮ੍ਰਿਤ, ਸੂਰਮੇ ਬੇਅੰਤ ਸਿੰਘ ਨੇ ਉਹ ਅੱਖੀ ਵੇਖਿਆ ਜਾ ਹਾਲ ਦਰਬਾਰ ਦਾ, ਨੇਤਰਾਂ 'ਚ ਅੱਗ ਮੱਚਦੀ ਕੀਤੀ ਖੜ ਕੇ ਅਰਦਾਸ ਗੁਰਾਂ ਸਾਹਮਣੇ, ਪਾਤਸ਼ਾਹ ਜੀ ਬਲ ਬਖਸ਼ੋ ਲੈਣਾ ਬਦਲਾ ਡੁੱਲੇ ਹੋਏ ਖੂਨ ਦਾ, ਲੈਣਾ ਬਦਲਾ ਡੁੱਲੇ ਹੋਏ ਖੂਨ ਦਾ, ਭਾਵੇਂ ਪੈ ਜੇ ਜਿੰਦ ਵਾਰਨੀ ਉਹ ਫੇਰ ਆਪਣੇ ਦਿੱਲੀ ਦਰਬਾਰ, ਦੋਵੇਂ ਵੀਰ ਮਿਲੇ ਆਸ ਕੇ ਇੱਕੋ ਮਿਸ਼ਨ ਇੱਕੋ ਅਰਦਾਸਾ, ਵੈਰਨ ਕੌਣੀ ਪੰਥ ਦੀ ਦਿਨ 31 ਅਕਤੂਬਰ ਦਾ ਆ ਗਿਆ, ਪਲੰਗ ਤੋਂ ਉੱਠੀ ਇੰਦਰਾ
ਚੱਲ ਪਏ ਬੀਬੀ ਦੇ ਚਾਟੜੇ ਜਿੰਨਾ ਖਾਲਾ ਦੇਸ਼ ਲੁੱਟ ਕੇ ਮਾਰ ਹੇਠਾਂ ਬਈ ਹੇਠਾਂ ਸ਼ਿਕਾਰ ਜਦੋਂ ਆ ਗਿਆ ਜੋਧਿਆਂ ਨੂੰ ਅੱਗ ਲੱਗ ਗਈ ਭਰਿਆ ਅੱਗ ਦਾ ਭਰਿਆ ਅੱਗ ਦਾ ਰਵਾਰ ਕੱਢ ਕੇ ਭਰਿਆ ਅੱਗ ਦਾ ਰਵਾਰ ਕੱਢ ਕੇ ਸੂਰਮੇ ਬੇਅੰਤ ਸਿੰਘ ਨੇ ਵਕਾ ਕੇ ਵਾਹਿਗੁਰੂ ਚਲਾ ਦਿੱਤੀ ਗੋਲੀ ਇੰਦਰਾ ਦਾ ਜੇਲ ਚੀਰ ਗਈ ਉਹ ਡਿੱਗੀ ਇੰਦਰਾ ਡਿੱਗੀ ਇੰਦਰਾ ਪਵਾਟੜੀ ਖਾ ਕੇ ਲੁੱਟ ਟੋਲਾ ਨਸ ਉੱਠਿਆ ਜਿਹੜੇ ਕਹਿੰਦੇ ਬਈ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਛੱਡ ਕੇ ਮੈਦਾਨ ਭੱਜ ਗਏ ਮੌਕਾ ਮਿਲ ਗਿਆ ਸ਼ੇਰ ਸਤਵੰਤ ਨੂੰ ਮੈਗਜ਼ੀਨ ਖਾਲੀ ਕਰਤਾ ਵਜੰਜੂ ਵਾਂਗਰਾ ਚਿਰੀ ਪੰਡਤਾਨੀ ਜੋਦੇ ਦੀ ਸਟੇਨ ਗੰਨ ਨੇ ਧੰਨਵਾਦ ਹੈ ਪਾਤਸ਼ਾਹ ਤੇਰਾ ਸਿਰੇ ਅਰਦਾਸ ਚੜ ਗਈ ਸਾਨੂੰ ਫੜ ਲੋ ਸਿੰਘਾਂ ਦੇ ਕਾਤਲੋ ਸਾਡਾ ਕੰਮ ਪੂਰਾ ਹੋ ਗਈ ਇੰਦਰਾ ਮਰੀ ਤੋਂ ਅੰਨੇ ਹਾਕਮ ਸ਼ੱਕਾ ਤੇ ਕਾਨੂੰਨ ਟੰਗ ਤਾ ਪੇਸ਼ ਹੋਇਆ ਤੇ ਚਲਾ ਕੇ ਗੋਲੀ ਜੋਦੇ ਨੂੰ ਸ਼ਹੀਦ ਕਰਤਾ ਜੋਦੇ ਕਰਨੀ ਕਮਾ ਗਏ ਸੀ ਬੈਂਕਾਂ ਮਾਣ ਸਿੱਖ ਕੌਮ ਦਾ ਹਰ ਹਿਰਦਾ ਬੈਂਕਾ ਜੀ ਪਾਸ਼ਕ ਬੇਅੰਤ ਸਤਵੰਤ ਸਿੰਘ ਦਾ ਗੁਰੂ ਘਰ ਨਾ ਜੋ ਕਰਦੇ ਵਧੀਕੀਆਂ ਗੁਰੂ ਘਰ ਨਾ ਜੋ ਕਰਦੇ ਵਧੀਕੀਆਂ ਮਰਨ ਮੌਤ ਕੁੱਤਿਆਂ ਦੀ ਜਦੋਂ ਤੱਕ ਚੰਦ ਸੂਰਜ ਤਾਰੇ ਜੋਧਿਆਂ ਦਾ ਨਾਮ ਜਗ ਤੇ ਸੱਜਣਾ ਵਾਰੀਆਂ ਨੂੰ ਸੋਧ ਖਾਲਸੇ ਸਦਾ ਗੱਜਣਾ ਗੁਰੂ ਕੇ ਸੂਰਬੀਰ ਬਹਾਦਰਾਂ ਦੀ ਪਿੱਤਰ ਕਮਾਈ ਦਾ ਧਿਆਨ ਧਰ ਕੇ ਸਾਰੀ ਸੰਗਤ ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮਿਥਿਆ ਹੋਇਆ ਸਮਾਂ ਜਿਹੜਾ ਉਹ ਸਮਾਪਤ ਹੋ ਚੁੱਕਾ ਹੈ। ਬਹੁਤ ਸਾਰੀਆਂ ਗਲਤੀਆਂ ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਸੰਗਤ ਦੇ ਆਦਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਣਯੋਗ ਨੇ ਬਖਸ਼ ਲੈਣਗੇ। ਮਹਾਂਪੁਰਸ਼ ਬਾਬਾ ਸ਼ਿੰਦਾ ਸਿੰਘ ਜੀ ਤਰਨਾ ਦਲ ਭਿੱਖੀ ਵਿੰਡੀਏ ਮਹਾਂਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ। ਇਸ ਨਗਰ ਦੀ ਸਮੁੱਚੀ ਸਾਧ ਸੰਗਤ ਸਮੁੱਚੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਗੁਰੂ ਘਰ ਦੇ ਸਤਿਕਾਰਯੋਗ ਗ੍ਰੰਥੀ ਸਿੰਘ ਸਾਹਿਬਾਨ ਦਾ ਧੰਨਵਾਦ। ਇਲਾਕੇ ਤੋਂ ਆਈ ਹੋਈ ਸੰਗਤ ਦਾ ਧੰਨਵਾਦ।